ਤੁਹਾਡਾ ਰੇਡੀਓ ਵਿਰਸਾ NZ 107 FM ਪ੍ਰੋਗਰਾਮ 10ਵੇਂ ਗ੍ਰੰਥ ਦਾ ਸੱਚ ਵਿੱਚ। ਅੱਜ ਸ਼ਨੀਚਰਵਾਰ ਸ਼ਾਮ 2:32 ਹੋਏ ਸਾਡੇ ਕੋਲ, ਦੁਪਹਿਰ ਦੇ 2:30 ਵਜੇ ਆ, ਤੇ ਆਪਣੇ ਸਮੇਂ ਅਨੁਸਾਰ ਅਸੀਂ 2:30 ਤੋਂ 3:30 ਵਾਲਾ ਜਿਹੜਾ ਸਮਾਂ ਆ ਉਹਦੀ ਕੋਈ ਗਰੰਟੀ ਨਹੀਂ ਹੁੰਦੀ। ਆਪਾਂ ਸਮੇਂ ਦੇ ਹਿਸਾਬ ਨਾਲ ਅੱਗੇ ਪਿੱਛੇ ਵੀ ਕਰ ਲਈਦਾ, ਪਰ ਸ਼ੁਰੂਆਤ ਆਪਾਂ ਤਕਰੀਬਨ ਟਾਈਮ ਸਿਰ ਕਰ ਲੈਂਦੇ ਹੁੰਦੇ ਹਾਂ। ਘੰਟਾ ਹੁੰਦਾ, ਘੰਟੇ ਤੋਂ 1.5-2 ਘੰਟੇ ਜਿੰਨਾ ਟਾਈਮ ਹੋਵੇ ਉਨਾ ਲਾ ਲਈਦਾ ਆਪਾਂ। ਤੇ ਚੱਲਦੇ ਪ੍ਰੋਗਰਾਮ ਦੌਰਾਨ ਜਿਹੜੀ ਤੁਸੀਂ ਗੱਲ ਕਰਨੀ ਉਹਦੇ ਬਾਰੇ ਸੋਚ ਕੇ ਕਰਿਓ। ਥੋੜਾ ਜਿਹਾ ਟਾਈਮ ਕਿਦਾਂ ਦਾ, ਜੇ ਲੰਬਾ ਟਾਈਮ ਹੋਇਆ ਜ਼ਿਆਦਾ ਕਰ ਲਿਓ, ਘੱਟ ਤੇ ਘੱਟ ਕਰ ਲਿਓ। ਸਟੂਡੀਓ 'ਚ ਮੈਂ ਹਰਨੇਕ ਸਿੰਘ, ਨਾਲ ਮੇਰੇ ਅੰਗਰੇਜ਼ ਸਿੰਘ। ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਆਪਾਂ ਚਰਿੱਤਰ ਪੜ੍ਹਨਾ ਅੱਜ, ਨੰਬਰ 76। ਤੇ ਪਿਛਲੇ 4-5 ਦਿਨ ਤੋਂ ਜਿਹੜਾ ਗੋਲਡੀ ਹੋਰੀ ਪ੍ਰੋਗਰਾਮ ਕੀਤਾ ਸੀਗਾ ਉਹਦੇ ਉੱਤੇ ਵਿਚਾਰ ਚੱਲਦੀ ਸੀ। ਹਾਂਜੀ। ਤੇ ਉਹ ਬੇਨਤੀ ਕਰ ਦਿੰਦੇ ਆ ਵੀ ਭਾਈ ਜਿਹਦੇ ਵੀ ਹੱਕ ਦੇ ਵਿੱਚ ਅਸੀਂ ਕਿਸੇ ਟਾਈਮ ਘੱਗਾ ਜੀ ਹੋਰਾਂ ਬਾਰੇ, ਕਾਲਾ ਅਫਗਾਨਾ ਜੀ ਬਾਰੇ ਕਹਿੰਦੇ ਸੀ ਵੀ ਜਦੋਂ ਵੀ ਜਾਣੀ ਉਹ ਪੱਕਾ ਹੀ ਆ ਸਾਡੇ ਰੇਡੀਓ ਤੇ, ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਦੇ ਵਿੱਚੋਂ ਕਿਸੇ ਵੀ ਟਕਸਾਲੀ ਨੂੰ, ਕਿਸੇ ਵੀ 10ਵੇਂ ਗ੍ਰੰਥ ਦੇ ਹੱਕ 'ਚ ਖੜੇ ਹੋਣੇ ਵਾਲੇ ਨੂੰ, ਜਦੋਂ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਨਿਤਨੇਮ ਦੀਆਂ ਬਾਣੀਆਂ ਕਿਤੇ ਵੀ ਹੁੰਦਾ, ਸਾਨੂੰ ਨਹੀਂ ਲੱਗਾ ਵੀ ਕਿਤੇ ਵੀ ਕਾਲੇ ਅਫਗਾਨੇ ਨੇ ਇਹ ਗੱਲਾਂ ਕਹੀਆਂ ਆ। ਕਿਉਂਕਿ ਉਹਨੇ ਸਵਾਲ ਖੜੇ ਕੀਤੇ ਆ, ਤੇ ਸਵਾਲ ਖੜੇ ਕਰਨਾ ਹੱਕ ਆ। ਜਿੰਨਾ ਚਿਰ ਜਿਹੜੀ ਕੌਮ ਇਸ ਤਰੀਕੇ ਨਾਲ ਸੋਚਣਾ, ਆਪਣੇ ਆਪ ਨੂੰ ਸਟ੍ਰੈਚ ਕਰਨਾ ਬੰਦ ਕਰ ਦਿੰਦੀ ਆ ਨਾ, ਉਹਦਾ ਵਿਕਾਸ ਰੁਕ ਜਾਂਦਾ ਹੈ। ਜਿਹੜੀ ਤਰੱਕੀ ਆ ਬੱਚੇ ਦੀ, ਉਹ ਕੱਲੀ ਟੀਚਰ ਦੇ ਪੜਾਉਣ ਵਿੱਚ ਨਹੀਂ ਹੈਗੀ, ਉਹਦੇ ਬਰਾਬਰ ਬੱਚੇ ਦੇ ਸਵਾਲ ਪੁੱਛਣ ਵਿੱਚ ਆ। ਸਵਾਲ ਪੁੱਛਣ ਦਾ ਮਤਲਬ ਇਹ ਆ ਵੀ ਉਹ ਧਿਆਨ ਨਾਲ ਸੁਣ ਰਿਹਾ। ਸਵਾਲ ਪੁੱਛਣਾ ਇਹ ਆ ਵੀ ਉਹਨੂੰ ਸਮਝ ਨਹੀਂ ਆ ਰਿਹਾ। ਸਮਝ ਨਹੀਂ ਆ ਰਿਹਾ ਇਹ ਕੋਈ ਗੁਨਾਹ ਨਹੀਂ ਹੈ, ਪਰ ਉਹ ਕੋਸ਼ਿਸ਼ ਕਰ ਰਿਹਾ। ਗੁਣ ਆ, ਇਹ ਗੁਣ ਆ ਵੀ ਉਹ ਪੂਰਾ ਜ਼ੋਰ ਲਾ ਕੇ ਕੋਸ਼ਿਸ਼ ਕਰ ਰਿਹਾ ਤੇ ਕੁਛ ਉਹਦੇ ਗੇੜ 'ਚ ਨਹੀਂ ਆਇਆ। ਜਾਂ ਦੂਜੀ ਗੱਲ ਇਹ ਵੀ ਹੋ ਸਕਦੀ ਆ ਵੀ ਜਿੱਦਾਂ ਟੀਚਰ ਨੇ ਗੱਲ ਕਹੀ ਆ, ਜਦੋਂ ਬੱਚੇ ਨੇ ਪੂਰਾ ਦਿਮਾਗ ਲੜਾਇਆ, ਉਹ ਸੈਂਸ ਨਹੀਂ ਬਣ ਰਹੀ ਉਹਦੀ। ਉਹ ਕਹਿੰਦਾ ਵੀ ਨਹੀਂ, ਮੈਂ ਤਾਂ ਸਮਝ ਲਈ ਗੱਲ, ਜਿੱਦਾਂ ਤੂੰ ਕਹਿ ਰਿਹਾ ਆ ਇਦਾਂ ਨਹੀਂ ਬਣਦੀ ਗੱਲ। ਇਹ ਫਾਰਮੂਲਾ ਤੂੰ ਦਿੱਤਾ, 2 ਰਕਮਾਂ ਦੇ ਦਿੱਤੀਆਂ, ਹੁਣ ਮੈਂ ਰਕਮਾਂ ਦਾ ਜੋੜ ਕੀਤਾ, ਤੇਰੇ ਫਾਰਮੂਲੇ ਹਿਸਾਬ ਨਾਲ ਜੋੜ ਆਉਂਦਾ ਹੀ ਨਹੀਂ ਜਿਹੜਾ ਤੂੰ ਕਹਿੰਦਾ। ਮਤਲਬ ਕੁਛ ਹੋ ਰਿਹਾ ਜੀ। ਉੱਥੋਂ ਸਵਾਲ ਖੜਾ ਹੁੰਦਾ, ਔਰ ਉਹ ਸਵਾਲ ਸੈਂਕੜੇ ਹੋਣੇ ਚਾਹੀਦੇ ਆ। ਜਿੰਨੇ ਵੱਧ ਸਵਾਲ ਹੋਣਗੇ ਤੁਹਾਡੇ ਮਨ ਵਿੱਚ, ਤੁਸੀਂ ਛੋਟੇ ਤੋਂ ਛੋਟੇ ਕੰਮ ਲਈ ਨਾ ਕਿਸੇ ਬੰਦੇ ਨੂੰ ਰਾਹ ਦੱਸਣ ਲੱਗੇ ਆ, ਕਿਸੇ ਨੂੰ ਐਡਰੈਸ ਦਿਓ ਆਪਣਾ। ਜਿਹੜਾ ਬੰਦਾ ਮੂਹਰਿਓਂ 1-2 ਸਵਾਲ ਨਹੀਂ ਪੁੱਛਦਾ ਨਾ, ਤੁਹਾਨੂੰ ਸਮਝ ਲਿਓ ਧਿਆਨ ਨਾਲ ਸੁਣਿਆ ਨਹੀਂ। ਜਿਨ ਹਾਂਜੀ ਕਹਿ ਕੇ ਫੋਨ ਕੱਟ ਦਿੱਤਾ ਨਾ, ਉਹਦੇ ਲਈ ਆਪਣਾ ਫੋਨ ਔਨ ਰੱਖਿਓ ਜੀ, ਕਿਉਂਕਿ ਜਦੋਂ ਤੁਰਨਾ ਆ ਉਹ ਰਾਹ ਚੋਂ ਫਿਰ ਪੁੱਛਣਾ ਤੁਹਾਨੂੰ। ਬਿਲਕੁਲ ਇਦਾਂ ਹੀ ਹੁੰਦਾ ਹੈ। ਹਾਂ, ਵੀ ਤੂੰ ਕਹਿੰਦਾ ਸੀ ਮੋਟਰਵੇ ਉੱਤਰ ਕੇ ਨਾਲ ਹੀ ਆ, ਫਿਰ ਤੁਸੀਂ ਕਹਿਣਾ ਵੀ ਨਹੀਂ ਮੈਂ ਤੈਨੂੰ ਇਹ ਨਹੀਂ ਸੀ ਕਿਹਾ ਮੋਟਰਵੇ ਉੱਤਰ ਕੇ ਨਾਲ ਹੀ ਆ, ਮੈਂ ਤੈਨੂੰ ਕਿਹਾ ਸੀ ਮੋਟਰਵੇ ਉੱਤਰ ਕੇ ਪਹਿਲੀਆਂ ਲਾਈਟਾਂ ਨੂੰ ਖੱਬੇ ਮੁੜ ਜਾਈਂ, ਗਾਹਾਂ 2 ਰਾਉਂਡ ਅਬਾਊਟ ਲੰਘ ਕੇ ਗਾਹਾਂ ਜਦੋਂ ਖੱਬੇ ਨੂੰ ਮੁੜ ਜਾਏਗਾ, ਮੋਹਰੇ ਲਾਈਟਾਂ ਆਉਣੀਆਂ ਉਹਦੇ ਬਿਲਕੁਲ ਨਾਲ ਆ। ਵੀ ਤੂੰ ਧਿਆਨ ਨਾਲ ਨਹੀਂ ਸੁਣਿਆ ਜੀ। ਬਸ ਠੀਕ ਆ। ਉਹ ਹੁਣ ਜਦੋਂ ਚਾਹੀਦਾ ਇਹ ਆ ਵੀ ਜਦੋਂ ਤੁਸੀਂ ਰਾਹ ਦੱਸਦੇ, ਅਗਲਾ ਲਿਖ ਲਵੇ ਪੇਪਰ ਦੇ ਉੱਤੇ ਤੇ ਮੋਟਰਵੇ ਜਾਣਾ ਆ, ਫਲਾਨਾ ਐਗਜ਼ਿਟ ਲੈਣਾ ਆ, ਉੱਥੋਂ ਲੈਫਟ ਨੂੰ ਮੁੜਨਾ ਆ, ਅਗਲੇ 2 ਲਾਈਟਾਂ ਛੱਡ ਕੇ ਖੱਬੇ ਨੂੰ ਮੁੜਨਾ ਆ। ਜੇ ਰਾਹ ਜਿਹੜਾ ਐਡਰੈਸ ਆ, ਸਟਰੀਟ ਦਾ ਨਾਂ ਆ, ਜੇ ਤੁਹਾਡੇ ਫੋਨ, ਤੁਹਾਡੀ ਕਾਰ ਦੇ ਵਿੱਚ ਉਹ ਸਿਸਟਮ ਹੈ ਨਹੀਂ ਪਾਉਣੇ, ਠੀਕ ਹੈ। ਮੇਰੇ ਕੋਲ ਹੈਗਾ ਸਿਸਟਮ, ਮੇਰੇ ਫੋਨ 'ਚ ਵੀ ਹੈਗਾ, ਗੱਡੀ 'ਚ ਵੀ ਹੈਗਾ, ਪਰ ਘੋਲ ਆ। ਮੈਂ ਇਦਾਂ ਲਿਖਣਾ ਕਾਪੀ ਤੇ ਲੈਣਾ ਹੋਣੀਆਂ ਸੌਖੀਆਂ ਨਹੀਂ, ਮੈਂ ਤਾਂ ਪੁੱਛ ਲੈਣਾ ਹੁਣਾ ਵੀ ਮੈਂ ਫਲਾਨੀ ਮੇਜ਼ ਰੋਡ ਤੇ ਮੈਂ ਜਾਇਆ ਹੁਣਾ, ਤੂੰ ਦੱਸ। ਫਿਰ ਅਗਲਾ ਕਹਿੰਦਾ ਵੀ ਮੇਜ਼ ਰੋਡ ਤੋਂ ਡੈਰੀ ਸ਼ਾਪ ਲੰਘ ਕੇ ਪਹਿਲੀ ਖੱਬੇ ਨੂੰ ਮੁੜ ਜਿਓ, ਬਸ ਠੀਕ ਹੈ। ਮੈਂ ਨੇੜੇ ਜਾ ਕੇ ਵੀ ਫੋਨ ਕਰਦਾ ਹੁੰਦਾ ਹਨਾ, ਹੁਣ ਮੈਂ ਉੱਥੇ ਆ ਗਿਆ ਹਨਾ, ਅਗਲਾ ਕਹਿੰਦਾ ਹਾਂ ਬਸ ਠੀਕ ਹੈ, ਹੁਣ ਅਗਾਂਹ ਮੈਂ ਦੇਖ ਲਈ ਗੱਡੀ ਤੁਹਾਡੀ, ਤੂੰ ਗਾਹਾਂ ਤੋਂ ਮੁੜਿਓ ਜੀ ਹਨਾ। ਵੀ ਇਦਾਂ ਜੇ ਨਾ ਧਿਆਨ ਨਾਲ ਨਹੀਂ ਸੁਣਦੇ, ਜਿਹੜਾ ਬੰਦਾ ਸਵਾਲ ਨਹੀਂ ਕਰ ਰਿਹਾ, ਸਮਝ ਲਓ ਉਹ ਧਿਆਨ ਨਾਲ ਨਹੀਂ ਸੁਣ ਰਿਹਾ। ਜੇ ਕਲਾਸ ਦੇ ਵਿੱਚ ਬੱਚਾ ਸਵਾਲ ਨਹੀਂ ਕਰ ਰਿਹਾ ਤੇ ਸਮਝ ਲਾ ਉਹਦਾ ਧਿਆਨ ਨਹੀਂ ਵਿੱਚ ਹੈਗਾ। ਜਦੋਂ ਪੇਪਰ ਐਗਜ਼ਾਮ ਆਉਣਗੇ ਉਦੋਂ ਉੱਤੇ ਥੱਲੇ ਹੋਊਗਾ ਉਹ। ਬਿਲਕੁਲ ਠੀਕ ਆ। ਵੀ ਜਿਹੜਾ ਬੱਚਾ, ਜਿਹੜਾ ਟੀਚਰ ਇਹ ਡਰਦਾ ਆ, ਇਹ ਝਿੜਕਦਾ ਆ ਬੱਚਿਆਂ ਨੂੰ, ਜਿਹੜਾ ਇਹ ਕਹਿ ਰਿਹਾ ਆ ਵੀ ਨਹੀਂ ਤੁਸੀਂ ਸਵਾਲ ਕਿਉਂ ਪੁੱਛਦੇ ਆ, ਸਮਝ ਲਓ ਉਹ ਨਹੀਂ ਚਾਹੁੰਦਾ ਵੀ ਬੱਚੇ ਜਿਹੜੇ ਆ ਉਹ ਸੀਰੀਅਸ ਹੋਣ ਸਿੱਖਣ ਦੇ ਲਈ, ਉਹ ਜੋ ਕੁਛ ਉਹ ਸਿਖਾਉਣਾ ਚਾਹੁੰਦਾ ਆ ਉਹ ਸਿੱਖਣ। ਹੁਣ ਜਿਹੜੀਆਂ ਕਿਤਾਬਾਂ ਕੌਮ ਦੇ ਵਿੱਚ ਜਿਹੜੀਆਂ
ਕਿਸੇ ਤਬਦੀਲੀ ਨੂੰ ਲੈ ਕੇ ਲਿਖੀਆਂ ਗਈਆਂ ਆ, ਹਾਂਜੀ, ਜਿਹੜੀਆਂ ਵਿਕਾਸ ਨੂੰ ਮੁੱਖ ਰੱਖ ਕੇ ਲਿਖੀਆਂ ਗਈਆਂ ਆ, ਹਾਂਜੀ, ਉਹਦੇ ਉੱਤੇ ਪਰੰਪਰਾ ਦਾ ਰੌਲਾ ਪਾਉਣੇ ਵਾਲੇ ਜਿਹੜੇ ਲੋਕ ਹੁੰਦੇ ਨਾ, ਹਾਂਜੀ, ਜਿਹੜੇ ਮਰਿਆਦਾ ਦਾ ਰੌਲਾ ਪਾਉਣੇ ਵਾਲੇ ਲੋਕ ਹੁੰਦੇ ਆ, ਸ਼ਰ੍ਹਾ ਦਾ ਰੌਲਾ ਪਾਉਣੇ ਵਾਲੇ ਲੋਕ ਹੁੰਦੇ ਆ, ਹਾਂਜੀ, ਉਹ ਚਾਹੁੰਦੇ ਨਹੀਂ ਹੁੰਦੇ ਵਿਕਾਸ ਹੋਵੇ। ਯਾ ਜਿਹੜਾ ਬੇਸਿਕ ਆ ਉਹ ਆਪਣੇ ਆਪ ਉਹ ਹੈਗਾ ਸਿਰਫ ਗੁਰੂ ਗ੍ਰੰਥ ਸਾਹਿਬ। ਹਾਂਜੀ, ਜਦੋਂ ਟਕਸਾਲੀ ਕੋਈ ਬੰਦਾ ਇਹ ਰੌਲਾ ਪਾਉਂਦਾ ਨਾ ਵੀ ਜਿਹੜੀ ਮਰਿਆਦਾ ਆ, ਹਾਂਜੀ, ਉਹ ਗੁਰੂ ਸਾਹਿਬ ਤੋਂ ਚੱਲੀ ਆ ਰਹੀ ਆ, ਹਾਂਜੀ, ਉਸ ਵੇਲੇ ਅਨੇਕਾਂ ਸਵਾਲ ਖੜੇ ਹੁੰਦੇ ਆ। ਯਾ ਠੀਕ ਹੈ, ਹੁਣ ਸੰਤੋਖ ਸਿੰਘ ਨੇ ਤਾਂ ਦਿਨੋਂ ਦਿਨ ਕਲੀਅਰ ਕਰ ਦਿੱਤਾ ਹੈ, ਉਹਦੇ ਉੱਤੇ ਸਮਝੌਤਾ ਕਰ ਸਕਦੇ ਹਾਂ ਅਸੀਂ। ਹਾਂਜੀ, ਠੀਕ ਹੈ, ਉਹ ਇਸ ਸ਼ਰਤ ਤੇ ਹੋ ਸਕਦਾ ਵੀ ਜਿਹੜੀ ਧਿਰ ਸਾਰਾ ਕੁਝ ਬਚਾਉਣਾ ਚਾਹੁੰਦੀ ਆ, ਹਾਂਜੀ, ਉਹ ਧਿਰ ਘੱਟੋ ਘੱਟ 10 ਗ੍ਰਾਮ ਦੇ ਪ੍ਰਕਾਸ਼ ਦੀ ਗੱਲ ਕਰੇ ਪਹਿਲਾਂ, ਯਾ ਉੱਥੇ ਸਰਮੌਰਤਾ ਲਿਆਵੇ। ਹਾਂਜੀ, ਔਰ ਵੱਡੀ ਗੱਲ ਅੱਜ ਸਭ ਤੋਂ ਵੱਡਾ ਸਵਾਲ ਸਾਡੇ ਮੂਹਰੇ ਇਹ ਖੜਾ ਹੁੰਦਾ ਹਾਂਜੀ, ਵੀ ਕੋਈ ਵੀ ਗਰੁੱਪ ਐਸਾ ਨਹੀਂ ਹੈਗਾ ਹਾਂਜੀ, ਜਿਹੜਾ ਡੰਕੇ ਦੀ ਚੋਟ ਨਾ ਕਹਿੰਦਾ ਹੋਵੇ ਵੀ 10 ਗ੍ਰਾਮ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਣਾ ਚਾਹੀਦਾ। ਯਾ ਬਿਲਕੁਲ, ਧਰਮ ਸਿੰਘ ਨਿਹੰਗ ਵਾਲੇ ਆ, ਹਾਂਜੀ, ਜਾਂ ਹਜੂਰ ਪਟਨਾ ਵਾਲੇ ਆ, ਹਾਂਜੀ, ਠੀਕ ਹੈ, ਪੰਜਾਬ ਦੀ ਕੋਈ ਵੀ ਧਿਰ ਐਸੀ, ਹਾਂਜੀ, ਜ਼ਿੰਮੇਵਾਰ ਕੋਈ ਵੀ ਬੰਦਾ ਇਸ ਕੋਲੋਂ ਕਹਿੰਦੇ ਨਾ ਜੀ ਪ੍ਰਕਾਸ਼ ਤਾਂ ਹੁੰਦਾ ਹੀ ਨਹੀਂ, ਹਾਂਜੀ, ਪ੍ਰਕਾਸ਼ ਹੁੰਦਾ ਕਿੱਥੇ ਆ, ਯਾ ਤੁਸੀਂ ਐਵੇਂ ਰੌਲਾ ਪਾਈ ਜਾਂਦੇ ਹੋ, ਹਾਂਜੀ, ਹਨਾ। ਹੁਣ ਜੇ ਉਹ ਮੰਨਦੇ ਆ ਵੀ ਨਹੀਂ ਹੁੰਦਾ, ਹਾਂਜੀ, ਫਿਰ ਉਹਨਾਂ ਨੂੰ ਹੁਕਮਨਾਮਾ ਜਾਰੀ ਕਰਾਉਣ ਦੇ ਵਿੱਚ ਕੀ ਪ੍ਰੋਬਲਮ ਹੈ? ਬਿਲਕੁਲ, ਉੱਥੇ ਕਿਤੇ ਨਾ ਕਿਤੇ ਬੇਈਮਾਨੀ ਉਹਨਾਂ ਦੇ ਮਨ 'ਚ ਵੀ ਹੈਗੀ ਹੈ, ਉਹ ਤਾੜ ਵਿੱਚ ਆ ਉਹ। ਹਾਂਜੀ, ਹੁਣ ਇਹ ਗੱਲਾਂ ਹੌਲੀ ਹੌਲੀ ਪਿਛਲੇ 15 ਸਾਲਾਂ ਤੋਂ, ਵੀ 10 ਸਾਲਾਂ ਤੋਂ ਤਾਂ ਬੜੀ ਸ਼ਿੱਦਤ ਦੇ ਨਾਲ, ਹਾਂਜੀ, ਤੇ 15 ਸਾਲ ਤੋਂ ਇਹ ਛੁਪ ਕੇ ਜਾਣੀ ਪੰਜਾਬ ਦੇ ਵਿੱਚ ਵੀ, ਹਾਂਜੀ, ਤੇ ਇੰਡੀਆ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ, ਹਾਂਜੀ, ਜਿਸ ਤਰੀਕੇ ਨਾਲ ਰਾਏਪੁਰ ਬੱਲਾਂ ਵਾਲਿਆਂ ਨੇ ਭਗਤ ਰਵਿਦਾਸ ਜੀ ਦਾ ਅੰਮ੍ਰਿਤ ਬਾਣੀ ਗ੍ਰੰਥ ਜਿਹੜਾ ਆ ਉਹ ਕੰਸ਼ੀ ਤੋਂ ਲਿਖਾਇਆ ਆ, ਹੱਕ ਸਾਰੇ ਬਨਾਰਸ ਵਾਲਿਆਂ ਨੂੰ ਦਿੱਤੇ ਆ, ਹਾਂਜੀ, ਤੇ ਉਹ ਜਿਹੜੀ ਉਹਦੀ ਹੈਗੀ ਆ ਜ਼ਿੰਮੇਵਾਰੀ, ਉਹ ਸਾਰੀ ਬੱਲਿਆਂ ਵਾਲੇ ਨੇ ਆਪ ਲਈ ਆ। ਹਾਂਜੀ, ਜਿਸ ਤਰੀਕੇ ਨਾਲ ਉਹ ਗ੍ਰੰਥ ਇੰਡੀਆ ਤੋਂ ਬਾਹਰ ਪਹੁੰਚਾਇਆ ਗਿਆ, ਹਾਂਜੀ, ਉਹ ਭਗਤ ਸਿੰਘ ਮੈਮੋਰੀਅਲ ਟਰਸਟਾਂ ਦੀ ਵੀ ਜ਼ਿੰਮੇਵਾਰੀ ਲੱਗੀ ਹੋ ਆ, ਹਾਂਜੀ, ਉਹ ਅੰਬੇਦਕਰ ਕਲੱਬ ਜਿਹੜੇ ਉਹਨਾਂ ਦੀ ਵੀ ਲੱਗੀ ਹੋ ਆ, ਹਾਂਜੀ, ਉਹ ਜਿਹੜੀਆਂ ਭਗਤ ਰਵਿਦਾਸ ਜੀ ਦੇ ਨਾਂ ਤੇ ਗੁਰਦੁਆਰੇ ਬਣੇ ਹੋਆ, ਉਹਨਾਂ ਦੀ ਹੁਣ ਭਗਤ ਰਵਿਦਾਸ ਜੀ ਦੇ ਨਾਂ ਦੇ ਉੱਤੇ ਗੁਰਦੁਆਰੇ ਜਿਹੜੇ ਅੱਧੋਂ ਵੱਧ ਆ, ਉਹ ਤਾਂ ਇਹ ਕਹਿੰਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਸਿਰਫ ਇਹੀ ਆ, ਹਾਂਜੀ, ਠੀਕ ਹੈ, ਪਰ ਉਹਨਾਂ ਨੇ ਉਹਦੇ ਵਿੱਚ ਜਿਹੜਾ ਕੇਸ ਰੱਖਣੇ ਵਾਲਾ ਆ, ਸਿੱਖੀ ਵਾਲਾ, ਗੁਰਮਤ ਵਾਲਾ, ਹੋਰ ਕੋਈ ਵੀ ਪੱਖ ਨਹੀਂ ਰੱਖਿਆ। ਹਾਂਜੀ, ਠੀਕ ਹੈ, ਕਿ ਉਹ ਬੰਦੇ ਜਿਹੜੇ ਸਿਗਰਟਾਂ ਪੀਣੇ ਵਾਲੇ, ਗੁਰਦੁਆਰੇ ਦੇ ਅੰਦਰ ਸਾਰਾ ਕੁਝ ਮੂੰਨਾ, ਹਰ ਤਰ੍ਹਾਂ ਦਾ ਬੰਦਾ ਜਿਹੜਾ ਆ, ਹਾਂਜੀ, ਠੀਕ ਹੈ। ਹੁਣ ਉਹ ਗ੍ਰੰਥੀਆਂ ਤੱਕ ਕਿੱਦਾਂ ਜਾਣੀ, ਰਾਗੀਆਂ ਤੱਕ ਕਿੱਦਾਂ ਜਾਣੀ ਆ, ਸਟੇਜਾਂ ਦੇ ਉੱਤੇ ਵੀ ਕੋਈ ਲਿਮਟ ਨਹੀਂ ਹੈਗੀ। ਹੁਣ ਉਹ ਇੱਕ ਪਾਸੇ ਜਾਣੀ ਇਹ ਜਿਹੜਾ ਇਹਨਾਂ ਦਾ ਇਹ ਰੌਲਾ, ਹਾਂਜੀ, ਉਹਦੇ ਬਰਾਬਰ ਹੀ ਦੂਜੀ ਧਿਰ ਜਿਹੜੀ ਉਸੇ ਤਰੀਕੇ ਉਸੇ ਸ਼ਿੱਦਤ ਨਾਲ 10ਵੇਂ ਗ੍ਰੰਥ ਨੂੰ ਇੰਡੀਆ ਤੋਂ ਬਾਹਰ ਲੈ ਕੇ, ਬਿਲਕੁਲ ਚੋਰੀ ਛਿਪ ਕੇ ਉਹ ਟਕਸਾਲੀਆਂ ਦੇ ਗੁਰਦੁਆਰਿਆਂ ਵਿੱਚ, ਤੇ ਉਦਾਂ ਜਿਹੜੀਆਂ ਨਿਹੰਗ ਜਥੇਬੰਦੀਆਂ, ਗੱਤਕੇ ਵਾਲੀਆਂ ਸੰਸਥਾਵਾਂ, ਇਦਾਂ ਦੀਆਂ ਸੰਸਥਾਵਾਂ ਬਣਾਈਆਂ ਉਹਨਾਂ ਰਾਹੀਂ ਘਰਾਂ, ਜਿੱਦਾਂ ਸਾਧ ਸੰਪਟ ਪਾਠਾਂ ਨੂੰ ਲੈ ਕੇ ਘਰਾਂ ਦੇ ਵਿੱਚ ਲੋਕਾਂ ਦੇ ਗਏ ਆ, ਹਾਂਜੀ, ਇਦਾਂ ਹੀ ਇਹ ਅੰਮ੍ਰਿਤ ਬਾਣੀ ਨੂੰ ਲੈ ਕੇ, ਤੇ ਇਹ ਨਿਹੰਗ ਤੇ ਟਕਸਾਲੀ 10ਵੇਂ ਗ੍ਰੰਥ, ਇਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਨੂੰ ਢਾਹ ਲੱਗਣ ਦੇ ਲਈ ਕਰਾ ਕੌਣ ਰਿਹਾ ਆ, ਉਹ ਕਰਨੇ ਵਾਲਿਆਂ ਨੂੰ ਵੀ ਸਮਝ ਨਹੀਂ ਹੈਗੀ। ਤੇ ਹੋ ਜਾਣੀ ਕਿਤੇ ਨਾ ਕਿਤੇ ਜਦੋਂ ਨਾ ਤੁਸੀਂ ਆਪਣੇ ਬੱਚਿਆਂ ਨੂੰ ਦੇਖ ਲਓ, ਹਾਂਜੀ, ਜਦੋਂ ਪਤੀ ਪਤਨੀ ਦੀ ਰਿਲੇਸ਼ਨ ਦੇ ਵਿੱਚ ਦੇਖ ਲਓ, ਠੀਕ ਹੈ, ਜਦੋਂ ਮੰਨ ਲਓ ਕੋਈ 2-4 ਮੁੰਡੇ ਕਿਸੇ ਹਸਬੈਂਡ ਨੂੰ, ਵਿਆਹੇ ਹੋਏ ਮੁੰਡੇ ਨੂੰ, ਹਾਂਜੀ, ਇਹ ਕਹਿੰਦੇ ਵੀ ਆ ਜਾ ਆਪਾਂ ਕਲੱਬ ਜਾ ਕੇ ਆਈਏ, ਠੀਕ ਹੈ, ਤੇ ਆ ਜਾ ਆਪਾਂ ਫਲਾਨੀ ਜਗ੍ਹਾ ਮੇਲੇ 'ਚ ਜਾ ਕੇ ਆਈਏ, ਹਾਂਜੀ, ਕੱਲੇ, ਉਹ ਉਹਨੂੰ ਉਸ ਵੇਲੇ ਐਨਕਰੇਜ ਕਰ ਰਹੇ ਹੁੰਦੇ ਆ ਨਜਾਇਜ਼ ਰਿਸ਼ਤਾ ਪਾਲਣ ਦੇ ਲਈ। ਸਮਾਜ ਦੇ ਵਿੱਚ ਜਿੱਦਾਂ ਸਮਾਜ ਵਿਕਸਿਤ ਹੋ ਰਿਹਾ ਨਾ, ਪੈਸੇ ਪੱਖੋਂ, ਸਾਇੰਸ ਪੱਖੋਂ, ਫੈਸ਼ਨ ਪੱਖੋਂ, ਉਦਾਂ ਉਹਦੇ ਅੰਦਰ ਹੰਕਾਰ ਬਹੁਤ ਜ਼ਿਆਦਾ ਵੱਧ ਰਿਹਾ। ਹੰਕਾਰ ਵਧਣ ਦੇ ਨਾਲ ਸਭ ਤੋਂ ਪਹਿਲਾਂ, ਵੈਸੇ ਤਾਂ ਸਾਰੇ ਵਿਕਾਰ ਜਿਹੜੇ ਆ ਉਹ ਇੱਕ ਦੂਜੇ ਨਾਲ ਇਦਾਂ ਜੁੜੇ ਹੋਏ ਆ ਨਾ, ਇਹਨਾਂ ਨੂੰ ਇਕੱਲੇ ਕਰਨਾ ਬਹੁਤ ਔਖਾ ਆ। ਹੰਕਾਰ, ਕਾਮ, ਲੋਭ, ਮੋਹ, ਕ੍ਰੋਧ। ਹੁਣ ਜਦੋਂ ਨਾ ਕੋਈ ਬੰਦਾ ਚੰਗਾ ਗੁਣਵਾਨ ਹੋ ਜਾਂਦਾ, ਹਾਂਜੀ, ਮੰਨ ਲਓ ਚੰਗਾ ਬੁਲਾਰਾ ਹੋ ਗਿਆ, ਚੰਗਾ ਪਲੇਅਰ ਹੋ ਗਿਆ, ਹਾਂਜੀ, ਚੰਗੇ ਪੈਸੇ ਵਾਲਾ ਹੋ ਗਿਆ, ਕੁਝ ਗੁਣ ਆ ਗਿਆ ਉਹਦੇ ਵਿੱਚ, ਜਿਹਦੀ ਚ ਉਹਦੀ ਪ੍ਰਤਿਸ਼ਠਾ ਬਣ ਗਈ, ਉਸ ਵੇਲੇ ਈਗੋ ਆਉਂਦੀ ਆ। ਈਗੋ ਦੇ ਵਿੱਚ, ਹੰਕਾਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਵਿਕਾਰ ਆ ਕੇ ਘੇਰਦਾ ਨਾ, ਹਾਂਜੀ, ਹੰਕਾਰ ਤਾਂ ਪਹਿਲਾਂ ਆ ਕੇ ਵਹਿ ਗਿਆ, ਉਹ ਤੋਂ ਬਾਅਦ ਸਭ ਤੋਂ ਪਹਿਲਾਂ ਕਾਮ ਆ ਕੇ ਡੇਰਾ ਲਾਉਂਦਾ, ਠੀਕ ਆ, ਉਹਦੇ ਅੰਦਰ ਨਜਾਇਜ਼ ਰਿਸ਼ਤਾ ਪਾਲਣ ਦੀ ਬਿਰਤੀ ਜਿਹੜੀ ਆ ਉਹ ਪਲਦੀ ਆ ਜੀ। ਹੁਣ ਉਹ ਤੋਂ ਬਾਅਦ ਜਦੋਂ ਉਹ ਹੋਇਆ, ਉਹ ਤੋਂ ਬਾਅਦ ਉਹਦਾ ਲੋਭ ਵੀ ਆਉਣਾ ਫਿਰ, ਹਾਂਜੀ, ਠੀਕ ਹੈ, ਉਸ ਰਿਸ਼ਤੇ ਲਈ ਮੋਹ ਵੀ ਆਉਣਾ ਆ, ਹਾਂਜੀ, ਜੇ ਉਹ ਪੂਰਾ ਹੋਣ ਦੇ ਰਾਹ ਵਿੱਚ ਰੁਕਾਵਟ ਆਈ, ਹਾਂਜੀ, ਤਾਂ ਕ੍ਰੋਧ ਵੀ ਨਹੀਂ ਆਉਣਾ,
ਠੀਕ ਹੈ। ਹੁਣ ਇਦਾਂ ਹੀ ਮੰਨ ਲਓ ਕਿਸੇ ਨੂੰ ਮੋਹ ਹੋ ਗਿਆ ਹਾਂਜੀ ਆਪਣੀ ਪਤਨੀ ਨਾਲ, ਬੱਚਿਆਂ ਨਾਲ, ਹੋਰ ਕਿਸੇ ਔਰਤ ਨੂੰ ਮਰਦ ਨਾਲ, ਜਿੱਥੇ ਮੋਹ ਹੋ ਗਿਆ ਹਾਂਜੀ ਉਹ ਮੋਹ ਦਾ ਲਾਲਚ ਵੀ ਆਉਣਾ ਆ, ਜਾਂ ਠੀਕ ਹੈ, ਉਹਦਾ ਹੰਕਾਰ ਵੀ ਹੋਣਾ ਆ। ਹਾਂਜੀ ਹੁਣ ਚਾਹੀਦਾ ਜਦੋਂ ਨਜਾਇਜ਼ ਰਿਸ਼ਤੇ ਪਲਦੇ, ਜਦੋਂ ਵਿਕਾਰ ਆਉਂਦਾ ਕੋਈ ਵੀ ਵਿਕਾਰ, ਜਾਂ ਉਹਦੇ ਵਿੱਚ ਚਾਹੀਦਾ ਤਾਂ ਇਹ ਆ ਵੀ ਕਿਉਂਕਿ ਉਹ ਨਜਾਇਜ਼ ਆ, ਹਾਂਜੀ ਕਿਉਂਕਿ ਹਰੇਕ ਨੂੰ ਪਤਾ ਵੀ ਚਾਹੀਦਾ ਨਹੀਂ ਜਾਂ ਹਨਾ। ਹੁਣ ਲੋਭ ਆ, ਸਵਾਰਥ ਵੱਧ ਗਿਆ ਬੰਦੇ ਦਾ, ਹਾਂਜੀ ਬੰਦੇ ਨੂੰ ਇੰਨੀ ਗੱਲ ਦਾ ਪਤਾ ਆ ਕਿ ਸਵਾਰਥ ਚਾਹੀਦਾ ਨਹੀਂ ਜੀ, ਇਹ ਚੰਗੀ ਗੱਲ ਨਹੀਂ, ਸਮਾਜ 'ਚ ਪ੍ਰਵਾਨ ਨਹੀਂ ਕੀਤਾ ਜਾਂਦਾ। ਜਦੋਂ ਲੋੜ ਤੋਂ ਵੱਧ ਮੋਹ ਹੋ ਗਿਆ, ਹਾਂਜੀ ਪਤਾ ਹੈ ਵੀ ਚਾਹੀਦਾ ਨਹੀਂ, ਜਾਂ ਜਦੋਂ ਕਿਸੇ ਗੱਲ ਦਾ ਹੰਕਾਰ ਹੋਣ ਲੱਗਾ ਫਿਰ ਬੰਦਾ ਉਹਨੂੰ ਛੁਪਾ ਕੇ ਰੱਖੇ, ਪਰ ਉਹਦਾ ਸਵਾਦ ਨਹੀਂ ਆਉਂਦਾ ਜਿੰਨਾ ਚਿਰ ਉਹ ਦਿਖਾਲੇ ਨਾ ਬਾਕੀਆਂ, ਜਾਂ ਉਹ ਫਿਰ ਸਾਰੇ ਪੜਦੇ ਪਾੜ ਕੇ ਬਾਹਰ ਨਿਕਲਦਾ ਜੀ, ਠੀਕ ਹੈ। ਹੁਣ ਜਦੋਂ ਬਾਹਰ ਜਾਣ ਲੱਗਦਾ ਆ ਉਦੋਂ ਆਪਣੇ ਨਾਲ ਹੋਰ ਜਿਹੜਾ ਆਲਾ ਦੁਆਲਾ ਜਿਹੜਾ ਸਾਰਾ ਘਸੀਟ ਕੇ ਲੈ ਕੇ ਆਉਂਦਾ। ਹੁਣ ਇਹ ਥਿਊਰੀ ਜਿਹੜੀ ਆ ਉਹ ਤਾਂ ਇਹੀ ਆ ਕਿ ਜਿੰਨੇ ਵੀ ਵਿਕਾਰ ਆ ਉਹ ਇਕੱਲੇ ਨਹੀਂ ਹੁੰਦੇ। ਹੁਣ ਉਹ ਤੋਂ ਬਾਅਦ ਉਹਦੇ ਨਾਲ, ਇਹ ਤਾਂ ਪੰਜਾਂ ਦੀ ਗੱਲ ਆ ਨਾ, ਉਹ ਤੋਂ ਬਾਅਦ ਈਰਖਾ, ਸਾੜਾ, ਬਦਲੇ ਦੀ ਭਾਵਨਾ, ਹਨਾ, ਜਿੰਨੀ ਤ੍ਰਿਸ਼ਨਾ ਵੱਧਦੀ ਆ ਜੀ ਉਹ ਤਾਂ ਗੱਲੇ ਹੀ ਛੱਡ ਦਿਓ ਤੁਸੀਂ ਨਾ। ਜਿੰਨਾ ਫੁਕਰਾਪਣ ਆਉਂਦਾ ਆ, ਫੜਾ ਮਰਨ ਦੀ ਬਿਰਤੀ ਬਲਵਾਨ ਹੁੰਦੀ ਆ ਹਨਾ। ਫਿਰ ਜਿੰਨਾ ਬੰਦਾ ਕੰਮ ਚੋਰ ਬਣਦਾ ਉਹਦੇ ਨਾਲ, ਠੀਕ ਆ, ਜਿੰਨਾ ਆਲਸੀ ਹੁੰਦਾ, ਜਿੰਨਾ ਕੰਮ ਤੋਂ ਜਿਹੜੀ ਕੰਮਾਂ ਦੀ ਲੋੜ ਆ ਉਹਨਾਂ ਨੂੰ ਛੱਡ ਕੇ ਨਿਕੰਮੇ ਪਾਸੇ ਨੂੰ ਗਿਰਦਾ ਆ, ਬਿਲਕੁਲ ਠੀਕ ਹੈ, ਉਹ ਆਪਣੇ ਆਪ ਚ ਗਰਕਦਾ ਹੀ ਜਾਂਦਾ। ਤੇ ਹੁਣ ਇਹ ਜਿਹੜੀਆਂ 10 ਗ੍ਰੰਥ ਵਰਗੀਆਂ ਲਿਖਤਾਂ ਆ ਇਹ ਤੁਹਾਨੂੰ ਧੱਕ ਕੇ ਵਿਕਾਰਾਂ ਵੱਲ ਨੂੰ, ਉਸ ਦਰਵਾਜ਼ੇ ਵੱਲ ਨੂੰ ਧੱਕ ਕੇ ਕਰਦੀਆਂ ਜਿੱਥੇ ਇਹ ਜੰਗਲ ਬਣਿਆ ਹੈ, ਜਿਹੜੀਆਂ ਇੱਕ ਵਾਰੀ ਜਕੜ ਲੈਣੀਆਂ ਫਿਰ ਮੁੜ ਕੇ ਛੱਡਦੀਆਂ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਸੀਂ ਗੱਲ ਕਰਦੇ ਸੀ ਉਹਦੇ ਲਈ ਇਹ ਸਾਰੀਆਂ ਧਿਰਾਂ ਬਰਾਬਰ ਦੀਆਂ ਜ਼ਿੰਮੇਵਾਰ ਆ, ਠੀਕ ਹੈ। ਉਹ ਜਦੋਂ ਕਰਕੇ ਨਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ, ਜਿੱਦਾਂ ਮੈਂ ਕਹਿੰਦਾ ਸੀਗਾ ਵੀ ਜਿਹੜਾ ਵਿਆਹਿਓ ਲੜਕੀ ਨੂੰ ਜਾਂ ਵਿਆਹੀ ਹੋਈ ਲੜਕੀ ਨੂੰ ਜਦੋਂ ਕੋਈ ਉਸ ਪਾਸੇ ਲੈ ਕੇ ਜਾ ਰਿਹਾ ਆ ਜਿੱਥੇ ਮੁੰਡਿਆਂ ਖੁੰਡਿਆਂ ਦਾ ਕੰਮ ਆ, ਅਣਵਿਆਹਿਆਂ ਦਾ ਕੰਮ ਆ, ਉਸ ਵੇਲੇ ਉਹਨੂੰ ਉਹ ਹੱਲਾਸ਼ੇਰੀ ਦੇ ਰਿਹਾ ਹੁੰਦਾ ਵੀ ਨਜਾਇਜ਼ ਰਿਸ਼ਤਾ ਕੋਈ ਗੁਨਾਹ ਨਹੀਂ ਹੈ, ਇੱਥੇ ਕੁਛ ਇਦਾਂ ਥੋੜੀ ਵੀ ਅਸੀਂ ਰਿਸ਼ਤਾ ਬਣਾ ਥੋੜੀ ਲੈਣਾ, ਜਸਟ ਆਪਾਂ ਸਵਾਦ ਲੈਣਾ, ਫਨ ਆ ਹਨਾ। ਪਰ ਉਹਦੇ ਚ ਹੁਣ ਪ੍ਰੋਬਲਮ ਵੱਡੀ ਇਹ ਬਣਦੀ ਆ ਵੀ ਹਰ ਜਿਹੜਾ ਆਪੋਜ਼ਿਟ ਸੈਕਸ, ਮੇਲ ਤੇ ਫੀਮੇਲ ਦਾ ਸੰਬੰਧ ਆ ਨਾ, ਉਹ ਕਹਿੰਦੇ ਵੀ ਜਦੋਂ ਨਾ ਕੋਈ ਕਿਸੇ ਨੂੰ ਸੁਣਨਾ ਪਸੰਦ ਕਰਦਾ, ਕਿਸੇ ਨੂੰ ਦੇਖਣਾ ਪਸੰਦ ਕਰਦਾ, ਠੀਕ ਹੈ, ਵੀ ਕਿਸੇ ਨੂੰ ਮਿਲਣਾ ਪਸੰਦ ਕਰਦਾ, ਉਹ ਜਿਹੜੀ ਪਸੰਦ ਆ ਨਾ ਆਪਣੇ ਆਪ ਦੇ ਵਿੱਚ ਦੋਹਾਂ ਦੇ ਵਿੱਚ 50% ਰਿਸ਼ਤਾ ਉਸਾਰ ਦਿੰਦੀ ਆ, ਠੀਕ ਹੈ, ਪਹਿਲੀ ਸੱਟੇ, ਠੀਕ ਹੈ, ਜਦੋਂ ਚੰਗਾ ਲੱਗਾ ਨਾ ਕੁਛ 50% ਰਿਸ਼ਤਾ ਜਿਹੜਾ ਆ ਉਹ ਹੋ ਗਿਆ, ਠੀਕ ਹੈ, ਔਰਤ ਮਰਦ ਦਾ, ਠੀਕ ਹੈ, ਠੀਕ ਹੈ। ਹੁਣ ਉਹ ਤੋਂ ਬਾਅਦ ਜੇ ਸਾਵਧਾਨੀ ਨਾ ਵਰਤੀ, ਜਦੋਂ 50 ਤੋਂ 51 ਹੋ ਗਿਆ ਤੇ ਸਮਝ ਲਓ ਗਰਕ ਗਿਆ ਕੰਮ, ਤੇ ਜੇ ਸਾਵਧਾਨੀ ਵਰਤ ਕੇ 50 ਤੋਂ 49, 48, 47, 46 ਪਿੱਛੇ ਨੂੰ ਮੁੜ ਗਏ, ਫਿਰ ਬਚ ਗਏ। ਇਹ ਨੈਚੁਰਲ ਆ। ਜਦੋਂ ਤੁਹਾਡੇ ਸਾਹਮਣੇ ਉਹ ਪ੍ਰੋਬਲਮ ਆ ਜੇ ਉਸ ਟਾਈਮ ਤੁਸੀਂ ਕਿੱਦਾਂ ਕੰਟਰੋਲ ਕਰਨਾ ਸਾਰਾ ਡਿਸਕਸ, ਜਦੋਂ ਨਾ ਤੁਸੀਂ ਗਾਹਾਂ ਨਿਕਲਣਾ, ਹੁਣ ਕੋਈ ਵਧੀਆ ਰਾਗੀ ਆ, ਵਧੀਆ ਸਵਾਲ ਇਹ ਨਹੀਂ ਹੈਗਾ ਵੀ ਇਹ ਤਾਂ ਅੰਮ੍ਰਿਤਧਾਰੀ ਆ, ਇਦਾਂ ਤੋਂ ਇਹਦੀ ਤਾਂ ਚਿੱਟੀ ਦਾੜੀ ਆ, ਇਦਾਂ ਇਹ ਤਾਂ ਵਿਆਹ ਆ, ਇਹਦੀ ਤਾਂ ਕੁੜੀ ਵਿਆਹਣੇ ਵਾਲੀ ਆ, ਇਹ ਸਵਾਲ ਨਹੀਂ ਹੈਗੇ, ਨਾ 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 ਨਾ। ਇਹ ਤਾਂ ਉਹ ਜਿੱਥੇ ਨਾ ਗੁਰਬਾਣੀ ਕਹਿੰਦੀ ਆ ਵੀ ਅਜਹੁ ਸੁਨਾਓ ਸਮੁੰਦ ਮੈਂ, ਉਹ ਇਸ ਕਰਕੇ ਨਹੀਂ ਹੈ ਕਿ ਵੀ ਸਰੀਰ ਦੇ ਮਰਨ ਕਰਕੇ ਆ, ਨਹੀਂ ਵਿਕਾਰਾਂ ਕਰਕੇ ਆ। ਸਭ ਤੋਂ ਛੇਤੀ ਵਿਕਾਰ ਜਿਹੜਾ ਘੇਰਦਾ ਨਾ ਉਹ ਕਾਮ ਆ, ਉਹ ਕਾਮ ਆ, ਜਿਸ ਕਰਕੇ ਅਸੀਂ ਤ੍ਰਿਆ ਚਰਿਤਰ ਦੇ ਉੱਤੇ ਰੌਲਾ ਪਾਉਂਦੇ ਵੀ ਜਿਹੜੇ ਬੰਦੇ ਗੱਲਾਂ ਮਾਰਦੇ ਨਾ, ਝੂਠ ਬੋਲਦੇ ਆ, ਉਹ ਰੌਲਾ ਪਾਉਂਦੇ ਆ, ਬਿਲਕੁਲ, ਉਹਨਾਂ ਨੂੰ ਉਹ ਲੁਕੋ ਰਹੇ ਆ ਇਸ ਗੱਲ ਨੂੰ, ਠੀਕ ਹੈ। ਜਦੋਂ ਨਾ ਤੁਸੀਂ ਪ੍ਰੈਕਟੀਕਲੀ ਦੇਖਣੀ ਆ, ਕਿਸੇ ਹਸਬੈਂਡ ਵਾਈਫ ਦਾ ਰਿਸ਼ਤਾ ਦੇਖ ਲਓ ਦੁਨੀਆ 'ਚ ਕਿਸੇ ਦਾ, ਜਦੋਂ ਉੱਥੇ ਨਾ YouTube ਦੇ ਉੱਤੇ ਇੰਨੀਆਂ ਕੁ ਵੀਡੀਓ ਪਈਆਂ ਆ ਜਿਹੜੇ ਫੇਕ ਪ੍ਰੈਂਕ ਕਰਦੇ ਆ, ਵੀ ਉਹ ਜਿੱਦਾਂ ਹੁਣ ਕੁੜੀ ਤਾਂ ਮੁੰਡਾ ਬੈਠੇ ਆ, ਹਨਾ, ਉਹ ਹਸਬੈਂਡ ਵਾਈਫ ਆ ਜਾਂ ਗਰਲਫ੍ਰੈਂਡ ਬॉयਫ੍ਰੈਂਡ ਆ, ਈਵਨ ਗੋਰਿਆਂ ਦੇ, ਹਨਾ, ਉਹ ਬੈਠੇ ਆ ਕੁਛ ਖਾ ਪੀ ਰਹੇ ਆ। ਹੁਣ ਇੱਕ ਕੁੜੀ ਆਈ ਆ, ਉਹਨੂੰ ਅੱਧੇ ਕੱਪੜੇ ਪਾਏ ਹੋਆ, ਆ ਕੇ ਜਾਨੀ ਮੁੰਡੇ ਵਾਲੇ ਪਾਸੇ ਨਾਲ ਜੁੜ ਕੇ ਬਹਿ ਗਈ, ਤਾਂ
ਹਨਾ। ਤੇ ਉੱਥੇ ਜਾਣੀ ਬੰਦੇ ਨੂੰ ਤਾਂ ਕੁਛ ਨਹੀਂ ਹੋ ਰਿਹਾ, ਉਹ ਤਾਂ ਬੈਠਾ ਫਿਰ ਠੀਕ ਹੈ ਸਵਾਰੀ ਬਹਿ ਗਏ ਨਾਲ, ਮੈਨੂੰ ਕੀ ਆ। ਫਿਰ ਜਿੱਦਾਂ ਔਰਤ ਨੇ ਚੀਕਾ ਮਾਰਦੀ ਨਾ ਔਰਤ ਉਸ ਵੇਲੇ, ਫਿਰ ਤੂੰ ਇੱਥੇ ਕਾਤੇ ਬੈਠੀ ਆ, ਤੂੰ ਪਰੇ ਹੋ, ਹਨਾ। ਇਦਾਂ ਹੀ ਹੁਣ ਕੋਈ ਬੰਦਾ ਆਉਂਦਾ ਆ, ਉਹ ਜੇ ਔਰਤ ਵਾਲੇ ਪਾਸੇ ਬਹਿ ਜਾਂਦਾ ਜੋੜ ਕੇ, ਤੇ ਬੰਦੇ ਨੂੰ ਖਿੱਚ ਆਉਂਦੀ, ਤੂੰ ਪਰੇ ਮਰ ਜਾ ਕੇ, ਮੇਰੀ ਤੀਵੀਂ ਨਾਲ ਕਦੇ ਖੇਡਣਾ ਤੂੰ, ਬਿਲਕੁਲ ਹਨਾ। ਹੁਣ ਅੰਦਰ ਹਰੇਕ ਦੇ ਰਿਸ਼ਤੇ ਦੇ ਵਿੱਚ ਇਹ ਕਿਤੇ ਨਾ ਕਿਤੇ ਅੰਦਰ ਬੈਠੀ ਆ, ਜਿਹੜਾ ਨਾ ਆਪਣੇ ਰਿਸ਼ਤੇ ਵਿੱਚ ਮਰਦ ਜਾਂ ਔਰਤ ਦੂਜੇ ਨੂੰ ਖੁੱਲ੍ਹ ਦੇ ਰਿਹਾ ਆ, ਖੁੱਲ੍ਹ ਜਾਣ ਦੀ ਤਾਂ ਚਾਹੀਦੀ ਆ, ਕਿਉਂਕਿ ਪਿਆਰ ਦੇ ਵਿੱਚ ਵੀ ਉਹ ਕਹਿੰਦੇ ਵੀ ਜਿੰਨਾ ਵੀ ਤੁਸੀਂ ਨਾ ਜਿੰਨੀਆਂ ਬਾਗਾਂ ਖੁੱਲੀਆਂ ਛੱਡਦੇ ਆ, ਜੇ ਪਿਆਰ ਆ ਤਾਂ ਉਹਨਾਂ ਬਾਉਂਸ ਹੋ ਕੇ ਮੁੜ ਕੇ ਆਉਂਦਾ, ਠੀਕ ਹੈ। ਪਰ ਜੇ ਕੋਈ ਇਦਾਂ ਨਜਾਇਜ਼ ਰਿਸ਼ਤੇ ਲਈ, ਨਜਾਇਜ਼ ਸੰਬੰਧਾਂ ਲਈ, ਨਜਾਇਜ਼ ਥਾਂ ਤੇ ਜਾਣ ਲਈ ਜੇ ਕੋਈ ਦੂਜੇ ਨੂੰ ਖੁੱਲ੍ਹ ਦੇ ਰਿਹਾ ਆ, ਉਹਦਾ ਮਤਲਬ ਇਹ ਆ ਵੀ ਉਹ ਆਪ ਕਿਤੇ ਰਿਸ਼ਤਾ ਉਸਾਰ ਰਿਹਾ ਆ, ਉਹਨੂੰ ਇਸ ਗੱਲੋਂ ਸੁਵਿਧਾ ਮਿਲ ਰਹੀ ਆ ਵੀ ਜੇ ਇਹ ਇਦਾਂ ਜਾਇਆ ਵੀ ਨਾ ਇੰਨਾ ਤੇ ਮੈਨੂੰ ਟੋਕਣੋਂ ਹਟ ਜਾਓ, ਬਸ ਜਦੋਂ ਮੈਂ ਜਾਊਂਗਾ ਫਿਰ ਮੈਨੂੰ ਨਾ ਕਹੋ, ਜੇ ਖੁੱਲ੍ਹ ਦੇ ਰਿਹਾ। ਨਹੀਂ ਤਾਂ ਅੰਦਰ ਹਰੇਕ ਦੇ ਅੰਦਰ ਜਿੱਥੇ ਰਿਸ਼ਤਾ ਆ, ਉੱਥੇ ਹਰੇਕ ਦੇ ਅੰਦਰ ਇਸ ਗੱਲ ਦਾ ਫਿਕਰ ਆ। ਹੁਣ ਇਹ ਜਦੋਂ ਹੁਣ ਲੋਭ ਦੀਆਂ ਗੱਲਾਂ ਆ ਨਾ, ਲੋਭ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ ਤੁਸੀਂ, ਲੋਭ ਇੰਨੀ ਛੇਤੀ ਉਛਲ ਕੇ ਸਾਹਮਣੇ ਨਹੀਂ ਆਉਂਦਾ, ਕਿਉਂਕਿ ਹਰੇਕ ਬੰਦੇ ਨੂੰ ਇਹ ਡਰ ਆ ਆਲੇ ਦੁਆਲਿਓ, ਠੀਕ ਆ। ਲੋਭ ਅੱਖਾਂ ਰਾਹੀਂ ਨਹੀਂ ਅੰਦਰ ਵੜ ਜਾਂਦਾ, ਵਿਚਾਰ ਭਾਵੇਂ ਤੁਹਾਡੇ ਅੰਦਰ ਆਊਗਾ। ਜਿਹੜਾ ਕਾਮ ਆ ਨਾ, ਇਹ ਰਿਸ਼ਤਾ ਬਹੁਤ ਛੇਤੀ ਉਸਰਦਾ ਆ, ਬਹੁਤ ਛੇਤੀ ਉਸਰਦਾ ਆ, ਕਿਉਂਕਿ ਕੁਦਰਤ ਨੇ ਇੱਕ ਦੂਜੇ ਨੂੰ, ਹੁਣ ਜੇ ਤੁਹਾਨੂੰ ਕਿਸੇ ਦੀ ਕਾਰ ਦਾ ਲੋਭ ਹੋ ਗਿਆ, ਹੁਣ ਤੁਹਾਨੂੰ ਪਤਾ ਵੀ ਮੈਂ ਕਾਰ ਚੱਕੀ, ਜੇ ਮੈਂ ਕਾਰ ਵਾਲ ਨੂੰ ਦੇਖਿਆ 2 ਵਾਰੀ, ਕਾਰ ਨੇ ਆਪਣੇ ਆਪ ਥੋੜੋ ਆ ਜਾਣਾ, ਮਿਹਨਤ ਕਰਨੀ ਪੈਣੀ ਉਹਦੇ ਵਾਸਤੇ, ਤਾਂ ਚੋਰੀ ਕਰਨੀ ਪਊ। ਹੁਣ ਚਲਾਉਣੀ ਚਾਬੀ ਕਿੱਥੋਂ ਲੈਣੀ ਆ, ਜੇ ਅਲਾਰਮ ਲੱਗਾ ਅਲਾਰਮ ਬੋਲ ਪੈਣਾ। ਹੁਣ ਜਦੋਂ ਔਰਤ ਆ ਕਿਸੇ ਦੀ, ਜੇ ਬੰਦਾ ਆ, ਹੁਣ ਔਰਤ ਨੂੰ ਬੰਦਾ ਸੋਹਣਾ ਲੱਗਾ, ਬੰਦੇ ਤੇ ਅਲਾਰਮ ਥੋੜੋ ਲੱਗਾ ਆ। ਹੁਣ ਜਿੱਦਣ ਤਾਂ ਤੀਵੀਂ ਦੇ ਨਾਲ ਫਿਰਦਾ ਆਪਣੀ ਵਹੁਟੀ ਨਾਲ, ਉਦਣ ਤਾਂ ਅਗਲੀ ਨੇ ਮੰਨ ਲਓ ਦੇਖਿਆ, ਉਹ ਅੱਖ ਬਚਾ ਗਿਆ, ਤੇ ਜਦੋਂ ਉਹਨੂੰ ਪਤਾ ਲੱਗਾ ਵੀ ਨਹੀਂ ਇੰਟਰਸਟਡ ਆ ਮੇਰੇ ਚ, ਜਦੋਂ ਕੱਲੇ ਨੂੰ ਕਹੂਗੀ ਕੁਛ, ਫਿਰ ਉੱਥੇ ਅਲਾਰਮ ਥੋੜੀ ਲੱਗਾ ਵੀ ਸਾਰੀ ਦੁਨੀਆ ਨੂੰ ਪਤਾ ਲੱਗ ਜਾਣਾ। ਅਗਲਾ ਵੀ ਭੈਣ ਜੀ ਗਿਆ ਕਿ ਹਾਂ ਭੈਣ ਜੀ ਬਿਲਕੁਲ, ਭੈਣ ਜੀ ਬਿਲਕੁਲ, ਠੀਕ ਆ। ਫਿਰ ਉਹ ਰਿਸ਼ਤਾ ਮੈਂ ਕਹਿੰਦਾ, ਚਾਹੇ ਕਥਾਕਾਰ ਆ, ਚਾਹੇ ਰਾਗੀ ਆ, ਚਾਹੇ ਕੋਈ ਸਾਡੇ ਵਰਗਾ ਰੇਡੀਓ ਤੇ ਬੈਠਾ ਆ, ਚਾਹੇ ਕੋਈ ਬਾਬਾ ਆ, ਹਰੇਕ ਦੇ ਅੰਦਰ ਇਸ ਰਿਸ਼ਤੇ ਦੀ ਸੰਭਾਵਨਾ ਆ, ਜਿਸ ਕਰਕੇ ਇਹ ਬਕਾਰ ਇੰਨਾ ਖਤਰਨਾਕ ਆ। ਜਦੋਂ ਮਸਕੀਨ ਵਰਗਾ ਬੰਦਾ ਇਹ ਕਹਿੰਦਾ ਨਾ ਵੀ ਜੇ ਲੋਭ ਤੇ ਗੱਲ ਹੋ ਸਕਦੀ ਆ, ਹੰਕਾਰ ਤੇ ਹੋ ਸਕਦੀ ਆ, ਉਹ ਮੂਰਖਾ ਲੋਭ ਦੀਆਂ ਗੱਲਾਂ ਕਿਸੇ ਦੀ ਤੀਵੀਂ ਦੇ ਨਾਲ ਬੈਠ ਕੇ ਜਿੰਨੀਆਂ ਮਰਜ਼ੀ ਕਰ ਲਾ, ਸਰੀਰ ਦੇ ਵਿੱਚ ਕੋਈ ਹਰਕਤ ਨਹੀਂ ਆਊਗੀ। ਕ੍ਰੋਧ ਦੀਆਂ ਗੱਲਾਂ ਜਿੰਨੇ ਮਰਜ਼ੀ, ਦੂਜੇ ਦੀ ਤੀਵੀਂ ਨੂੰ ਕੁੱਟ ਲਾ ਪਵਾਂ ਜਾ ਕੇ, ਡੰਡਾ ਲੈ ਕੇ ਕੁੱਟਦੇ ਕਿਸੇ ਦੀ ਕੁੜੀ ਨੂੰ, ਉਹਦਾ ਬਤ ਸਰੀਰ ਤੇ ਲਾਸ਼ਾਂ ਹੀ ਪਊਗੀਆਂ, ਪੁਲਿਸ ਵਾਲੇ ਰੋਕ ਲਊਗੇ, ਹਨਾ। ਹੁਣ ਕਿਸੇ ਦੀ ਕੁੜੀ ਕਿਸੇ ਦੀ ਤੀਵੀਂ ਦੇ ਕੋਲ ਕਾਮ ਦੀਆਂ ਗੱਲਾਂ ਕਰੇਗਾ, ਫੇਰ ਪਤਾ ਲੱਗ, ਫੇਕੀ ਵਾਪਰਨਾ ਪਤਾ। ਸਰੀਰ ਦੇ ਵਿੱਚ ਜਿਹਨੂੰ ਸ਼ੱਕ ਆ ਇਸ ਗੱਲ ਲਈ, ਜਿਹਨੂੰ ਲੱਗਦਾ ਮੈਂ ਕਹਿ ਨਹੀਂ ਸਕਦਾ ਜਾਣੀ, ਜਿਹੜੇ ਸਰੋਤੇ ਨੂੰ ਸ਼ੱਕ ਆ ਇਸ ਗੱਲ ਲਈ, ਉਹ ਕਿਸੇ ਹੋਰ ਨੂੰ ਆਪਣੇ ਨਾਲ, ਕੋਈ ਔਰਤ ਕਿਸੇ ਮਰਦ ਨੂੰ ਖੁੱਲ੍ਹ ਦੇ ਕੇ ਦੇਖੇ, ਪਰਾਏ ਮਰਦ ਨੂੰ ਆਪਣੇ ਨਾਲ ਗੱਲ ਕਰਨੀ ਦੀ, ਆਪ ਲਲਚਾਈ ਨਿਗਾਹ ਦੇ ਨਾਲ, ਲਲਚਾਈ ਬਿਰਤੀ ਨਾਲ ਉਹਦੇ ਨਾਲ ਗੱਲ ਕਰਕੇ ਦੇਖੇ, ਫਿਰ ਪਤਾ ਲੱਗਦਾ ਸਰੀਰ ਦੇ ਵਿੱਚ ਕੀ ਕੀ ਹਰਕਤ ਹੁੰਦੀ ਹੈ। ਬਿਲਕੁਲ ਬਿਲਕੁਲ ਜੀ, ਠੀਕ ਹੈ। ਉਹਦੇ ਲਈ ਕਿੱਦਾਂ ਦਿਮਾਗ ਸੋਚਦਾ ਆ, ਇਹ ਗੱਲ ਵੱਖਰੀ ਆ। ਉਹ ਇੱਕ ਦਿਨ ਕਹਿੰਦੇ ਸੀ ਨਾ, ਕਹਿੰਦੇ ਵੀ ਕਦੇ ਹੀਰ ਦੀ ਡੋਲੀ ਜਿਹੜੀ ਆ, ਹੁਣ ਦੁਨੀਆ ਦੀ ਕੋਈ ਵੀ ਕਹਾਣੀ ਜਿਹੜੀ ਆ, ਉਹ ਆਪਣੇ ਆਪ ਦੇ ਵਿੱਚ ਮੁਕੰਮਲ ਉਦੋਂ ਹੋਈ ਆ, ਇੰਟਰਸਟਡ ਉਦੋਂ ਬਣੀ ਆ, ਦੁਨੀਆ ਨੂੰ ਭਾਈ ਉਦੋਂ ਆ ਜਦੋਂ ਉਹ ਆਪਣੇ ਜਿੱਦਾਂ ਚਾਹੀਦੀ ਸੀ ਉੱਥੇ ਨਹੀਂ ਪਹੁੰਚੀ। ਉਹ ਜੇ ਪਹੁੰਚ ਗਈ ਉੱਥੇ ਤੇ ਕਹਾਣੀ ਕਾਹਦੀ ਰਹਿ ਗਈ। ਠੀਕ, ਇਦਾਂ ਦੀਆਂ ਕਹਾਣੀਆਂ ਹਰੇਕ ਦੀਆਂ ਹੀ ਆ। ਉਹ ਤੋਂ ਤਾਂ ਬਚਣ ਲਈ ਸਾਨੂੰ ਜਾਣੀ ਇੰਨੇ ਸਾਵਧਾਨ ਹੋਣਾ ਪੈਣਾ ਸਮਾਜ ਨੂੰ ਸੋਹਣਾ ਰੱਖਣ ਦੇ ਲਈ, ਹਰੇਕ ਜਣੇ ਨੂੰ। ਵੀ ਉਹ 50 ਤੋਂ 49 ਹਰ ਕੋਸ਼ਿਸ਼ ਜਿਹੜੀ ਆ ਨਾ ਤੁਹਾਡੀ, ਉਹ 50 ਤੋਂ 49 48 47 ਵੱਲ ਨੂੰ ਹੋਵੇ। ਜੇ ਤੁਸੀਂ 50 ਤੇ ਜਾ ਕੇ ਮਿਲ ਕੇ ਉਹ ਕੋਸ਼ਿਸ਼ ਤੁਹਾਡੀ 51 52 53 54 55 ਨੂੰ ਜਾਣ ਲੱਗ ਪਈ ਆ, ਫਿਰ ਤੁਸੀਂ ਕਹਿੰਦੇ ਸਮਾਜ ਵਿੱਚ ਬਚਾ ਨਹੀਂ ਹੋ ਰਿਹਾ। ਫਿਰ ਰੱਬ ਰੱਖਾ, ਫਿਰ ਰੱਬ ਰੱਖਾ। ਬਿਲਕੁਲ ਜੀ, ਠੀਕ ਹੈ। ਜਿਸ ਕਰਕੇ ਤ੍ਰਿਆ ਚਰਿੱਤਰ 10ਵੇਂ ਗ੍ਰੰਥ ਦਾ ਸੱਚ ਜਿਹੜਾ ਤੁਹਾਡੇ ਮੂਹਰੇ ਰੱਖਣ ਦੀ ਗੱਲ ਆ, ਉਹ ਇਸ ਕਰਕੇ ਆ ਵੀ ਇਹ ਤੋਂ ਇੰਨਾ ਜ਼ਿਆਦਾ ਬਚਣ ਦੀ ਲੋੜ ਆ ਸਾਨੂੰ। ਉਹ ਜਿੱਦਾਂ ਮਸਕੀਨ ਨੇ ਗੱਲ ਕਹੀ ਆ, ਜਿਹੜੀਆਂ ਇਹ ਕੱਲੀਆਂ ਇਹ ਗੱਲਾਂ ਕਹਿ ਕੇ ਨਹੀਂ ਸਰ ਜਾਣਾ ਵੀ ਭਾਈ ਕਾਮਾ ਸੂਤਰਾ ਦਾ ਅਲਥਾ ਆ, ਇਸ ਗ੍ਰੰਥ ਦਾ ਅਲਥਾ ਆ। ਠੀਕ ਆ। ਹੁਣ ਜੇ ਅਸੀਂ ਅੰਮ੍ਰਿਤ ਬਾਣੀ ਦੀ ਗੱਲ ਕਰਦੇ ਹਾਂ, ਜੇ ਅਸੀਂ ਇਹਨਾਂ ਦੇ ਸੰਪਟ ਪਾਠਾਂ ਦੀ ਗੱਲ ਕਰਦੇ ਹਾਂ, ਉਹ ਗੁਰੂ ਗ੍ਰੰਥ ਸਾਹਿਬ ਦੀ ਸ਼ਰੀਕਾਚਾਰੀ ਕਰ ਰਹੇ ਆ।
ਉਹਦੇ ਨਾਲ ਕੱਲਾ ਸਿਧਾਂਤਕ ਫਰਕ ਪੈ ਰਿਹਾ ਸਾਨੂੰ। ਹਾਂਜੀ, ਜੇ ਉਹ ਆਪਣੀ ਥਾਂ ਲੈ ਵੀ ਲੈਣ ਨਾ, ਮੰਨ ਲਓ ਬਰਾਬਰ ਖੜ ਜਾਣ, ਬਹੁਤ ਬੁਰਾ ਹੋਵੇ ਤੇ ਅਸੀਂ ਜਿਹੜੇ ਸਿੱਖ ਕਹਾਉਣੇ ਵਾਲੇ ਆ ਇਹ ਕਹਿ ਸਕਦੇ ਹਾਂ ਵੀ ਤੁਸੀਂ ਮੰਨ ਲਓ, ਅਸੀਂ ਨਹੀਂ ਮੰਨਦੇ। ਉਹਦੇ ਵਿੱਚ ਏਡਾ ਵੱਡਾ ਗੁਨਾਹ ਨਹੀਂ ਹੈਗਾ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਿਰੰਕਾਰੀਆਂ ਦਾ ਗ੍ਰੰਥ ਬਹਿ ਜਾਵੇ, ਆ ਕੇ ਪ੍ਰਕਾਸ਼ ਹੋ ਜਾਏ, ਉੱਥੇ ਕੋਈ ਏਡੀ ਵੱਡੀ ਪ੍ਰੋਬਲਮ ਨਹੀਂ ਹੈ। ਠੀਕ ਹੈ, ਗੱਲ ਨੂੰ ਟਕਸਾਲੀਆਂ ਨੂੰ ਬੇਨਤੀ ਆ, ਧਿਆਨ ਨਾਲ ਸੁਣ ਲਿਓ, ਕਟਾ ਵੱਢ ਕਰਨੀ ਆ ਤੁਸੀਂ ਕਰ ਲਿਓ, ਮੈਨੂੰ ਇਸ ਗੱਲ ਦੀ ਪ੍ਰੋਬਲਮ ਨਹੀਂ ਹੈ, ਪਰ ਆਪਣੇ ਕੋਸ਼ਿਸ਼ ਕਰ ਲਿਓ ਇੱਕ ਵਾਰੀ ਦਿਮਾਗ ਅੰਦਰ ਜਾ ਲੈਣ ਦਿਓ ਗੱਲ ਨੂੰ, ਕਿਉਂਕਿ ਜਦੋਂ ਤੁਸੀਂ ਸਾਡੀਆਂ ਗੱਲਾਂ ਦੀ ਕਟਾ ਵੱਢ ਕਰਕੇ ਗਾਹਾਂ ਦਿੰਨੇ ਆ, ਜਿਹੜੇ ਦਿਮਾਗ ਰੱਖਣੇ ਵਾਲੇ ਆ ਨਾ, ਜਿਹੜੇ ਸਮਝ ਰੱਖਣੇ ਵਾਲੇ ਆ, ਅਗਲੇ ਕਹਿੰਦੇ ਨਹੀਂ ਯਾਰ ਗੱਲ ਤਾਂ ਠੀਕ ਆ। ਬਿਲਕੁਲ ਠੀਕ ਆ। ਹੁਣ ਜੇ ਗੁਰੂ ਅੰਗਦ ਦੇਵ ਜੀ ਦੇ ਬਰਾਬਰ ਸ਼੍ਰੀ ਚੰਦ ਜਿੱਦ ਕਰ ਰਿਹਾ ਹੈ ਨਾ, ਗੱਦੀ ਤਾਂ ਮੈਨੂੰ ਚਾਹੀਦੀ ਆ, ਉੱਥੇ ਕੁਛ ਨਹੀਂ ਹੋ ਰਿਹਾ। ਉਹ ਸਾਰਾ ਹੀ ਕਰਤਾਰਪੁਰ ਛੱਡ ਕੇ ਖਡੂਰ ਚਲ ਗਏ, ਕੋਈ ਪ੍ਰੋਬਲਮ ਨਹੀਂ। ਠੀਕ ਹੈ, ਕਿਉਂਕਿ ਉਹ ਸ਼ਰੀਕਾਚਾਰੀ ਹੋਰ ਤਰ੍ਹਾਂ ਦੀ ਆ, ਉਹਨੂੰ ਛੱਡ ਕੇ ਜਾਇਆ ਜਾ ਸਕਦਾ ਆ। ਪਰ ਜਿਹੜੀ ਇਹ ਦਸਮ ਗ੍ਰੰਥੀ ਸ਼ਰੀਕਾਚਾਰੀ ਆ ਨਾ, ਇਹ ਬੜੀ ਖਤਰਨਾਕ ਆ, ਕਿਉਂਕਿ ਇੱਥੋਂ ਤੁਸੀਂ ਛੱਡ ਕੇ ਵੀ ਜਾਓਗੇ ਨਾ, ਜਿਹੜਾ ਤ੍ਰਿਆ ਚਰਿੱਤਰ ਨੇ ਤੁਹਾਡੇ ਦਿਮਾਗ ਦੇ ਵਿੱਚ ਬਾੜ ਦੇਣਾ ਉਹ ਨਾਲ ਲੈ ਕੇ ਜਾਣਾ, ਉਹ ਨਾਲ ਲਾਉਣਾ ਤੁਹਾਡੇ। ਠੀਕ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਲਿਜਾ ਸਕਦੇ ਆ, ਪਰ ਜਿਹੜਾ ਤੁਹਾਡੀ ਸੁਰਤ ਦੇ ਵਿੱਚ ਤ੍ਰਿਆ ਚਰਿੱਤਰ ਵੜ ਜਾਣਾ ਆ, ਉਹ ਨਹੀਂ ਛੁੱਟਣਾ ਤੁਹਾਤੋਂ। ਉਹਨੂੰ ਹਰੇਕ ਥਾਂ ਜਾ ਕੇ ਗੰਦ ਪਾਉਣਾ। ਹੁਣ ਉਹ ਰਿਸ਼ਤਾ ਕਿੱਦਾਂ ਦੇ ਰਿਸ਼ਤੇ ਉਸਰ ਰਹੇ ਆ, ਕਿੰਨਾ ਨੁਕਸਾਨ ਹੋ ਰਿਹਾ ਸਮਾਜ ਦੇ ਅੰਦਰ, ਬੜੀ ਸਾਡੇ ਲਈ ਬਹੁਤ ਫਿਕਰ ਵਾਲੀ ਗੱਲ ਹੋਣੀ ਚਾਹੀਦੀ ਆ। ਭਈ ਵੈਸੇ ਹੀ ਕਿੱਦਾਂ ਦੀ ਸੰਭਾਵਨਾ ਆ ਅੱਜ ਜਿੱਦਾਂ ਦਾ ਸਮਾਂ ਆ ਨਾ, ਉਹਦੇ ਵਿੱਚ ਭਈ ਹੁਣ ਬੱਚਿਆਂ ਲਈ ਤਾਂ ਉਦਾਂ ਹੀ ਫਿਕਰ ਪਿਆ ਆ। ਅਸੀਂ ਕਰਾਂਗੇ ਕਿੱਦਾਂ, ਜਿੰਨਾ ਡਰਿਆ ਹਰ ਬੰਦੇ ਨੂੰ ਇਹਨਾਂ ਰਿਸ਼ਤਿਆਂ ਦਾ, ਜਿੰਨੀ ਬੁਰੀ ਤਰ੍ਹਾਂ ਆਪ ਬੰਦਾ ਜਕੜਿਆ ਆ, ਉਹਦੇ ਵਿੱਚ ਤਾਂ ਉਹਨੂੰ ਹੁਣ ਅਖੰਡ ਕੀਰਤਨੀ ਜਥੇ ਵਾਲੇ ਆ, ਟਕਸਾਲ ਵਾਲੇ ਆ, ਜਿੰਨੀਆਂ ਕੋਸ਼ਿਸ਼ਾਂ ਇਹਨਾਂ ਦੀਆਂ ਬੱਚਿਆਂ ਨੂੰ ਕੀਰਤਨ ਸਿਖਾਉਣੇ ਦੀਆਂ, ਗੱਤਕਾ ਸਿਖਾਉਣੇ ਦੀਆਂ, ਬੱਚਿਆਂ ਦੇ ਆਪਣੇ ਕਲੱਬ ਬਣਾਉਣੇ ਦੀਆਂ, ਗੁਰਦੁਆਰਿਆਂ ਦੇ ਵਿੱਚ ਕਲਾਸਾਂ ਲਾਉਣੇ ਦੀਆਂ, ਸਾਰਿਆਂ ਦੇ ਪਿੱਛੇ ਇੱਕੋ ਹੀ ਡਰ ਆ। ਨਹੀਂ ਤਾਂ ਬੱਚਿਆਂ ਦੀ ਸਹੁੰ ਖਾ ਕੇ ਕੋਈ ਬੰਦਾ ਦੱਸੇ ਵੀ ਨਹੀਂ ਮੈਂ ਤਾਂ ਚਾਹੁੰਦਾ, ਕੋਈ ਬੰਦਾ ਇਹ ਕਹੇ ਵੀ ਮੈਂ ਲੜਕੀ ਨੂੰ ਚਾਹੁੰਦਾ ਵੀ ਕਵੀਸ਼ਰ ਬਣੇ ਉਹ, ਨਹੀਂ ਪਿੱਛੇ ਡਾਰੇ ਆ ਵੀ ਇਸ ਪਾਸੇ। ਹਾਂ, ਪਈ ਉਹ ਜੇ ਇਹ ਟਾਈਮ ਹੋਰ ਕਿਤੇ ਲਾਉਂਦੀ ਹੋਈ ਨਾ, ਉਹਨੂੰ ਤਿਲਕ ਜਾਣਾ, ਬਸ ਮੇਰੀ ਇੱਜ਼ਤ ਨਹੀਂ ਰਹਿਣੀ। ਉਸ ਦਾ ਫਿਕਰ ਪਿਆ ਹੋਇਆ ਵੀ, ਕਿਉਂਕਿ ਉਹ ਫਿਕਰ ਵਿੱਚੋਂ ਨਿਕਲ ਰਿਹਾ। ਜੇ ਉਸਾਰੀ ਵਿੱਚੋਂ ਨਿਕਲੇ ਨਾ ਉਹ, ਫਿਰ ਕੋਈ ਗੁਨਾਹ ਨਹੀਂ ਹੈ। ਸਿੱਖੀ ਜਿਹੜੀ ਆ ਉਹ ਤੁਹਾਡੇ ਕੀਰਤਨ ਸਿਖਾਉਣ ਦੇ ਰਾਹੀਂ, ਤੁਹਾਡੇ ਕਥਾ ਸਿਖਾਉਣ ਦੇ ਰਾਹੀਂ, ਤੁਹਾਡੇ ਢਾਡੀ ਬਣਾਉਣਾ, ਕਵੀਸ਼ਰ ਬਣਾਉਣਾ, ਗੱਤਕਾ ਸਿਖਾਉਣਾ, ਉਹ ਸਾਰੀਆਂ ਸਰੀਰ ਦੀਆਂ ਹਰਕਤਾਂ ਆ। ਉਹ ਦਿਮਾਗ ਦੇ ਵਿੱਚ ਸਿੱਖੀ ਨਹੀਂ ਜਾ ਰਹੀ। ਉਹ ਜੇ ਉਹਦੀ ਬਜਾਏ ਤੁਸੀਂ ਉਹਦੇ ਬੱਚੇ ਦੀ ਅੰਡਰਸਟੈਂਡਿੰਗ ਜਿਹੜੀ ਆ ਉਹਦੇ ਤਲ ਤੇ ਬੈਠੋ ਨਾ, ਉਹਦੇ ਨਾਲ ਡਿਸਕਸ਼ਨ ਕਰੋ ਨਾ, ਉਹ ਗੱਲਾਂ ਖੁੱਲ ਜਾਣ ਸਾਹਮਣੇ, ਉਹਨੂੰ ਆਜ਼ਾਦੀ। ਹੁਣ ਇਹ ਗੱਲਾਂ ਨਾਲ ਕੀ ਹੋ ਰਿਹਾ ਆ, ਜਿਹੜਾ ਡਰ ਅਸੀਂ ਕਹਿੰਦੇ ਆ ਨਾ, ਭਈ ਸੌਰੀ ਮੇਰੇ ਤੋਂ ਸ਼ੁਰੂ ਚ ਕਹਿ ਨਹੀਂ ਹੋਇਆ, ਬੱਚੇ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਆ ਉਹ ਇਹ ਪ੍ਰੋਗਰਾਮ ਤੋਂ ਗੁਰੇਜ਼ ਕਰਨ, ਮਾਪੇ ਖਿਆਲ ਕਰਨ, ਕਿਉਂਕਿ ਅੱਗੇ ਜਾ ਕੇ ਆਪਾਂ ਚਰਿੱਤਰ ਵੀ ਪੜ੍ਹਨਾ ਹੈ। ਜਿੱਦਾਂ ਨਾ ਇਹ ਸਾਨੂੰ ਲੱਗ ਰਿਹਾ ਆ, ਉਦਾਂ ਬੱਚਾ ਵੀ ਪਛਾਣ ਰਿਹਾ ਆ। ਕੋਈ ਵੀ ਰਿਲੇਸ਼ਨਸ਼ਿਪ ਜਿਹੜੀ ਆ ਉਹਦੇ ਚ ਜੇ ਮੰਨ ਲਓ ਪਤਨੀ ਆ, ਉਹ ਪਤੀ ਨੂੰ ਪੁੱਛਦੀ ਆ ਵੀ ਮੈਂ ਫਲਾਨੀ ਫਿਲਮ ਦੇਖਿਆ ਮੈਂ, ਠੀਕ ਆ। ਹੁਣ ਜਦੋਂ ਬੰਦਾ ਇਹ ਕਹਿੰਦਾ ਨਾ ਭਈ ਲੈ ਉੱਥੇ ਕੀ ਰੱਖਿਆ ਆ, ਉੱਥੇ ਕੀ ਕਰਨ ਜਾਣਾ, ਉਦੋਂ ਜ਼ਰੂਰੀ ਨਹੀਂ ਹੁੰਦਾ ਵੀ ਇਹੀ ਕਾਰਨ ਹੋਵੇ। ਠੀਕ ਆ, ਜਿਹੜੇ ਉਹਦੇ ਮਨ ਦੇ ਡਰ ਆ ਨਾ, ਉਹ ਔਰਤ ਨੂੰ ਪਤਾ ਲੱਗ ਜਾਂਦੇ ਆ ਵੀ ਕਿਉਂ ਕਹਿ ਰਿਹਾ, ਕਿਹੜੀ ਗੱਲੋਂ ਡਰ ਰਿਹਾ ਹੈ। ਠੀਕ ਹੈ, ਇਦਾਂ ਹੀ ਜਦੋਂ ਬੰਦਾ ਕਿਤੇ ਜਾਣ ਨੂੰ ਕਹਿੰਦਾ, ਜਦੋਂ ਔਰਤ ਕਹਿੰਦੀ ਆ ਵੀ ਉਹ ਜੇ ਹੁਣ ਮੰਨ ਲਓ ਕਿਤੇ ਬੰਦਾ ਚੱਲਾ ਗੁਰਦੁਆਰੇ ਕੰਮ ਕਰਨ, ਹੁਣ ਸੇਵਾ ਹੋਣ ਲੱਗੀ ਆ ਜਾ ਕੇ, ਵੀ ਜੀ ਗੁਰਦੁਆਰੇ ਬੂਟੇ ਲਾਉਣ ਲੱਗੇ ਆ, ਹਨਾ, ਉੱਥੇ ਬੰਦਾ ਘਰ ਵਾਲੀ ਨੂੰ ਕਹਿੰਦਾ ਵੀ ਹੁਣ ਘਰ ਵਾਲੀ ਕੋ 2 ਮਹੀਨੇ ਦੀ ਬੱਚੀ ਆ, ਹਨਾ, ਉਹਨੂੰ ਕਹਿੰਦਾ ਵੀ ਦਵਾਈ ਲਿਆਉਣੀ ਮੈਂ ਲੈ ਆਉਣਾ, ਤਾਂ ਮੈਂ 10 ਵਜੇ ਬੂਟੇ ਲਾਉਣ ਜਾਣਾ ਗੁਰਦੁਆਰੇ। ਅਗਲੀ ਨੂੰ ਪਤਾ ਵੀ ਉੱਥੇ ਕੁੜੀਆਂ ਵੀ ਆਉਣੀਆਂ, ਫਲਾਨੀਆਂ ਤੀਵੀਆਂ ਵੀ ਆਉਣੀਆਂ, ਹਨਾ, ਵੀ ਉੱਥੇ ਜਾਂਦੇ ਤਾਂ ਬੂਟੇ ਲਾਉਣੇ ਆ, ਕਰਦੇ ਮਸਟੰਡ ਪਾਉਣਾ ਹੈ, ਹਨਾ। ਉਹ ਅਗਲੀ ਫੇਰ ਏਦਾਂ ਕਿਸੇ ਤਰੀਕੇ ਨਾਲ ਗਾਲਾਂ ਕੱਢ ਕੇ ਕੁਛ ਕਰਕੇ ਏਦਾਂ ਹੋਰ ਕੁਛ ਕਹਿ ਰਹੀ ਹੁੰਦੀ ਹੈ ਵੀ ਘਰੇ ਕੰਮ ਨਹੀਂ, ਵਿਹਲੜ ਬਹਿ ਜਾਂਦੇ ਉੱਥੇ ਜਾ ਕੇ, ਏਦਾਂ ਆ, ਇਹ ਬੰਦਿਆਂ ਦਾ ਕੰਮ ਆ, ਤੀਵੀਆਂ ਉੱਥੇ ਕੀ ਕਰਨ ਜਾਂਦੀਆਂ। ਉਦੋਂ ਉਹਨੂੰ ਡਰ ਇਹ ਨਹੀਂ ਹੁੰਦਾ
ਡਰ ਉਹਨੂੰ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਡਰ ਇਹਨੂੰ ਹੁਣ ਉਹ ਫਲਾਨੀ ਜਨਾਨੀ ਮੇਰੇ ਨਾਲ ਗੱਲ ਕਰ ਲੈਂਦੀ ਆ, ਇਹਨੂੰ ਉਹ ਧੋਖੇ ਜਾਉਂਦੀ ਆ, ਇਦਾਂ ਹੀ ਤੀਵੀਂ ਨੂੰ ਪਤਾ ਲੱਗ ਜਾਂਦਾ ਵੀ ਰੋਕ ਮੈਨੂੰ ਇਸ ਕਰਕੇ ਰਿਹਾ ਆ ਵੀ ਨਿਆਣੇ ਘਰੇ ਇਕੱਲੇ ਛੱਡ ਕੇ ਅੱਧੀ ਰਾਤ ਨੂੰ ਮੀਂਹ ਪੈਂਦਾ ਤੂੰ ਠੰਡ ਦੇ ਵਿੱਚ ਉਹਨੂੰ ਪਤਾ ਲੱਗਾ ਬਹਾਨਾ ਹੀ ਨਹੀਂ ਹੈਗਾ, ਕਾਰਨ ਇਹਦਾ ਹੋ ਰਿਹਾ। ਕਾਰਨ ਇਹ ਕਹਿੰਦਾ ਵੀ ਜਿਹਨੇ ਜਾਣਾ ਉੱਥੇ ਫਲਾਨੇ ਬੰਦੇ ਨੇ ਵੀ ਹੋਣਾ, ਤੇ ਇਹਨੂੰ ਖਿਜ ਆਉਂਦੀ ਜਦੋਂ ਮੈਂ ਉਹਨਾਂ ਗੱਲ ਕਰਦੀ ਹਾਂ। ਠੀਕ ਹੈ, ਪਤਾ ਉਹਨੂੰ ਵੀ ਹੁੰਦਾ। ਇਹ ਗੱਲ ਸਾਡੇ ਬੱਚਿਆਂ ਨੂੰ ਵੀ ਸਮੈਲ ਆ ਜਾਂਦੀ ਬਿਲਕੁਲ ਜੀ ਵੀ ਜਦੋਂ ਨਾ ਹੁਣ ਇਹ ਕਹਿੰਦੇ ਆ ਇਹ ਵੀ ਬੰਦ ਕਰੋ ਟੀਵੀ, ਯਾਰ ਗੰਦ ਪਾਇਆ ਅੱਧੀ ਰਾਤ ਨੂੰ ਟੀਵੀ ਆ, ਕੋਈ ਟੀਵੀ ਦੇਖਣ ਦਾ ਟਾਈਮ ਆ ਹੈ, ਚਲੋ ਬੈਠੋ ਆਪਾਂ ਪਾਠ ਕਰੀਏ। ਨਿਆਣਾ ਸਮਝ ਜਾਂਦਾ ਜੀ ਵੀ ਹੁਣ ਪਾਠ ਨਹੀਂ ਮੈਨੂੰ ਚਾਹੁੰਦਾ ਕਰਨਾ, ਇਹਨੂੰ ਪਤਾ ਵੀ ਇਹ ਪ੍ਰੋਗਰਾਮ ਦੇ ਵਿੱਚ ਥੋੜਾ ਬਹੁਤਾ ਸੀਨ ਉਦਾਂ ਦਾ ਹੈ ਹਨਾ, ਇਹਨੂੰ ਲੱਗਦਾ ਵੀ ਮੈਂ ਖਰਿਆ ਸੀਨ ਦੇਖ ਕੇ ਵਿਗੜ ਜਾਣਾ ਹੈ ਹਨਾ। ਨਿਆਣਾ ਫਿਰ ਹੱਸਦਾ ਮਨ ਚ ਤੇ ਦੱਸ ਇਹ ਤਾਂ ਗੱਲਾਂ ਮੈਨੂੰ 8 ਸਾਲ ਦੀ ਉਮਰ ਚ ਸਕੂਲੇ ਸਾਰਿਆਂ ਨੇ ਦੱਸ ਦਿੱਤੀਆਂ ਸੀ ਵੀ ਮੈਂ ਇੰਨੀ ਸਦੈਣ ਥੋੜੋ ਆ ਤੇ ਹੁਣ ਇਹ ਸੀਨ ਦੇਖ ਕੇ ਮੇਰੇ ਮਨ ਚ ਕੋਈ ਬਕਾਰ ਆਊਗਾ। ਇਹ ਤਾਂ ਗੱਲਾਂ ਮੈਨੂੰ ਇਹ ਤਾਂ ਨਾਰਮਲ ਆ ਮੇਰੇ ਲਈ ਹਨਾ, ਪਰ ਉਸ ਵੇਲੇ ਉਹ ਵੀ ਨਹੀਂ ਹਿੰਮਤ ਕਰਕੇ ਕਹਿੰਦੀ ਤੇ ਨਾ ਹੀ ਬੱਚਾ ਵੀ ਨਹੀਂ ਕਹਿੰਦਾ ਹਨਾ। ਹੁਣ ਉਹ ਵੀ ਉਸ ਵੇਲੇ ਡਰਾਮਾ ਜਿਹਾ ਕਰ ਲਾ ਪੈਂਦਾ ਵੀ ਹਾਂ ਠੀਕ ਹੈ ਨਿਆਣਾ ਵੀ ਏਦਾਂ ਹਨਾ, ਤੇ ਉਹ ਕਰਦੇ ਵੀ, ਪਰ ਦੋਹਾਂ ਦੇ ਅੰਦਰ ਜਿਹੜੀ ਕੰਧ ਆਊ ਉਹ ਬਣਨੀ ਸ਼ੁਰੂ ਹੁੰਦੀ ਹੈ। ਬਿਲਕੁਲ ਬਿਲਕੁਲ ਇਹੀ ਕਾਰਨ ਨਾ, ਜਦੋਂ ਤੁਸੀਂ ਆਪਣੇ ਦੇਖੋ ਵੀ ਜਿਹੜੇ ਹੁਣ ਆਪਣੇ ਜਿਹੜੇ ਮਾਪੇ ਯਾਨੀ ਕਿ ਸਿੱਖੀ ਨੂੰ ਇਹੀ ਸਮਝਦੇ ਹੁਣ ਵੀ ਏਦਾਂ ਕੀਰਤਨ ਕਰੀ ਜਾਵੇ, ਪਾਠ ਕਰਦੇ ਹੁਣ ਬੱਚੇ ਸਾਡੇ ਸਵੇਰੇ ਉੱਠਦੇ ਹੁਣ, ਆਲੇ ਦੁਆਲੇ ਤੁਸੀਂ ਨਿਗਾਹ ਮਾਰ ਕੇ ਦੇਖ ਲਿਓ ਉਹੋ ਜਿਹੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਬੱਚੇ ਨਿਕਲਦੇ ਆ ਨਾ, ਜਿੱਦਣ ਉਹਨਾਂ ਨੂੰ ਆਜ਼ਾਦੀ ਮਿਲਦੀ ਆ ਉਹ ਸਾਰਾ ਕੁਝ ਇੱਕਦਮ ਹੀ ਪੈਰਾਂ ਨੂੰ ਕਰ ਦਿੰਦੇ ਆ। ਕਾਰਨ ਉਹਦਾ ਇਹੀ ਬਣਦਾ ਕਿਉਂਕਿ ਜਿਹੜੀ ਉਹ ਸਿੱਖੀ ਉਹਨਾਂ ਨੂੰ ਸਮਝਾਈ ਗਈ ਹੁੰਦੀ ਹੈ ਨਾ, ਉਹ ਸਰੀਰਕ ਤਲ ਦੇ ਉੱਤੇ ਜਾ ਕੇ ਕਿਤੇ ਨਾ ਕਿਤੇ ਖੜੀ ਹੁੰਦੀ ਹੈ, ਮਨ ਦੇ ਵਿੱਚ ਨਹੀਂ। ਉਹ ਜਿਹੜਾ ਕੀਰਤਨ ਵੀ ਕਰਨਾ, ਪਾਠ ਵੀ ਕਰਨਾ, ਜਿਹੜੀ ਵੀ ਕਿਰਿਆ ਉਹ ਕਰਵਾ ਰਹੇ ਉਹਨਾਂ ਤੋਂ, ਉਹ ਮਨ ਦੇ ਤਲ ਦੇ ਅੰਦਰ ਨਹੀਂ ਜਾਂਦੀ। ਜਦੋਂ ਉਹਨਾਂ ਨੂੰ ਛੂਟ ਮਿਲਣੀ ਆ ਉਹਨਾਂ ਨੂੰ, ਕਿਉਂ ਸਰੀਰਕ ਕਿਰਿਆ ਹੁੰਦਾ 1 ਮਿੰਟ ਦੇ ਵਿੱਚ ਹੀ ਕਰ ਦੇਣੀ ਹੈ, ਜਦੋਂ ਹੀ ਉਹਨਾਂ ਨੂੰ ਮੌਕਾ ਮਿਲਦਾ ਲਾ ਕੇ ਪਰੇ ਸਿੱਟਦੇ ਵੀ ਹੁਣ ਤਾਂ ਅਸੀਂ ਆਜ਼ਾਦ ਹੋ ਗਏ ਆ। ਜਿਹੜਾ ਸਾਡੇ ਮਨ ਦੇ ਵਿੱਚ ਉਦੋਂ ਚੱਲ ਰਿਹਾ ਸੀ ਨਾ, ਉਹਨੂੰ ਅੱਜ ਸਾਨੂੰ ਕਰਨ ਦਾ ਮੌਕਾ ਮਿਲਿਆ ਹੈ। ਅੱਜ ਸਾਡੇ ਮਾਪਿਓ ਦਾ ਸਾਡੇ ਤੇ ਹੈ ਨਹੀਂ ਕੋਈ ਹੱਕ, ਅਸੀਂ ਨਾਲ ਦੀ ਨਾਲ ਏਦਾਂ ਦਾ ਕੰਮ ਕਰ ਦੇਣਾ ਹੈ। ਹੁਣ ਉਹ ਚਾਹੀਦਾ ਤਾਂ ਇਹ ਆ ਵੀ ਅਸੀਂ ਇਸ ਚੀਜ਼ ਨੂੰ ਸਮਝ ਗਏ, ਸਮਝ ਕੇ ਇਹ ਜਿਹੜਾ ਡਰ ਆ ਸਾਡਾ ਨਾ, ਉਹ ਕਦੇ ਵੀ ਨਾ ਕਿਤੇ ਵੀ ਕੰਮ ਕਰਨ ਲੱਗਿਆ ਜਿੱਥੇ ਤੁਸੀਂ ਨਾ ਕਰਦੇ ਆ, ਜਿੱਥੋਂ ਰੋਕਦੇ ਆ, ਉਹਦੇ ਚ ਇਮਾਨਦਾਰੀ ਵਰਤਣੀ ਜੇ ਸ਼ੁਰੂ ਕਰ ਦਈਏ, ਸਭ ਤੋਂ ਵੱਡਾ ਨੁਕਸਾਨ ਜਿਹੜਾ ਧਰਤੀ ਤੇ ਹੋ ਰਿਹਾ ਨਾ ਅੱਜ, ਉਹ ਹੋ ਰਿਹਾ ਜਿਹੜਾ ਬੰਦਾ ਆਪਣੇ ਆਪ ਨੂੰ ਧੋਖਾ ਦਿੰਦਾ। ਇਦੋਂ ਵੱਡਾ ਨੁਕਸਾਨ ਕੋਈ ਨਹੀਂ। ਔਰ ਸਾਰੀ ਜ਼ਿੰਦਗੀ ਬੰਦਾ ਆਪਣੇ ਆਪ ਨੂੰ ਧੋਖਾ ਹੀ ਦਿੰਦਾ ਮਰ ਜਾਂਦਾ। ਜੇ ਕਿਤੇ ਇੱਕ ਇਸ ਨੁਕਤੇ ਨੂੰ ਸਮਝ ਲਵੇ ਨਾ, ਸਾਰਾ ਸਮਾਜ ਕਾਬੂ ਚ ਆ ਸਕਦਾ। ਬੰਦੇ ਨੂੰ ਸਾਰੀ ਦੁਨੀਆ ਛੋਟੀ ਛੋਟੀ ਲੱਗਣ ਲੱਗ ਪੈਂਦੀ ਹੈ। ਜਿਹੜੇ ਵੀ ਰਿਸ਼ਤੇ ਦੇ ਵਿੱਚ, ਜਿਹੜੇ ਵੀ ਸਬੰਧਾਂ ਵਿੱਚ, ਜਿਹੜੇ ਵੀ ਕਾਰਜ ਵਿੱਚ, ਜਦੋਂ ਕੁਝ ਕਰਨ ਤੋਂ ਜਿਹੜਾ ਡਰ ਆਉਂਦਾ ਨਾ ਦਿਮਾਗ ਦੇ ਵਿੱਚ, ਉਹ ਡਰ ਮੋਹਰੇ ਰੱਖਿਆ ਜਾਵੇ। ਬਿਲਕੁਲ। ਜੇ ਬੱਚਾ ਚੱਲਾ ਕਿਤੇ ਨੂੰ, ਜੇ ਔਰਤ ਚੱਲੀ ਆ, ਜੇ ਹੁਣ ਬੰਦਾ ਫਿਲਮ ਦੇਖਣ ਚੱਲਾ, ਔਰਤ ਦੇ ਮਨ ਚ ਆਇਆ ਵੀ ਇਹ ਜਾ ਕੇ ਉੱਥੇ ਕੁੜੀਆਂ ਹੋਣੀਆਂ, ਫਲਾਨੀ ਤੀਮੀ ਨੇ ਵੀ ਗਈ ਹੋਣਾ ਹਨਾ, ਉਹ ਪਹਿਲਾਂ ਹੀ ਸਾਰੇ ਪਾਸੇ ਮੂੰਹ ਮਾਰਦੀ ਫਿਰਦੀ ਆ, ਠੀਕ ਹੈ, ਵੀ ਉਹ ਘਰ ਵਾਲੇ ਨਾਲ ਉਹਦੀ ਬਣਦੀ ਨਹੀਂ ਹੈਗੀ। ਇੱਥੇ ਚੇਤਾ ਧੁੰਦਾ ਜੀ ਨੇ ਜਦੋਂ 2 ਸਾਲ ਪਹਿਲਾਂ 2015 ਚ ਇੱਥੇ ਆਈ, ਹੁਣ ਧੁੰਦਾ ਜੀ ਨੂੰ ਆਦਤ ਆ ਜਦੋਂ ਗੱਲ ਕਰਨੀ ਨਾ ਉਹਨੀ, ਤੇ ਜਿੱਦਾਂ ਏਦਾਂ ਜਿੱਦਾਂ ਤਾਂ ਹੁਣ ਬਾਹਾਂ ਹੱਥ ਏਦਾਂ ਹਨਾ, ਤੇ ਉਹ ਕਥਾ ਏਦਾਂ ਕਰ ਰਹੇ ਹੁੰਦੇ। ਹੁਣ ਲਖਵੀਰ ਸਿੰਘ ਹੁਣੀ ਨੀਵੀਂ ਪਾ ਕੇ ਬਿਲਕੁਲ ਸਹਿਜ ਨਾਲ ਦੇਖ ਕੇ ਕਥਾ ਕਰਦੇ ਆ। ਹੁਣ ਧੁੰਦਾ ਜੀ ਇਦਾਂ ਕਰਦੇ ਜਿੱਦਾਂ ਗੱਲਾਂ ਕਰਦੇ ਹੁੰਦੇ ਆ ਹਨਾ। ਹੁਣ ਜਦੋਂ ਹੁਣ ਗੱਲ ਕੀਤੀ ਆ ਭਰਾ ਦੇ ਰਿਸ਼ਤੇ ਦੀ, ਮਤਲਬ ਗੱਲ ਕੀਤੀ ਆ ਮਿੱਤਰ ਦੇ ਧੋਖਾ ਦੇਣ ਦੀ, ਬੰਦਿਆਂ ਨੂੰ ਕਰਕੇ ਕੀਤੀ ਆ। ਜਿਸ ਬੰਦੇ ਨੂੰ ਕੋਈ ਧੋਖਾ ਦੇ ਕੇ ਗਿਆ ਆ, ਉਹਨੂੰ ਇਦਾਂ ਲੱਗਣਾ ਜਿੱਦਾਂ ਮੈਨੂੰ ਕਹਿ ਰਹੇ ਆ ਹਨਾ। ਦੇਖ ਲਓ ਜਦੋਂ ਧੋਖਾ ਦਿੰਦਾ ਬੰਦਾ ਕਿੱਦਾਂ, ਨਾਲੇ ਚਿਹਰਾ ਖਿੜਿਆ ਹੁੰਦਾ ਹਨਾ, ਇੱਕ ਰੰਗ ਸਾਫ਼ ਆ ਹਨਾ, ਹੁਣ ਕੱਦ ਵੱਡਾ, ਸਰੀਰ ਤੇ ਬੈਠੇ ਏਦਾਂ ਹਨਾ। ਹੁਣ ਜਿਹੜਾ ਵੈਸੇ ਹੀ ਨਾ ਜਦੋਂ ਪ੍ਰਤਿਸ਼ਠਾ ਬਣਦੀ ਆ, ਜਦੋਂ ਬੰਦਾ ਸੋਹਣਾ ਬੁਲਾਰਾ ਕੁਛ ਹੁੰਦਾ, ਔਰਤ ਦੇ ਜਿਹੜਾ ਆਪੋਜੀਟ ਸੋਹਣੀ ਕੁੜੀ ਢਾਡੀ ਹੋਵੇ, ਬਹੁਤ ਸੋਹਣੀ ਕੁੜੀ, ਠੀਕ ਹੈ, ਤੇ ਰੰਗ ਸਾਫ਼ ਹੋਵੇ, ਤੇ ਉੱਥੇ ਗੱਲਾਂ ਕਰੇ, ਅੱਖਾਂ ਮਟਕਾ ਐਨ ਅੱਖਾਂ ਘੁਮਾ ਕੇ ਸਾਰਿਆਂ ਨੂੰ ਹੱਸ ਕੇ ਗੱਲਾਂ ਕਰੇ। ਕਿੰਨੇ ਕਮੇਟੀ ਮੈਂਬਰ ਆ ਜਿਹੜੇ ਵੱਜ ਹੋਗੇ ਸੋਹਣ ਸਿੰਘ ਉਹ ਜਥੇ ਨੂੰ ਕਿਉਂ ਨਹੀਂ ਸਾਰੇ ਜਣੇ ਸੱਦੂਗੇ? ਬਿਲਕੁਲ ਹਨਾ। ਹਰੇਕ ਦਾ ਮਨ ਕਰਨਾ ਵੀ ਕੁੜੀਆਂ, ਹਰੇਕ ਸੈਕਟਰੀ ਨੇ ਕਹਿਣਾ ਵੀ ਭਾਈ ਉਹ ਬੀਬੀਆਂ ਦਾ ਜਥਾ ਸਦੋ, ਵੀ ਬੀਬੀਆਂ ਦਾ ਪ੍ਰਚਾਰ ਘੱਟ ਹੋ ਰਿਹਾ। ਵੀ ਜੇ ਪਾਠੀ ਹੁਣ ਬੀਬੀਆਂ, ਫੇਰ ਕਹਿਣਾ ਵੀ ਕੀਰਤਨੀਆਂ ਹੁਣ। ਉਹ ਜਿਹੜੀਆਂ ਤਲਵਾੜੇ ਵਾਲੀਆਂ ਬੀਬੀਆਂ ਸੀ, ਉਹਨਾਂ ਨੂੰ ਰਣਜੋਤ ਸਿੰਘ ਨੂੰ ਪੁੱਛ ਕੇ ਦੇਖਿਓ ਜਾਣੀ, ਉਹਨਾਂ ਨੂੰ ਇਸੇ ਕਰਕੇ ਉਹ ਕਹਿੰਦੇ ਵੀ ਇੱਕ ਵਾਰੀ ਕਿਹਾ ਵੀ ਉਹਦੀ ਮਾਂ ਨੂੰ ਅਸੀਂ ਜਾ ਕੇ ਵੀ 35 ਸਾਲ ਦੀਆਂ ਹੋ ਗਈਆਂ, ਵਿਆਹ ਦੇ ਇਹਨਾਂ ਨੂੰ। ਉਹ ਘਰਦਿਆਂ ਨੂੰ ਲਾਲਚ ਸੀ ਵੀ ਪੈਸੇ ਆਉਂਦੇ ਸੀ ਤਾਂ ਹੀ
ਉਹ ਕਮੇਟੀਆਂ ਵਾਲੇ ਜਿੱਦਾਂ ਹੁਣ ਗਾਉਣੇ ਵਾਲੀਆਂ ਨੂੰ ਸਾਦੇ ਆ, ਇਦਾਂ ਢਾਡੀ ਬੀਬੀਆਂ ਨੂੰ ਸਾਦੇ ਆ, ਹਨਾ। ਹੁਣ ਇਹੀ ਗੱਲ ਜਿਹੜਾ ਸੋਹਣਾ ਕਥਾਕਾਰ ਸੋਹਣਾ ਰਾਗੀ ਆ, ਉਹਦੇ ਲਈ ਵੀ ਇਹੀ ਤੀਮੀਆਂ ਦੇ ਅੰਦਰ ਇਹੀ ਕੁਛ ਆ ਰਿਹਾ। ਕੋਈ ਰਾਗੀ ਮੇਰਾ ਖਿਆਲ ਹੁਣਾ ਨਹੀਂ ਇੰਡੀਆ ਦੇ ਵਿੱਚ ਜਿਹਨੇ ਨਜਾਇਜ਼ ਰਿਸ਼ਤਾ ਨਾ ਉਸਾਰਿਆ ਹੋਵੇ। ਜਿਹਨੂੰ ਇਹ ਲੱਗਦਾ ਆ ਤੁਸੀਂ ਨਾਂ ਲੈ ਦਿਓ, ਮੈਂ ਦੱਸ ਦੂੰ ਤੁਹਾਨੂੰ। ਆ ਜਿਹੜੇ ਪੰਜਾਬ ਤੋਂ ਬਾਹਰਲੇ ਪਾਸੇ ਆ ਨਾ, ਉੱਥੇ ਤਾਂ ਸੱਤਿਆਨਾਸੀ, ਖਾਸ ਕਰਕੇ ਜਿਹੜੇ ਹਜੂਰੀ ਰਾਗੀ ਆ, ਉਹਨਾਂ ਦੀ ਤਾਂ ਗੱਲੇ ਹੀ ਛੱਡ ਦਿਓ, ਠੀਕ ਹੈ। ਇਹ ਰਾਗੀਆਂ ਦੇ ਘਰਾਂ ਤੋਂ ਉਦਾਂ ਬਾਹਰ ਆ, ਤੇ ਜਿਹੜੇ ਕਥਾਕਾਰ ਆ, ਜਿਹੜੇ ਪਾਠੀ ਆ, ਉਹਨਾਂ ਦੇ ਰਾਗੀਆਂ ਦੇ ਘਰਾਂ ਵਿੱਚ ਆ, ਤਖਤਾਂ ਤੇ ਇਹੀ ਕੁਝ ਚੱਲਦਾ ਹੈ ਨਾ। ਬਿਲਕੁਲ। ਹੁਣ ਉਹ ਜਦੋਂ ਹੁਣ ਇਹ ਧੁੰਦਾ ਜੀ ਜਦੋਂ ਕਰਦੇ, ਹੁਣ ਰੰਗ ਸਾਫ਼, ਹਨਾ, ਇਦਾਂ ਸਰੀਰ ਇੱਕ ਆਵਾਜ਼ ਗੜਕੇ ਵਾਲੀ। ਹੁਣ ਜਦੋਂ ਗੱਲ ਕੀਤੀ, ਹੁਣ ਮਤਲਬ ਤੀਵੀਆਂ ਨੂੰ ਗੱਲ ਕਰਕੇ ਇਦਾਂ ਹੋ ਗਈ, ਹੁਣ ਅਗਲੇ ਦਾ ਮਨ, ਹੁਣ ਇੱਥੇ ਬੀਬੀ ਇੱਕ ਸਾਡੀ ਹੁੰਦੀ ਸੀ, ਉਹ ਫਾਹ ਪੈ ਗਿਆ ਸਾਨੂੰ। ਉਹ ਹੁਣ ਉਹਨੂੰ ਕਹਿਣਾ ਤਾਂ ਆਵੇ ਨਾ, ਹੁਣ ਜਿੱਦਾਂ ਅਸਰ ਪੈ ਗਿਆ। ਉਹ ਕਹਿੰਦੀ ਵੀ ਬੰਦੇ ਨੇ ਮੈਨੂੰ ਸਮੂਹਿਕ ਕਰ ਲਿਆ, ਉਹ ਜੋ ਹਿਪਨੋਟਾਈਜ਼ ਕਰ ਇਹਦੇ ਕੋਲ ਕੁਛ ਹੈਗਾ ਆ, ਇਹ ਤੁਸੀਂ ਇਹਨੂੰ ਸੱਦੋ ਨਾ। ਜਾਨੀ ਰੌਲਾ ਪਿਆ। ਹੁਣ ਗੱਲ ਕੀ ਆ, ਉਹ ਹੋਇਆ ਮੈਨੂੰ ਪਤਾ ਕੀ ਹੋਇਆ ਜਾਨੀ, ਠੀਕ ਹੈ। ਉਹ ਹੁਣ ਮੁੜ ਕੇ ਅਸੀਂ ਰੌਲਾ ਪਾਉਨੇ ਆ ਵੀ ਇਹ ਜੀ ਘਰੇ ਪ੍ਰੋਬਲਮ ਆ ਜੀ ਇਹਦੇ, ਹਨਾ। ਜੇ ਹੁਣ ਬੰਦਾ ਏਦਾਂ ਕਰਦਾ ਵੀ ਤੀਵੀਂ ਸਾਂਭਣ ਜੋਗੀ ਹੋਏ, ਬੰਦਾ ਬਾਹਰ ਕਿਉਂ ਜਾਵੇ, ਹਨਾ। ਜਦੋਂ ਤੀਵੀਂ ਦੀ ਹੁੰਦੀ ਵੇਖਣਾ ਬੰਦਾ ਚੱਜਦਾ ਹੋਵੇ, ਤੀਵੀਂ ਕਿਉਂ ਬਾਹਰ ਜਾਵੇ, ਫਿਰ ਰੌਲਾ ਇੱਧਰ ਨੂੰ ਪਾਉਨੇ ਆ ਅਸੀਂ। ਉਹ ਚੀਜ਼ ਮੈਂ ਕਹਿੰਦਾ ਵੀ ਜਿਹੜਾ ਡਰ ਆ ਤੁਹਾਡੇ ਅੰਦਰ, ਜੇ ਬੰਦਾ ਚੱਲਾ, ਜੇ ਔਰਤ ਨੂੰ ਡਰ ਇਹ ਆ ਵੀ ਇਹਨੂੰ ਉੱਥੇ ਜਾਣਾ ਆ, ਮੈਨੂੰ ਲੱਗਦਾ ਵੀ ਕਿਤੇ ਤਿਲਕ ਨਾ ਜਾਵੇ, ਉਹ ਇਹ ਕਹੇ ਉਹਨੂੰ ਪਤੀ, ਬਸ ਡਾਇਰੈਕਟਲੀ ਸਿੱਧਾ ਇਹ ਕਹੇ ਵੀ ਦੇਖ ਉੱਥੇ ਉਹ ਜਿਹੜੀ ਔਰਤ ਆ, ਮੈਨੂੰ ਸ਼ੱਕ ਆ ਉਹਦੇ ਉੱਤੇ, ਉਹ ਚੰਗੀ ਨਹੀਂ ਹੈਗੀ, ਅੱਗੇ ਫਲਾਣੇ ਦਾ ਘਰ ਗਾਲਿਆ ਉਹਨੇ, ਵੀ ਤਿਲਕਣ ਲੱਗੇ ਨੂੰ ਮਿੰਟ ਲੱਗਦਾ ਬੰਦੇ ਨੂੰ, ਹਨਾ। ਵੀ ਮੈਨੂੰ, ਮੈਂ ਬਾਜ਼ਾਰ ਜਾਨੀ ਆ, 20 ਤਰ੍ਹਾਂ ਦੇ ਬੰਦੇ ਸੋਹਣੇ ਲੱਗਦੇ ਆ ਦੇਖਣ ਨੂੰ, ਮਨ ਦੇ ਵਿੱਚ ਜਦੋਂ ਫਿਲਮ ਦੇਖੀ ਦੀ ਆ, ਸਲਮਾਨਾਂ ਨੂੰ ਦੇਖ ਕੇ ਇਦਾਂ ਕਰਦਾ, ਇਦਾਂ ਲੱਗਦਾ ਵੀ ਹੁਣੇ ਵਿਆਹ ਕਰਾ ਲੈ ਮੈਂ ਮੇਰੇ ਨਾਲ, ਹਨਾ। ਤੇ ਮੈਂ ਇਮਾਨਦਾਰੀ ਨਾਲ ਦੱਸਦੀ ਆ ਤੈਨੂੰ, ਸਾਰਿਆਂ ਦੇ ਅੰਦਰ ਹੁੰਦੀ ਆ, ਹਨਾ। ਵੀ ਮੈਨੂੰ ਡਰ ਦੇਖ, 2 ਮੇਰੇ ਬੱਚੇ ਆ, ਹਨਾ। ਵੀ ਕੱਲ ਮਸੀਂ ਸਾਡਾ ਘਰ ਚੱਲਦਾ, ਹੁਣ ਜਾ ਕੇ ਤੂੰ ਜ਼ਰੂਰੀ ਆ ਤੈਨੂੰ ਅੱਜ ਜਾਣਾ, ਵੀ ਕੱਲ ਨੂੰ ਸਵੇਰੇ ਮੈਂ ਛੁੱਟੀ ਕਰੂੰਗੀ, ਮੈਂ ਬੱਚਿਆਂ ਨੂੰ ਸਕੂਲੇ ਛੱਡਾਂਗੇ, ਆਪਾਂ ਦਿਨੇ ਫਿਲਮ ਦੇਖ ਲਵਾਂਗੇ, ਹਨਾ। ਵੀ ਜਾਂ ਤੂੰ ਫਲਾਣੇ ਦਿਨ ਫਲਾਣੇ ਨਾ ਜਾਏ, ਮਤਲਬ ਜੇ ਉਹ ਡਰ ਰੱਖੂਗੀ ਸਾਹਮਣੇ, ਮਸਲੇ ਦਾ ਹੱਲ ਹੋਊਗਾ, ਹਨਾ। ਉੱਥੇ ਬੰਦਾ ਉਹ ਜਿਹੜਾ ਡਰ ਆ ਨਾ, ਉਹ ਵੀ ਰੱਖਣ ਤੋਂ ਡਰਦਾ ਹੈ, ਇਸ ਕਰਕੇ ਵੀ ਉਹ ਮਹਾਨ ਬਣਨਾ ਚਾਹੁੰਦਾ, ਚੰਗਾ ਬਣਨਾ ਚਾਹੁੰਦਾ, ਇਦਾਂ ਹੀ ਬੰਦਾ ਆ ਜੀ, ਠੀਕ ਹੈ। ਹੁਣ ਉਹ ਡਰ ਜਿਹੜਾ ਆ, ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ। ਜਿਹੜਾ ਡਰ ਹੈਗਾ ਆ, ਉਹਨੂੰ ਲੁਕੋ ਕੇ ਕਹਿ ਕੁਛ ਹੋ ਰਿਹਾ ਆ। ਹੁਣ ਜਦੋਂ ਜਿਹਨੂੰ ਡਰ ਲੱਗਦਾ ਆ, ਜਦੋਂ ਉਹ ਅਸਲੀ ਡਰ ਨੂੰ ਲੁਕੋ ਕੇ ਹੋਰ ਕੁਝ ਕਹਿ ਰਿਹਾ ਆ, ਇਦਾਂ ਦੂਜੀ ਧਿਰ ਜਿਹੜੀ ਆ, ਉਹਦੇ ਮਨ 'ਚ ਜਿਹੜੀ ਭਾਵਨਾ ਆ ਰਹੀ ਵੀ ਮੈਂ ਇਸ ਕਰਕੇ ਫਿਲਮ ਦੇਖ ਕੇ ਆਉਣੀ ਆ, ਉਹ ਨਹੀਂ ਦੱਸ ਰਿਹਾ, ਉਹਨੂੰ ਛੱਡ ਕੇ ਹੋਰ ਕੁਝ ਦੱਸ ਰਿਹਾ ਜੀ। ਹਰ ਧਿਰ ਜਿਹੜੀ ਆ, ਜੇ ਕਿਤੇ ਉਹ ਜਿਹੜਾ ਆਪਣੇ ਆਪ ਨਾਲ ਧੋਖਾ ਦਿੱਤਾ ਜਾ ਰਿਹਾ ਆ, ਜੇ ਉਹਨੂੰ ਕਾਬੂ ਕਰ ਲਿਆ ਜਾਵੇ, ਜੇ ਉਹਨੂੰ ਆਪਣੇ ਬਿਲਕੁਲ ਲੀਹ ਦੇ ਉੱਤੇ ਚਾੜ ਦਿੱਤਾ ਜਾਵੇ, ਜੇ ਹੈਗੀ ਵੀ ਜਿਹੜਾ ਡਰ ਆ ਉਹ ਉਦਾਂ ਦਾ ਉਦਾਂ ਦੂਜੇ ਸਾਹਮਣੇ ਰੱਖਣ ਦੀ ਹਿੰਮਤ ਆ ਜਾਏ, ਇਹ ਜਿਹੜਾ ਡਰਾਮਾ ਕਰਦੇ ਅਸੀਂ, ਪਖੰਡ ਜਿਹੜਾ ਪਾਲ ਰਹੇ ਆ, ਇਹ ਤੇ ਕਾਬੂ ਪਾ ਲਈਏ, ਇਹਨੂੰ ਛੱਡ ਦਈਏ, ਤੇ ਰਿਲੇਸ਼ਨਸ਼ਿਪ ਸਾਰੀ ਦੀ ਸਾਰੀ ਜਿਹੜੀ ਆ ਉਹ ਸੁਧਰ ਸਕਦੀ ਆ। ਫਿਰ ਸਾਡੇ ਬੱਚਿਆਂ ਨਾਲ ਵੀ ਸਾਨੂੰ ਉਹ ਸਾਰਾ ਕੁਝ ਜਿਹੜਾ ਆ, ਸਾਡੇ ਜਦੋਂ ਬੱਚਿਆਂ ਪ੍ਰਤੀ ਸਾਡੇ ਮਨ 'ਚ ਜਿਹੜਾ ਡਰ ਹੋਣਾ ਨਾ, ਜਦੋਂ ਉਹ ਰੱਖਾਂਗੇ ਬੱਚਿਆਂ, 13-14 ਸਾਲ ਦਾ ਬੱਚਾ ਛੋਟਾ ਨਹੀਂ ਹੁੰਦਾ, ਉਹ ਵੱਡਾ ਹੈ ਬੱਚਾ ਜੀ, ਠੀਕ ਹੈ। ਜੇ ਮਾਪੇ ਆਪਣਾ ਅਸਲੀ ਡਰ ਉਹਨਾਂ ਸਾਹਮਣੇ ਰੱਖ ਦੇਣ ਕਿ ਬੱਚੀ ਤੈਨੂੰ ਪਾਰਟੀ ਤੇ ਜਾਣ ਤੋਂ ਅਸੀਂ ਇਸ ਕਰਕੇ ਰੋਕ ਰਹੇ ਹਾਂ, ਉੱਥੇ 17-18 ਸਾਲ ਦੇ ਮੁੰਡੇ ਵੀ ਆ, ਉੱਥੇ 20-21 ਸਾਲ ਦੇ ਮੁੰਡੇ ਵੀ ਹੋਣੇ ਆ, ਉਹ ਮੁੰਡੇ ਸ਼ਰਾਬਾਂ ਪੀਂਦੇ ਆ, ਠੀਕ ਹੈ। ਵੀ ਜਿਹੜੇ ਕਲਚਰ 'ਚ ਤੂੰ ਚੱਲੀ ਆ, ਉਹਦੇ ਵਿੱਚ ਕੁੜੀਆਂ ਦਾ ਸ਼ਰਾਬ ਪੀਣਾ ਕੋਈ ਗੁਨਾਹ ਨਹੀਂ ਹੈਗਾ, ਠੀਕ ਹੈ। ਫਿਰ ਜਦੋਂ ਬੱਚੀ ਨੇ ਮੋਹਰਿਓਂ ਕਹਿਣਾ ਵੀ ਪਾਪਾ ਜਦੋਂ ਪਿਛਲੀ ਵਾਰੀ ਆਪਣੀ ਮਾਸੀ ਦੀ ਕੁੜੀ ਦੀ ਪਾਰਟੀ ਤੇ ਆਪਾਂ ਗਏ ਸੀ, ਹਨਾ, ਚੇਤਾ ਜਿਹੜੀ ਕੁੜੀ ਕੀਰਤਨ ਕਰਦੀ ਆ, ਉਹ ਕੁੜੀ ਵਾਈਨ ਪੀਂਦੀ ਆ, ਉਹਨੇ ਮੈਨੂੰ ਬੜਾ ਜ਼ੋਰ ਲਾਇਆ ਉੱਥੇ, ਉਦਾਂ ਤਾਂ ਦਸਤਾਰ ਕਰਦੀ ਆ ਉਹ, ਪਰ ਪਾਰਟੀ ਦੇ ਵਿੱਚ ਉਹਨੂੰ ਵਾਈਨ ਪੀਂਦੀ ਆ, ਮੈਂ ਗਈ ਸੀ ਉਹਦੇ ਨਾਲ, ਤੁਸੀਂ ਉਦੋਂ ਖੁਸ਼ ਹੋ ਕੇ ਤੋਰਿਆ ਮੈਨੂੰ ਉਹ ਕਹਿੰਦੀ ਸੀ ਵੀ ਵਾਈਨ ਪੀ ਲਾ, ਮੈਂ ਨਹੀਂ ਪੀਤੀ ਜੀ, ਤੁਸੀਂ ਫਿਕਰ ਨਾ ਕਰੋ, ਹਨਾ। ਵੀ ਮੈਨੂੰ ਇੱਜ਼ਤ ਦਾ ਖਿਆਲ ਆ ਤੁਹਾਡੀ, ਮੈਂ ਸਮਝਦਾ ਰਿਹਾ ਇਸ ਗੱਲੋਂ, ਠੀਕ ਹੈ। ਬਸ ਉਹ ਕਹਿਣ ਦੀ ਢੇਰ ਆ, ਜਦੋਂ ਅਗਲੇ ਨੇ ਆਪਣਾ ਪੱਖ ਮੋਹਰੇ ਰੱਖਣਾ ਆ, ਉਹ ਜਿਹੜੀ ਇਮਾਨਦਾਰੀ ਹੋਣੀ ਆ ਨਾ, ਉਹਦੇ ਨਾਲ ਇੰਨਾ ਸੋਹਣਾ ਰਿਸ਼ਤਾ ਉਸਰਨਾ ਆ ਸਾਡੇ ਸਾਰਿਆਂ ਦੇ ਵਿੱਚ। ਹੁਣ ਇੱਕ ਪਾਸਾ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਪੈਦਾ ਕਰਨ ਲਈ ਇਹ ਸਾਰਾ ਖੜਾ ਕੀਤਾ ਜਾ ਰਿਹਾ ਹੈ, ਦੂਜਾ ਉਹ ਜਿਹੜਾ ਸਾਡਾ ਨੈਚੁਰਲ ਹਿਊਮਨ ਸਾਈਕੀ ਦਿਮਾਗ ਜਿਹੜਾ ਆ, ਜਿਹੜੀਆਂ ਗੱਲਾਂ ਤੋਂ ਪ੍ਰਭਾਵਿਤ, ਜਿਹੜੇ ਵਿਕਾਰਾਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਆ, ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੀਜਾ ਇਹ ਵੀ 10ਵੇਂ ਗ੍ਰੰਥ ਦੇ ਅੰਦਰ
ਜਿਹੜਾ ਗੰਦ ਸਾਡੇ ਅੰਦਰ ਲੋਡ ਕੀਤਾ ਜਾ ਰਿਹਾ ਹੈ, ਅਸਰ ਪਾ ਰਿਹਾ ਹੈ, ਸਾਰਿਆਂ ਤੋਂ ਉੱਤੇ ਸਾਡੀ ਆਪਣੇ ਆਪ ਨੂੰ ਧੋਖਾ ਦੇਣ ਦੀ ਬਿਰਤੀ, ਜਦੋਂ ਸਾਰੀਆਂ ਇਕੱਠੀਆਂ ਹੁੰਦੀਆਂ ਆ, ਏਦਾਂ ਦਾ ਗੰਦ, ਏਦਾਂ ਦਾ ਮੂਹਰੇ ਖਲਾਰਾ ਪੈ ਰਿਹਾ, ਜੰਗਲ ਬਣ ਰਿਹਾ ਆ, ਇੰਨਾ ਕੰਪਲੀਕੇਟਡ ਹੋ ਰਿਹਾ ਸਾਰਾ ਕੁਝ, ਜਿਹਨੂੰ ਨਜਿੱਠਣਾ ਸਾਡੇ ਤੱਕ ਹੀ ਜੇ ਗੁਰੂ ਵੀ ਆ ਜਾਏ ਉਹਦੇ ਵੀ ਬਸ ਦੀ ਗੱਲ ਨਹੀਂ ਹੈ। ਬਿਲਕੁਲ ਜੀ, ਇਹ ਪਾਣੀ ਨੂੰ ਇੱਕ ਇੱਕ ਕਰਕੇ ਜੇ ਸੁਲਝਾਉਣਾ ਸ਼ੁਰੂ ਕਰੀਏ ਤਾਂ ਬੜੇ ਆਰਾਮ ਨਾਲ ਸੁਲਝਾ ਸਕਦੇ ਹਾਂ ਜੀ। ਬਿਲਕੁਲ। ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਆ ਵੀ ਜਦੋਂ ਇਹ ਮੰਨਦੇ ਆ ਵੀ ਕਾਮਾ ਸੂਤਰਾ ਗ੍ਰੰਥ ਦਾ ਅਰਥ ਆਇਆ, ਮਸਕੀਨ ਅਰਗੇ ਕਹਿ ਰਹੇ ਆ, ਤੇ ਸਾਨੂੰ ਜ਼ਰੂਰ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਉਹਨਾਂ ਨੂੰ ਆਪ ਹਿੰਮਤ ਕਰਕੇ ਜਿਹੜੇ 570-80 ਜਿੰਨੇ ਪੰਨੇ ਹੈਗੇ ਆ, ਇਹਨਾਂ ਨੂੰ ਪਾਸੇ ਕਰੀਏ। ਕਿਸੇ ਵੀ ਤਰੀਕੇ ਦੇ ਨਾਲ ਜਿਹੜੀਆਂ ਨਿਤਨੇਮ ਦੀਆਂ ਬਾਣੀਆਂ, ਜਿਹਨੂੰ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਕਹਿੰਦੇ ਆ, ਜਦੋਂ ਜਫਰਨਾਮੇ ਦੀ ਗੱਲ ਉਦੋਂ ਕੇ ਅਰਗੇ ਜਿਹੜਾ ਰੌਲਾ ਪਾਈ ਜਾਂਦੇ ਆ, ਉਹਨਾਂ ਨੂੰ ਬੇਨਤੀ ਆ ਭਾਈ ਸਾਰੇ ਜਣੇ ਜੋ ਤੁਸੀਂ ਕਹਿੰਦੇ ਆ ਵੀ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰਦਾ, ਪਹਿਲੀ ਗੱਲ ਤਾਂ ਇੱਕ ਗੱਲ ਦਾ ਖਿਆਲ ਰੱਖ ਲਿਓ, 10 ਗੁਰੂ ਸਾਹਿਬਾਨ ਜਦੋਂ ਅਸੀਂ ਕਹਿੰਦੇ ਆ, ਸਾਨੂੰ ਬਹੁਤ ਸਾਵਧਾਨੀ ਨਾਲ ਕਹਿਣਾ ਪੈਣਾ, ਗੁਰੂ ਸਾਡਾ ਸ਼ਬਦ ਆ। ਅਸੀਂ ਜਿਹੜਾ 10 ਗੁਰੂ ਸਾਹਿਬਾਨਾਂ ਦਾ ਜੀਵਨ ਆ, ਉਹਦੇ ਵਿੱਚ ਜਿਹੜਾ ਗੁਰੂ ਦਾ ਰੂਪ ਹੋਇਆ ਨਾ ਸਾਡਾ, ਉਹ ਹੋਇਆ ਆ ਜਿਹੜਾ ਗਿਆਨ ਗੁਰੂ ਸਾਹਿਬ ਨੇ ਸਮਝਿਆ ਵੀ ਇਹ ਗਾਹਾਂ ਲੁਕਾਈ ਲਈ ਲਾਹੇਵੰਦ ਆ, ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤਾ ਗਿਆ ਆ। ਉਹਨਾਂ ਦੀ ਜੀਵਨੀ ਦਾ ਉਹ ਹਿੱਸਾ ਸਾਡਾ ਗੁਰੂ ਆ, ਜਿਹੜਾ ਹਿੱਸਾ ਉਹਨੇ ਸਮਝਿਆ ਵੀ ਲੁਕਾਈ ਦੇ ਲਾਹੇਵੰਦ ਆ, ਉਹ ਲਾਹੇਵੰਦ ਹਿੱਸਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾ ਦਿੱਤਾ। ਉਹ ਤੋਂ ਬਿਨਾਂ ਹੁਣ ਗੁਰੂ ਨਾਨਕ ਦੇਵ ਜੀ ਹਲ ਵਾਹੁੰਦੇ ਸੀ, ਕਿ ਉਹ ਕਿਰਿਆ ਸਾਡਾ ਗੁਰੂ ਆ? ਜਦੋਂ ਹਲ ਵਾਹੁੰਦੇ ਹੋਣੇ ਆ, ਉਹ ਕਹਿੰਦੇ ਹੋਣੇ ਆ ਵੀ ਬੋਲਦਾਂ ਨੂੰ ਤਾਹਾਂ ਹੜੇ, ਬਿਲਕੁਲ ਏਦਾਂ ਕੁਛ ਕਰਦੇ ਹੋਣੇ, ਤੇ ਪਜਾਲੀ ਲਿਆਈ ਬਈ, ਉਹ ਹੈ ਤਾਂ ਗੁਰੂ ਦੇ ਮੂੰਹੋਂ ਨਿਕਲੀ ਹੋਈ ਬਾਣੀ ਆ, ਤੇ ਭਾਈ 2 ਰੋਟੀਆਂ ਹੋਰ ਲਿਆਇਓ, ਬਿਲਕੁਲ, ਤੇ ਅੱਜ 4 ਨੌਕਰ ਹੋਣੇ ਆ, ਰੋਟੀਆਂ ਜ਼ਿਆਦਾ ਮੂੰਹੋਂ ਹੀ ਨਿਕਲੀ ਆ ਉਹ, ਪਰ ਉਹ ਗੁਰਬਾਣੀ ਕਿਉਂ ਨਹੀਂ ਬਣੀ? ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ, ਉਹ ਲੁਕਾਈ ਦੇ ਭਲੇ ਲਈ। ਇਦਾਂ ਹੀ ਸਾਰੇ ਗੁਰੂ ਸਾਹਿਬਾਨ ਦੇ ਮੂੰਹੋਂ ਜੋ ਕੁਛ ਨਿਕਲਿਆ ਆ, ਹਾਲਾਂਕਿ ਇਹ ਤ੍ਰਿਆ ਚਰਿੱਤਰ ਦੇ ਬਾਰੇ ਤਾਂ ਕਹਿੰਦੇ ਪਏ ਅਲਥਾ ਆ ਇਹ, ਜੇ ਮੰਨ ਲਓ ਹੋਵੇ ਵੀ ਗੁਰੂ ਦੇ ਮੂੰਹੋਂ ਨਿਕਲਿਆ, ਇਹ ਇਦਾਂ ਹੀ ਆ ਜਿੱਦਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਵੀ ਪੰਜਾਲੀ ਲਿਆ ਕੇ ਬੋਲਦ ਜੋੜੋ, ਮੈਂ ਹਲ ਵਾਹੁਣ ਜਾਣਾ, ਬੋਲਦ ਨੂੰ ਪੱਠੇ ਪਾ ਦਿਓ, ਬਿਲਕੁਲ, ਤੇ ਭਾਈ ਅੱਜ ਨੌਕਰ ਨਹੀਂ ਆਇਆ, 2 ਜਣੇ ਖੇਤਾਂ ਨੂੰ ਪਹੁੰਚ ਜਿਓ, ਉਹ ਵੀ ਗੁਰੂ ਦੇ ਮੂੰਹੋਂ ਹੀ ਨਿਕਲਿਆ ਸੀ, ਪਰ ਉਹ ਗੱਲਾਂ ਉਹਨਾਂ ਦੇ ਆਮ ਜੀਵਨ ਦੀਆਂ ਸੀਗੀਆਂ। ਇਹ ਗੱਲਾਂ ਹੋ ਸਕਦੀਆਂ, ਪਤਾ ਨਹੀਂ ਜੇ ਇਹ ਮੰਨ ਵੀ ਲਈਏ, ਫਿਰ ਵੀ ਇਹ ਗੁਰਬਾਣੀ ਨਹੀਂ ਹੋ ਸਕਦੀ, ਗੁਰੂ ਦਾ ਦਰਜਾ ਨਹੀਂ ਹੋ ਸਕਦਾ, ਇਹਨੂੰ ਗੁਰੂ ਦੇ ਬਰਾਬਰ ਨਹੀਂ ਬਿਠਾਇਆ ਜਾ ਸਕਦਾ। ਇਹਦੇ ਵਿੱਚੋਂ ਕਿਸੇ ਹਿੱਸੇ ਨੂੰ ਚੱਕ ਕੇ ਨਿਤਨੇਮ ਦੇ ਰਾਹੀਂ ਜਪਜੀ ਸਾਹਿਬ ਦੇ ਬਰਾਬਰ ਖੜਾ ਕਰਨਾ ਬੜੇ ਖਤਰੇ ਵਾਲੀ ਗੱਲ ਆ। ਬਿਲਕੁਲ ਜੀ, ਚਾਹੀਦਾ ਸਾਨੂੰ ਇਹ ਆ ਵੀ ਅਸੀਂ ਇਸ ਜਿੰਨੀ ਛੇਤੀ ਇਹਦੇ ਉੱਤੇ ਸ਼ਾਂਤੀ ਲਾ ਦਈਏ, ਮੁੜ ਕੇ ਤਾਂ ਟਕਸਾਲੀਆਂ ਨੂੰ ਆ ਤਾਂ ਪੰਗਾ ਸਾਨੂੰ ਸਾਡੇ ਆਪਣੇ ਕਥਾਕਾਰਾਂ ਨੇ ਜਾਗਰੂਕ ਹੋਣੇ ਵਾਲਿਆਂ ਨੇ। ਹੁਣ ਉਹ ਮਾਝੀ ਦੀ ਪਿੱਛੇ ਸਟੇਟਮੈਂਟ ਆਈ ਹੋ ਸੀ ਵੀ ਮਾਲਵੇ ਦੇ ਵਿੱਚ ਇਹ ਜਿਹੜਾ ਇਹਨਾਂ ਦਾ ਡੇਰਾ ਆ, ਉਹਨੇ ਕਾਫੀ ਪ੍ਰਭਾਵ ਪਾਇਆ ਆ ਸੌਦੇ ਵਾਲੇ ਨੇ। ਠੀਕ ਹੈ, ਉਹ ਪੂਰੀ ਖਬਰ ਜਿਹੜੀ ਮੈਂ ਕਿਸੇ ਵੇਲੇ ਸ਼ੇਅਰ ਵੀ ਕਰ ਦੂੰਗਾ। ਠੀਕ ਹੈ ਜੀ। ਹੁਣ ਇੱਕ ਪਾਸੇ ਤੁਸੀਂ ਉਹਨੂੰ ਮਾਲਵੇ ਨੂੰ ਇਹ ਕਹੀ ਜਾਂਦੇ ਆ ਵੀ ਉਹ ਤਾਂ ਸਾਡੇ ਕਬਜ਼ੇ 'ਚ ਆ, ਐਨ ਬਿਲਕੁਲ ਪੂਰੇ ਦਾ ਪੂਰਾ, ਵੀ ਅਸੀਂ ਪ੍ਰਚਾਰ ਕਰ ਦਿੱਤਾ ਸਾਰਾ। ਦੂਜੇ ਪਾਸੇ ਤੁਹਾਨੂੰ ਹਾਰ ਡਰ ਵੀ ਪਿਆ ਆ, ਵੀ ਉਹਦੇ ਬੰਦੇ ਜ਼ਿਆਦੇ ਆ, ਉਹਦਾ ਪ੍ਰਭਾਵ ਪਿਆ ਆ। ਇਹਦਾ ਮਤਲਬ ਤੁਸੀਂ ਅਜੇ ਇਸ ਗੱਲੋਂ ਡਰ ਰਹੇ ਆ ਜਾਣੀ। ਬਿਲਕੁਲ, ਆਹੋ ਜਿਹੜੀ ਮਾਝੀ ਨੇ ਉਦਾਂ ਵੀ ਸਟੇਟਮੈਂਟ ਦਿੱਤੀ ਸੀਗੀ। ਹੁਣ ਢਪਾਲੀ ਦੇ ਕੰਪੈਰੀਜ਼ਨ ਨੂੰ ਜੇ ਦੇਖੀਏ, ਉਹ ਕਹਿ ਰਿਹਾ ਵੀ ਜਿਹੜੇ ਡੇਰਾ ਪ੍ਰੇਮੀ ਮੰਨ ਲਓ ਤੁਹਾਨੂੰ ਹੁਣ ਪਤਾ ਲੱਗ ਗਿਆ ਨਾ ਵੀ ਬਾਬਾ ਗਲਤ ਆ, ਕਹਿੰਦਾ ਬੇਨਤੀ ਆ ਤੁਹਾਨੂੰ ਵੀ ਜਿਹੜੀ ਸਿੱਖੀ ਤੋਂ ਵਧੀਆ ਤੁਹਾਡੇ ਵਾਸਤੇ ਹੋਰ ਕੋਈ ਥਾਂ ਨਹੀਂ ਹੈਗੀ, ਵਾਪਸ ਮੁੜਿਆ ਇਹਦੇ ਵਿੱਚ। ਬਹੁਤ ਗਲਤ ਤਰੀਕੇ ਨਾਲ ਸੁਨੇਹਾ ਜਿਹੜਾ ਆ ਅਸੀਂ ਦੇ ਰਹੇ ਹਾਂ। ਧੋਖਾ ਅਸੀਂ ਖਾਵਾਂਗੇ, ਅਸੀਂ ਸਿਰਫ ਗਿਣਤੀ ਵਧਾਉਣ ਦੇ ਲਈ। ਜਿਹੜੇ ਬੰਦੇ ਭਾਈ ਪਹਿਲਾਂ ਚਲੇ ਗਏ ਉਧਰ, ਹਨਾ ਸੌਰੀ ਜੀ, ਉਹ ਸਟੇਟਮੈਂਟ ਸੀਗੀ ਵੀ ਸੌਦਾ ਸਾਧ ਵਾਂਗ ਈਸਾਈ ਧਰਮ ਵੀ ਲੱਗਿਆ ਮਾਲ ਵਿੱਚ ਪੈਰ ਪਸਾਰਨ। ਠੀਕ ਆ। ਹੁਣ ਇਹਦਾ ਮਤਲਬ ਤੁਸੀਂ ਰੌਲਾ ਜਿਹੜਾ ਪਾਈ ਜਾਣੇ ਮਾਲਵੇ ਦਾ, ਵੀ ਮਾਲਵਾ ਤਾਂ ਮਾਲਵਾ ਆਮ ਆਦਮੀ ਪਾਰਟੀ ਦੀ ਟਾਈਮ ਵੀ, ਹਨਾ, ਵੀ ਅੰਦਰ ਤੁਹਾਡੇ ਕਿਤੇ ਧੁਰ ਡਰ ਬੈਠਾ ਆ। ਤੁਹਾਨੂੰ ਪਤਾ ਆ ਵੀ ਜੋ ਕੁਝ ਤੁਸੀਂ ਚਾਹੁੰਦੇ ਆ, ਜੋ ਕਹਿੰਦੇ ਆ, ਉਹ ਹੋ ਨਹੀਂ ਰਿਹਾ। ਜੋ ਚਾਹੁੰਦੇ ਆ ਉੱਥੇ ਤੇ ਪਹੁੰਚ ਨਹੀਂ ਰਹੇ, ਆਪਣੇ ਆਪ ਨੂੰ ਧੋਖਾ ਦੇ ਰਹੇ ਆ ਤੁਸੀਂ, ਉਸ ਬੰਦੇ ਆ ਅਜੇ ਵੀ ਧੋਖਾ ਦੇ ਰਹੇ ਆ। ਹੁਣ ਪੰਗਾ ਸਾਨੂੰ ਇਹਨਾਂ ਕਥਾਕਾਰਾਂ ਨੇ, ਇਹਨਾਂ ਵਿਦਵਾਨਾਂ ਨੇ ਪਾ ਦਿੱਤਾ। ਨਹੀਂ ਤਾਂ ਆਹ ਜਿਹੜੀ ਲੜਾਈ ਆ ਨਾ ਦਸਮ ਗ੍ਰੰਥ ਦੇ ਪ੍ਰਕਾਸ਼ ਦੀ, ਇਹ ਬੜੇ ਤ੍ਰਿਆ ਚਰਿੱਤਰ ਦੀ ਲੜਾਈ ਬੜੇ ਆਰਾਮ ਨਾਲ, ਜਦੋਂ ਧੁਮਾ ਯਾਰ ਕਹਿ ਰਿਹਾ, ਟਕਸਾਲ ਦਾ ਮੁਖੀ ਕਹਿ ਰਿਹਾ ਆ ਵੀ ਹਿੰਦੂ ਗ੍ਰੰਥਾਂ ਦੇ ਅਲੱਥੇ ਆ, ਬਿਲਕੁਲ, ਫਿਰ ਤੁਹਾਨੂੰ ਕਥਾਕਾਰੋ ਤੁਹਾਨੂੰ ਕੀ ਡਰ ਲੱਗਦਾ ਇਹ ਗੱਲ ਕਹਿਣੀ ਨੂੰ?
ਵੀ ਉਹਨੂੰ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ ਉਹਦੇ ਆਕਾਰ ਦਾ ਕਿਉਂ ਬਣਾ ਦਿੱਤਾ। ਇੰਨੀ ਗੱਲ ਅੰਮ੍ਰਿਤ ਸੰਚਾਰ ਨਿਤਨੇਮ ਦੀਆਂ ਬਾਣੀਆਂ ਉਹਨਾਂ ਨੂੰ ਅਸੀਂ ਕਾਲੇ ਅਫਗਾਨੇ ਨੂੰ ਜਿਹੜੀ ਛੇਕਣ ਦੀ ਗੱਲ ਆ, ਜਿਹੜੀ ਪ੍ਰੋਫੈਸਰ ਦਰਸ਼ਨ ਸਿੰਘ ਦੀਆਂ ਵੱਖਰੀਆਂ ਬਾਣੀਆਂ ਦੇ ਨਾਲ ਅੰਮ੍ਰਿਤ ਸੰਚਾਰ ਕਰਾਉਣ ਦੀ ਗੱਲ ਆ, ਉਹ ਲੜਾਈ ਚਾਹੀਦਾ ਤਾਂ ਇਹ ਆ ਵੀ ਕਥਾਕਾਰ ਆ ਲੜਾਈ ਲੜਨ ਫੀਲਡ ਦੇ ਵਿੱਚ 10 ਮਿੰਟਾਂ ਦੇ ਪ੍ਰਕਾਸ਼ ਦੀ। ਇਹ ਜਿਹੜੇ ਹਿੰਦੂ ਧਰਮਾਂ ਦਾ ਅਲੱਥਾ ਕਹਿੰਦੇ ਆ, ਜਿਹੜੀਆਂ ਗੱਲਾਂ ਧੁੰਮੇ ਨੇ ਤਾਂ ਮਸਕੀਨ ਨੇ ਕਹਿ ਦਿੱਤੀਆਂ, ਇਹਨੂੰ ਆਧਾਰ ਬਣਾ ਕੇ ਲੜਾਈ ਲੜਨ ਇਹ ਪੰਜਾਬ ਦੇ ਵਿੱਚ। ਅਸੀਂ ਗਾਹਾਂ ਦੀ ਗੱਲ ਕਰੀਏ, ਬਿਲਕੁਲ ਅਸੀਂ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਹਾਂ, ਅਸੀਂ ਗਾਹਾਂ ਦੀ ਗੱਲ ਕਰੀਏ ਵੀ ਭਾਈ ਇਹ ਤੋਂ ਖਹਿੜਾ ਕਿੱਦਾਂ ਛਡਾਉਣਾ ਅਸੀਂ ਸਾਰੇ ਕੁਝ ਤੋਂ, ਹਨਾ। ਹੁਣ ਹੋ ਇਹ ਰਿਹਾ ਆ ਵੀ ਉਹ ਬਿਲਕੁਲ ਪਿੱਛੇ ਡਿੱਗ ਗਏ, ਸਾਨੂੰ ਉੱਥੋਂ ਬਹੁਤ ਥੱਲੇ ਹੋਣਾ ਪਿਆ। ਅਸੀਂ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਨਾਲ ਖੜੇ ਹੋਣੇ ਚਾਹੀਦੇ ਆ ਜਿਸ ਪੋਜੀਸ਼ਨ ਤੇ ਅਸੀਂ ਆ। ਠੀਕ ਹੈ, ਅਸੀਂ ਬਾਹਰ ਅਸੀਂ ਉਹਨਾਂ ਨੂੰ ਐਨਕਰੇਜ ਇਹ ਕਰੀਏ ਵੀ ਭਾਈ ਆ ਦੇਖੋ ਇੱਕ ਗੁਰਦੁਆਰਾ ਸਾਡੀ ਕੋ ਹੈਗਾ, ਇੱਕ ਤੁਸੀਂ ਕੈਨੇਡਾ 'ਚ ਖੋਲੋ, ਇੱਕ ਅਮਰੀਕਾ, ਇੱਕ ਦੋ ਅਮਰੀਕਾ ਵਾਲੇ ਖੋਲਣ, ਹਨਾ, ਇੱਕ ਅੱਧਾ ਯੂਰਪ ਦੇ ਵਿੱਚ ਹੋਵੇ, ਫਿਰ 5-6 ਗੁਰਦੁਆਰੇ ਕਰਕੇ ਪ੍ਰੋਫੈਸਰ ਦਰਸ਼ਨ ਸਿੰਘ ਹੁਣੀ ਜਿਹੜੀ ਮਰਿਆਦਾ ਨੂੰ ਸਟ੍ਰੈਚ ਕਰਨ ਤੇ ਇਹ ਫੀਲਡ ਦੇ ਵਿੱਚ ਇਹ ਲੜਾਈ ਲੜਨ ਉਹਨਾਂ ਨਾਲ ਵੀ ਭਾਈ ਮਸਕੀਨ ਵੀ ਮੰਨਦਾ ਤੇ ਕਾਮਾ ਸੂਤਰਾ ਦਾ ਅਲੱਥਾ, ਧੁੰਮਾ ਵੀ ਕਹਿੰਦਾ ਵੀ ਹਿੰਦੂ ਗ੍ਰੰਥਾਂ ਦਾ ਅਲੱਥਾ, ਤੁਸੀਂ ਕਿਉਂ ਨਹੀਂ ਇਹਨੂੰ ਚੱਕਦੇ ਵੀ ਸਾਡੇ ਤੇ ਦਬਾਅ ਪੈ ਰਿਹਾ। ਬਾਹਰਲੇ ਮੁਲਕਾਂ 'ਚ ਦੇਖੋ ਉਹਨਾਂ ਨੇ ਨਿਤਨੇਮ ਦੀਆਂ ਬਾਣੀਆਂ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਪੂਰੀ ਦੀ ਪੂਰੀ ਰਹਿਤ ਮਰਿਆਦਾ, ਉਹ ਕਹਿੰਦੇ ਕੱਲਾ ਗੁਰੂ ਗ੍ਰੰਥ ਸਾਹਿਬ ਗੁਰੂ ਆ ਸਾਡਾ, ਸੰਗਤ ਉਧਰ ਨੂੰ ਜਾ ਰਹੀ ਆ, ਸਮਾਂ ਕਿੰਨੀ ਤੇਜ਼ੀ ਨਾਲ ਬਦਲ ਰਿਹਾ ਹੈ, ਅਸੀਂ ਤਾਂ ਮਸੀਂ ਸੰਗਤ ਨੂੰ ਰੋਕ ਕੇ ਰੱਖਿਆ ਹੈ। ਇਹ ਦਬਾਅ ਪਾਉਣ ਅਕਾਲ ਤਖਤ ਦੀ ਜਥੇਦਾਰ ਤੇ ਵੀ ਜਦੋਂ ਇਹ ਬੰਦੇ ਆ ਟਕਸਾਲ ਵਾਲੇ ਆਪ, ਕਿਉਂ ਨਹੀਂ ਤੁਸੀਂ ਹੁਕਮਨਾਮਾ ਜਾਰੀ ਕਰਦੇ, ਕਿਉਂ ਨਹੀਂ ਇਹਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਰਨ ਦਾ, ਅਖੰਡ ਪਾਠ ਕਰਨ ਦਾ ਕੰਮ ਖਤਮ ਕੀਤਾ ਜਾਵੇ। ਬਿਲਕੁਲ ਜੀ, ਠੀਕ ਹੈ। ਹੁਣ ਉਹ ਲੜਾਈ ਥੋੜੀ ਤੇਜ਼ੀ ਨਾਲ, ਥੋੜੀ ਹਰਕਤ ਦੇ ਨਾਲ, ਉਹਦੇ ਵਿੱਚੋਂ ਕਿੰਨਾ ਨੁਕਸਾਨ ਹੁੰਦਾ। ਜਿਹੜੇ ਬਾਹਰ ਬੈਠੇ ਆ ਹੁਣ ਗੋਲਡੀ ਬਲਰਾਜ ਹੁਣੀ ਇਹ ਰੇਡੀਓ ਪ੍ਰੋਗਰਾਮ ਕਰਨ ਦੀ ਬਜਾਏ ਇਹ ਸੋਚਣ ਵੀ ਚਲੋ ਜੀ ਅਸੀਂ ਦੋ ਹੁਣ ਜਿੰਨੇ ਜਣੇ ਕੈਨੇਡਾ ਅਮਰੀਕਾ 'ਚ ਹੈਗੇ ਆ, ਮੰਨ ਲਓ ਇਹ ਕਹਿੰਦੇ ਵੀ 1.5 ਲੱਖ ਮੈਂਬਰ ਸਾਡਾ, ਇਹ ਫੰਡ ਇਕੱਠਾ ਕਰਨ, ਇਕੱਠਾ ਕਰਕੇ ਇਹ ਕਹਿਣ ਵੀ ਧੁੰਦਾ ਜੀ ਗੁਰਮਤਿ ਗਿਆਨ ਮਿਸ਼ਰੀ ਕਾਲ ਦੇ ਮੰਨ ਲਓ 5 ਪ੍ਰਚਾਰਕ ਆ, 6 ਪ੍ਰਚਾਰਕ ਜਿਹੜੇ ਆ ਇਹਨਾਂ ਦੇ ਮਹੀਨੇ ਦਾ ਲੱਖ ਰੁਪਈਏ ਦਾ ਪ੍ਰਬੰਧ ਅਸੀਂ ਕਰਾਂਗੇ। ਜਿੱਥੋਂ ਇਹਨਾਂ ਨੂੰ ਲੱਗਿਆ ਘੱਟੋ ਘੱਟ ਲੱਖ ਮਿਲਣਾ ਚਾਹੀਦਾ। ਹੁਣ ਧੁੰਦਾ ਜੀ ਕਹਿਣ ਵੀ ਮੇਰੇ ਜੀ ਸਿਰਫ 3 ਸਮਾਗਮ ਹੋਏ ਆ, ਠੀਕ ਹੈ, ਮੇਰਾ ਬਣਿਆ 40,000 ਰੁਪਈਆ, ਉਹਦੇ ਵਿੱਚੋਂ 10,000 ਮੈਂ ਕਾਲਜ ਨੂੰ ਦੇ ਦਿੱਤਾ, 30 ਬਣਿਆ ਮੇਰੇ ਕੋਲ, ਠੀਕ ਹੈ। ਹੁਣ ਇਹ ਕਹਿਣ ਪਿਆ ਲਓ 70,000 ਟੌਪਿਕ ਪਰ ਕਰਕੇ ਤੁਹਾਡਾ ਲੱਖ ਹੋ ਗਿਆ। ਫਿਰ ਤੁਸੀਂ ਇਹ ਲੜਾਈ ਲੜੋ, ਜਿੰਨਾ ਨੁਕਸਾਨ ਹੁੰਦਾ ਭਰਪਾਈ ਅਸੀਂ ਕਰਾਂਗੇ। ਹੁਣ 1-2 ਪ੍ਰਚਾਰਕਾਂ ਦੀ ਜ਼ਿੰਮੇਵਾਰੀ ਅਸੀਂ ਚੱਕੀਏ, 1-2 ਦੀ ਕੈਨੇਡਾ ਵਾਲੇ ਚੱਕਣ, 1-2 ਦੀ ਇੰਗਲੈਂਡ ਵਾਲੇ ਚੱਕਣ, ਠੀਕ ਹੈ। ਹੁਣ 10-15 ਪ੍ਰਚਾਰਕ ਆ ਫੀਲਡ ਵਿੱਚ, ਅੰਡਰਸਟੈਂਡਿੰਗ ਸਾਡੀ ਆਪਸ ਵਿੱਚ ਇੱਕ ਸੰਸਥਾ ਬਣੀ ਹੋਵੇ, ਆਪਸ ਵਿੱਚ ਹੀ ਗੱਲ ਹੋਵੇ ਸਾਡੀ, ਸਾਹਮਣੇ ਜ਼ਰੂਰੀ ਨਹੀਂ ਸਾਰਿਆਂ ਦੇ ਰੌਲਾ ਪਾਉਣਾ ਤੁਸੀਂ, ਹਨਾ। ਇੱਕ ਧਿਰ ਪ੍ਰੋਫੈਸਰ ਦਰਸ਼ਨ ਸਿੰਘ ਹੋਣ ਵਾਲੀ ਆ ਜਿਹੜੀ ਉਹ ਗਾਹਾਂ ਜਾਂਦੀ ਹੋਵੇ, ਇੱਕ ਧਿਰ ਜਿਹੜੀ ਬਾਹਰ ਟਰਸਟ ਬਣਾ ਕੇ ਫੰਡ ਇਕੱਠਾ ਕਰਕੇ ਇਹ ਉਹਦੀ ਭਰਪਾਈ ਕਰਨ ਲਈ ਤਿਆਰ ਹੋਵੇ। ਜਿਹੜੇ ਪੰਜਾਬ ਦੇ ਵਿੱਚ ਜਿਹਨੂੰ ਕਹਿੰਦੇ ਗਰਾਊਂਡ ਤੇ ਕੰਮ ਕਰਦੇ ਆ, ਗਰਾਊਂਡ ਤੇ ਕੰਮ ਕਰਨ ਵਾਲੇ ਕੋਈ ਲੜਾਈ ਲੜਨ। ਬਿਲਕੁਲ। ਹੁਣ ਜਦੋਂ ਜਿੱਥੇ ਜਿੰਨੇ ਨੀਵੇਂ ਗਰਕ ਗਏ, ਇਹ ਗੋਲਡੀ ਹੋਣਾ ਵਰਗੇ, ਬਲਰਾਜ ਹੋਣਾ ਵਰਗੇ, ਜਿਹੜੇ ਇਹ ਕਹੀ ਜਾਂਦੇ ਆ ਵੀ ਇਹਨਾਂ ਨੇ ਜਿਹੜੇ ਟਕਸਾਲੀ ਆ ਤੇ ਜਿਹੜੇ ਉਹ ਸਾਰੇ ਆ ਉਹ ਤਾਂ ਸਾਡੇ ਭਾਈ ਆ, ਅਸੀਂ ਇਦਾਂ ਕਿੱਦਾਂ ਇਹ ਗੱਲਾਂ ਨੂੰ ਕਿੱਦਾਂ ਰੋਕ ਸਕਦੇ ਆ, ਉਹ ਗੱਲ ਜਿਹੜੀ ਆ ਸਾਡੇ ਲਈ ਬੜੇ ਖਤਰੇ ਵਾਲੀ ਆ। ਬਿਲਕੁਲ। ਸਾਡੇ ਨਾਲ ਇੱਕ ਸਰੋਤੇ ਆ ਜੀ, ਅਸੀਂ ਉਹਨਾਂ ਦੀ ਗੱਲ ਸੁਣ ਕੇ ਦੇਖਦੇ ਹਾਂ। ਹੈਲੋ ਜੀ, ਹੈਲੋ। ਨਹੀਂ ਜੀ, ਆਵਾਜ਼ ਨਹੀਂ ਆਈ ਜੀ। ਹੁਣ ਮੈਨੂੰ ਪਤਾ ਨਹੀਂ ਕਿੱਦਾਂ ਆਉਣੀ ਹੈ, ਫਿਰ ਸਾਰਾ ਕੁਝ ਠੀਕ ਦੁਬਾਰਾ ਕਰ ਲਓਗੇ। ਹਾਂਜੀ। ਤੇ ਇੱਕ ਗੱਲ ਸੌਰੀ ਜੀ ਜਿਹੜੀ ਆ ਉਹ ਸਾਨੂੰ ਸੀਗੀ ਸ਼ੁਰੂ ਦੇ ਵਿੱਚ ਮੈਨੂੰ ਕਰਨੀ ਚਾਹੀਦੀ ਸੀ, ਮੈਨੂੰ ਆਉਂਦੇ ਨੂੰ ਯਾਦ ਨਹੀਂ ਸੀਗਾ, ਮੈਂ ਅੱਜ ਹੋ ਗਿਆ ਲੇਟ 2 ਮਿੰਟ, ਜਿਸ ਕਰਕੇ ਵਿਸਰ ਗਈ। ਅਜੇ ਵੀ ਚਲੋ ਜਿੰਨਾ ਚਿਰ ਅਸੀਂ ਹੈਗੇ ਆ ਉਨਾ ਚਿਰ ਸਰੋਤਿਆਂ ਨੂੰ ਬੇਨਤੀ ਆ ਵੀ ਕੱਲ ਵਾਲੇ ਪ੍ਰੋਗਰਾਮ ਵਿੱਚ ਆਪਾਂ ਵੈਸੇ ਗੋਲਡੀ ਨੂੰ ਫੋਨ ਵੀ ਕਰਨਾ ਹੈ। ਇੱਕ ਪਹਿਲੇ ਘੰਟੇ ਵਿੱਚ ਕਿਰਪਾਲ ਸਿੰਘ ਬਠਿੰਡਾ ਹੋਰਾਂ ਨੇ ਇੱਕ ਆਰਟੀਕਲ ਬੜਾ ਲੰਬਾ ਚੌੜਾ ਦੁਬਾਰਾ ਫਿਰ ਲਿਖਿਆ, ਜਿਸ 'ਚ ਉਹਦਾ ਟਾਈਟਲ ਆ ਹਰਨੇਕ ਸਿੰਘ ਨੂੰ ਚੈਲੰਜ। ਉਹ ਟਾਈਟਲ ਤਾਂ ਲੰਬਾ ਆ ਪਰ ਉਹਦਾ ਇੱਕ ਹਿੱਸਾ ਇਹ ਆ ਵੀ ਹਰਨੇਕ ਸਿੰਘ ਨੂੰ ਚੈਲੰਜ। ਉਹ ਆਰਟੀਕਲ ਦੇ ਮੈਨੂੰ ਲੱਗਦਾ 14 ਜਾਂ 14 ਸਵਾਲ ਆ। ਉਹਨਾਂ ਸਵਾਲਾਂ ਨੂੰ ਆਪਾਂ ਕੱਲ ਦੇ ਪ੍ਰੋਗਰਾਮ ਵਿੱਚ ਵਿਚਾਰਨਾ ਪਹਿਲੇ ਘੰਟੇ ਵਿੱਚ, ਠੀਕ ਹੈ ਜੀ। ਤੇ 2 ਵਜੇ ਵਾਲੀ ਬ੍ਰੇਕ ਤੋਂ ਬਾਅਦ ਆਪਾਂ ਗੋਲਡੀ ਨੂੰ ਫੋਨ ਕਰਕੇ ਦੇਖਾਂਗੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ 3 ਵਜੇ ਲਖਵੀਰ ਸਿੰਘ ਹੁਣੀ ਗੱਲ ਕਰਦੇ ਹੁੰਦੇ ਆ, ਅਖੀਰ ਦੇ ਵਿੱਚ ਜੇ ਕਾਲ ਕਿਸੇ ਨੇ ਕਰਨੀ ਹੋਈ, ਕੋਈ ਗੱਲਬਾਤ ਹੋਈ, ਆਪਾਂ ਦੇਖ ਲਾਂਗੇ। ਹੁਣ ਇੱਕ ਸਵਾਲ ਆ ਸਰੋਤਿਆਂ ਨੂੰ ਵੀ ਜਿਹੜੇ ਵੀ ਸਰੋਤੇ ਚਾਹੇ ਉਹ ਰੇਡੀਓ ਦੀਆਂ ਗੱਲਾਂ ਨਾਲ ਸਹਿਮਤ ਆ ਚਾਹੇ ਨਹੀਂ ਸਹਿਮਤ,
ਜਿਨ੍ਹਾਂ ਨੇ ਉਹ ਆਰਟੀਕਲ ਪੜ੍ਹਿਆ ਆ, ਜਿਹਨੂੰ ਇਹ ਲੱਗਦਾ ਹੋਵੇ ਕਿ ਕਿਰਪਾਲ ਸਿੰਘ ਬਠਿੰਡੇ ਦੇ ਆਰਟੀਕਲ ਦੇ ਵਿੱਚ ਉਹ ਦਮ ਹੈ ਜਿਹੜਾ ਵਿਦਵਾਨ ਦੀ ਗੱਲਬਾਤ ਦੇ ਵਿੱਚ ਹੁੰਦਾ ਆ, ਹਾਂਜੀ, ਉਹ ਜ਼ਰੂਰ ਸਾਨੂੰ ਫੋਨ ਕਰਕੇ ਸਮਝਾ ਦੇਵੇ ਵੀ ਇਹ ਗੱਲਾਂ ਜਿਹੜੀਆਂ ਉਹਨੇ ਬੜੀਆਂ ਵਧੀਆਂ ਕੀਤੀਆਂ, ਜਿਹਨੂੰ ਵਿਚਾਰਨਾ ਧਿਆਨ ਚਾਹੀਦਾ। ਸਵਾਲ ਆਪਾਂ ਸਾਰੀ ਗੱਲ ਨੂੰ ਵਿਚਾਰਨੇ ਆ, ਪਰ ਉਹ ਸਾਨੂੰ ਦੱਸ ਜ਼ਰੂਰ ਦੇਵੇ। ਹੈਲੋ ਜੀ, ਗੁਰੂ ਫਤਿਹ ਜੀ। ਤੁਸੀਂ ਥੋੜਾ ਚਿਰ ਵੇਟ ਕਰਿਓ, ਤੁਸੀਂ ਇੱਥੇ 10-15 ਕਿਹੜਾ ਗੁਰਦੁਆਰਾ ਸਾਹਿਬ ਆ? ਇਹ 127 ਸ਼ਰਲੀ ਰੋਡ, ਪਾਪਾਟੋਈ। ਸ਼ਰਲੀ ਰੋਡ ਮੈਂ 15-20 ਮਿੰਟ ਤਾਂ ਜਾ ਰਿਹਾ, ਵੈਸੇ ਮੈਂ ਰਾਹ ਦੇ ਵਿੱਚ। ਤੁਸੀਂ ਇਸ ਵੇਲੇ ਆਨ ਹੀ ਰਿਹਾ ਜੀ, ਰੇਡੀਓ ਤੇ ਪ੍ਰੋਗਰਾਮ ਚੱਲਦਾ ਸਾਡਾ। ਹਾਂਜੀ ਕੋਈ ਗੱਲ ਨਹੀਂ, ਮੈਂ 15-20 ਮਿੰਟ ਤੇ ਜਾਣਾ ਕੋਈ ਤੇ ਵੇਟ ਕਰਿਓ ਬਸ। ਠੀਕ ਹੈ, ਥੈਂਕ ਯੂ। ਓਕੇ ਥੈਂਕ ਯੂ ਜੀ। ਮੈਨੂੰ ਲੱਗਿਆ ਸੀ ਵੀ ਗੱਲ ਕੋਈ ਹੋਰ ਕਰਨੀ ਹੈ ਉਹਨੇ। ਚਲੋ ਤੇ ਉਹ ਜੀ ਉਹ ਸਰੋਤੇ ਜਿਹੜੇ ਸਮਝਦੇ ਆ ਇਸ ਗੱਲ ਨੂੰ, ਜਿਹਨੇ ਆਰਟੀਕਲ ਪੜ੍ਹਿਆ ਧਿਆਨ ਨਾਲ, ਹਾਂਜੀ, ਫਿਰ ਉਹਦੇ ਚ ਇਹ ਗੱਲਾਂ ਜਿਹੜੀਆਂ ਬਹੁਤ ਦਮ ਰੱਖਦੀਆਂ ਜੀ, ਕਿਉਂਕਿ ਜਿੰਨਾ ਕਿ ਮੈਂ ਮੋਟਾ ਦੇਖਿਆ ਸੀਗਾ। ਹਾਂਜੀ, ਠੀਕ ਆ, ਮੈਨੂੰ ਤਾਂ ਉਹੀ ਕੁਛ ਲੱਗਾ ਉਹਦੇ ਵਿੱਚ ਜਿਹੜਾ ਵਿਦਵਾਨਾਂ ਦਾ ਹੁੰਦਾ ਹੀ ਸਕੋਲਰਾਂ ਦਾ ਜਮਾਂ ਸੇਮ ਹੈ। ਮੈਂ ਤਾਂ ਇੱਕ ਗੱਲ ਅੱਖਰ ਪੜਿਆ ਉਹਦਾ, ਜਮਾਂ ਸੇਮ ਉਦਾਂ ਹੀ। ਤੇ ਕੱਲ ਨੂੰ ਆਪਾਂ ਕੋਸ਼ਿਸ਼ ਕਰ ਲਾਂਗੇ 1 ਤੋਂ 2 ਵਜੇ ਆਪਾਂ ਅੱਧਾ ਪੌਣਾ ਘੰਟਾ ਹਾਂਜੀ ਇਹਦੇ ਉੱਤੇ ਲਾ ਕੇ। ਠੀਕ ਹੈ ਜੀ, ਠੀਕ ਆ, ਠੀਕ ਹੈ। ਤੇ ਉਹ ਹੁਣ ਉਹਨਾਂ ਨੇ ਕਈ ਚੈਲੰਜ ਕੀਤੀ ਹੋਆ, ਕਈ ਜਗ੍ਹਾ ਤੇ ਉਹਨਾਂ ਨੇ ਕਿਹਾ ਵੀ ਆ ਸਾਨੂੰ ਵੀ ਤੁਸੀਂ ਫਲਾਨੀ ਜਗ੍ਹਾ ਤੇ ਸਾਡੇ ਨਾਲ ਗੱਲ ਕਰਕੇ ਦਿਖਾਓ, ਫਲਾਨੀ ਜਗ੍ਹਾ ਤੇ ਦਿਖਾਓ। ਹਾਂਜੀ ਹਨਾ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਵੈਰੀ ਖਾਲਸਾ ਵੈਰੀ ਫਤਿਹ ਜੀ। ਗੁਰੂ ਫਤਿਹ ਜੀ, ਕੀ ਹਾਲ? ਵਾਹ ਠੀਕ ਹੈ। ਮੈਂ ਤੁਸੀਂ ਮਾਲਵੇ ਵਾਲੇ ਦੀ ਗੱਲ ਕਰਦੇ ਹੋ, ਮਾਲਵੇ ਵਾਲੇ ਵਿੱਚ ਫੋਨ ਨਾ ਕਰ, ਗਲਤ ਗੱਲ ਹੈ। ਮਾਲਵੇ ਵਾਲੇ ਤੋਂ ਤਾਂ ਉਦਾਂ ਹੀ ਡਰੀ ਜਾਈਦਾ ਯਾਰ ਅਸੀਂ। ਅਸਲ ਨਾ ਇੱਕ ਵੈਸੇ ਸਾਈਕੀ ਸਮਝਣ ਵਾਲੀ ਆ ਵੀ ਹਰੇਕ ਚੀਜ਼ ਪ੍ਰਮੋਟ ਆ ਕੇ ਮਾਲਵੇ ਚ ਹੁੰਦੀ ਹੈਗੀ, ਕਿ ਕੋਈ ਮਰਜ਼ੀ ਪੱਖ ਲੈ ਲਓ। ਕੇਜਰੀਵਾਲ ਚੱਲਿਆ ਉਹ ਵੀ ਮਾਲਵੇ ਚ, ਪੰਥ ਫਰੀਦੂ ਨਹੀਂ ਚੱਲੇ ਉਹ ਵੀ ਮਾਲਵੇ ਚ, ਸਰਸੇ ਵਾਲਾ ਚੱਲਿਆ ਉਹ ਵੀ ਮਾਲਵੇ ਚ। ਵੀ ਇਹਦੇ ਪਿਛਲੀ ਸਾਈਕੀ ਸਮਝ ਆਉਂਦੀ ਹੈ ਵੀ ਰੌਲਾ ਕੀ ਹੈਗਾ ਅਸਲ ਚ। ਨਹੀਂ, ਗਿਆਨ ਜ਼ਿਆਦੇ ਉੱਥੇ ਆ ਨਾ। ਨਹੀਂ, ਮੇਰੇ ਹਿਸਾਬ ਨਾਲ ਅਲਾਰੂ ਵਿਰਤੀ ਜ਼ਿਆਦੇ ਮਾਲਵੇ ਦੀ ਹੈ। ਅੱਛਾ, ਤੁਸੀਂ ਜ਼ਿਆਦੇ ਜਿਹੜਾ ਵੀ ਕੁਛ ਨਵਾਂ ਆਂਦਾ ਗਾ, ਹਾਂਜੀ, ਉਹਨੂੰ ਜਲਦੀ। ਉਹ ਸੁਖਵੀਰ ਦੀ ਸੁਣ ਰਿਹਾ ਸੀ ਸਪੀਚ ਮੈਂ ਇੱਕ, ਹਾਂਜੀ, ਆਪਣਾ ਡਾਕਟਰ ਵੀਨ ਵਾਲਿਆਂ ਨੇ ਕਰਵਾਈ ਸੀ ਨਾ, ਕੈਪਟਨ ਦੇ ਨੂੰ ਸੱਦ ਕੇ। ਉਹ ਉਹਨਾਂ ਨੂੰ ਸਵਾਲ ਕਰਦੇ, ਉਹ ਕਹਿੰਦੇ ਵੀ 4 ਬੰਦੇ ਆਪ ਵਾਲੇ ਕਿਵੇਂ ਜਿੱਤ ਗਏ। ਉਹ ਕਹਿੰਦਾ ਵੀ ਜਿਹੜੀ ਪੰਜਾਬੀਆਂ ਦੀ ਸਾਈਕੀ ਹੈਗੀ ਵੀ ਇਹ ਕੁਛ ਨਵਾਂ ਚਾਹੁੰਦੇ ਹੈਗੇ, ਵੀ ਨਵਾਂ ਵਰਤ ਕੇ ਦੇਖਣਾ ਚਾਹੁੰਦੇ ਹਰ ਵਾਰ, ਵੀ ਬਸ ਵਰਤਨ ਲਈ ਠੀਕ ਆ। ਵੀ ਕਹਿੰਦਾ ਹੁਣ ਗਾਹਾਂ ਨੂੰ ਜਿੱਤ ਕੇ ਦਿਖਾਉਣ। ਮੈਨੂੰ ਉਹਦੀ ਗੱਲ ਸਹੀ ਹੁੰਦੀ ਲੱਗਦੀ ਹੈ। ਹਰੇਕ ਜੀ ਨਵਾਂ ਅਡਾਪਟ ਕਰਨ ਦੀ ਹੋਊਗਾ, ਕੈਪੇਬਿਲਿਟੀ ਜ਼ਿਆਦਾ ਆ ਗਈ। ਕਾਲੀ ਹਾਂ ਵੀ ਅਸਲ ਜਿੱਦਾਂ ਨਾ ਆਹ ਢਪਾਲੀ ਨੇ ਪਿੱਛੇ ਸਟੇਟਮੈਂਟ ਦਿੱਤੀ ਹੈਗੀ, ਹਾਂਜੀ, ਵੀ ਹਾਂ ਏਦਾਂ ਵੀ ਇਹਨਾਂ ਨੂੰ ਵੀ ਮਾਲਵੇ ਵਾਲਿਆਂ ਨੂੰ ਬੈਲੈਂਸ ਏਦਾਂ ਦੀਆਂ ਸਟੇਟਮੈਂਟ ਨਾ ਕਰਨ ਦੀ ਲੋੜ ਹੈ, ਵੀ ਹਰੇਕ ਚੀਜ਼ ਸੋਚਣ ਲੱਗਣ। ਆਪਣੇ ਨਹੀਂ ਸਮਝ ਰਹੇ। 2-3 ਢਪਾਲੀ ਹੋਰ ਬਣਾ ਲਓ। ਢਪਾਲੀ ਤਾਂ ਹੁਣ ਪੈਦਾ ਕਰਨੇ ਔਖੇ ਹੋਣੇ ਜੀ। ਹਲੇ ਸਾਨੂੰ ਇਹ ਵੀ ਡਰ ਨਾ ਕਿ ਦੂਜੇ ਮਗਰ ਨੂੰ ਖਿੱਚ ਕੇ ਰੱਸਾ ਪਾ ਕੇ ਲੈ ਜਾਣ, ਤੂੰ ਕਿੱਧਰ ਚੱਲਿਆ। ਨਹੀਂ ਦੇਖੋ ਵੀ ਹੁਣ ਗਾਹਾਂ ਜੇ ਢੱਡਰੀਆਂ ਵੀ ਕੋਈ ਸਟੈਂਡ ਲੈਂਦਾ ਇਕੱਲਾ ਹੋ ਕੇ ਵੀ, ਉਦੋਂ ਵੀ ਬਹੁਤ ਗਿਣਤੀ ਉਹਦੇ ਚ ਮਾਲਵੇ ਵਾਲਿਆਂ ਦੀ ਹੋਊਗੀ, ਜਿਹੜੇ ਮੰਗ ਹੋਣਗੇ। ਹਾਂ ਵੀ ਜਿਹੜੀ ਲੋੜ ਆ ਗਈ ਦਿਮਾਗ ਨੂੰ ਬੈਲੈਂਸ ਕਰਨੀ ਇਹਨਾਂ ਦੇ ਸਿਰ, ਮੇਰੇ ਹਿਸਾਬ ਨਾਲ ਬਿਲਕੁਲ। ਵੀ ਜੇ ਸਿਰ ਵੀ ਅਡਾਪਟ ਛੇਤੀ ਕਰਨਗੇ ਵੀ ਇਹ ਉਹ ਸਾਈਕੀ ਨਾਲ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਇੱਧਰ ਮਾਲਵੇ ਚ ਨੂੰ। ਪਤਾ ਵੀ ਇੱਕ ਪਾਸੇ ਨਹੀਂ ਪੈ ਜਾਂਦੇ ਨੇ ਇਹ। ਨਹੀਂ, ਬੈਲੈਂਸ ਤਾਂ ਸਾਰੀ ਜ਼ਿੰਦਗੀ ਲਈ ਤੁਹਾਡੇ ਨਾ ਜਿਹੜਾ ਅਨੁਪਾਤ ਆ ਉਹ ਬੜਾ ਜ਼ਰੂਰੀ ਆ, ਸੰਤੁਲਿਤ ਰਹਿਣਾ ਤੁਹਾਡਾ। ਹਾਂਜੀ, ਉਹ 2 ਗੱਲਾਂ ਹੁੰਦੀਆਂ ਵੀਰਾ, ਇੱਕ ਤਾਂ ਹੈਗੀ ਆ ਬੈਲੈਂਸ ਦੀ ਗੱਲ, ਇੱਕ ਹੈਗੀ ਆ ਲੜੀ ਦੀ ਗੱਲ। ਜਿਹੜੀ ਨਾ ਜਿੱਦਾਂ ਕੋਈ ਵੀ ਕਾਰਜ ਕਰਦੇ ਆ ਤੁਸੀਂ, ਉਹਨੂੰ ਕਾਰਜ ਕਰਨ ਲਈ ਉਹਦੇ ਪਹਿਲਾਂ ਉਹਦੇ ਜਿਹੜੇ ਹਿੱਸੇ ਆ ਨਾ ਉਹ ਸਿੱਖੇ ਜਾਂਦੇ ਆ। ਜਿੱਦਾਂ ਹੁਣ ਦਰਜੀ ਆ ਇੱਕ, ਉਹਨੇ ਕੱਪੜਾ ਸੀਣਾ, ਮੰਨ ਲਓ ਸਭ ਤੋਂ ਪਹਿਲਾਂ ਜਿੱਦਾਂ ਉਹ ਨਾਪ ਲੈਂਦਾ ਆ, ਫਿਰ ਨਾਪ ਦੇ ਹਿਸਾਬ ਨਾਲ ਦੱਸਦਾ ਵੀ ਕਿੰਨੇ ਮੀਟਰ ਕੱਪੜਾ ਚਾਹੀਦਾ, ਫਿਰ ਕੱਪੜੇ ਨੂੰ ਕੱਟਦਾ ਆ,
ਕੱਟਣ ਤੋਂ ਬਾਅਦ ਉਹਦਾ ਜਿੱਦਾਂ ਉਹਨੇ ਇਦਾਂ ਲੜੀ ਬਣਾਈਓ ਕਿ ਸਾਰਿਆਂ ਤੋਂ ਪਹਿਲਾਂ ਭਾਈ ਓਵਰਲੌਕ ਕਰ ਲਿਓ, ਉਹ ਤੋਂ ਬਾਅਦ ਇਦਾਂ ਇਹ ਸੀਨਾ ਲਾ ਲਿਓ, ਹਨਾ, ਇੱਥੇ ਜਾ ਕੇ ਨੇਫਾ ਬਣਾਉਣਾ ਆ, ਇੱਥੇ ਜਾ ਕੇ ਬਟਨ ਲਾਉਣੇ, ਇੱਥੇ ਨਾਲ ਜਿਹੜੇ ਕਾਜ ਕਰਨੇ ਆ, ਹਨਾ। ਉਹ ਇਦਾਂ ਹੀ ਹੁਣ ਦਾਲ ਸਬਜ਼ੀ ਬਣਾਉਣੀ ਆ, ਵੀ ਮੰਨ ਲਓ ਖੀਰ ਬਣਨੀ, ਉਹਦੇ ਚ ਪਤਾ ਵੀ ਦੇਖੋ ਜੀ ਦੁੱਧ ਚਾਹੀਦਾ, ਚੌਲ ਚਾਹੀਦੇ ਆ, ਖੰਡ ਚਾਹੀਦੀ ਆ, ਚੁੱਲ੍ਹਾ ਚਾਹੀਦਾ, ਕਿੰਨੀ ਬਣਾਉਣੀ ਉੱਡੇ ਹਿਸਾਬ ਨਾਲ ਪਤੀਲਾ ਚਾਹੀਦਾ। ਉਹ ਤੋਂ ਬਾਅਦ ਉਹਦੀ ਇੱਕ ਲੜੀ ਆ, ਤੇ ਉਹ ਲੜੀ ਦੇ ਵਿੱਚ ਹੋਣਾ ਜਿਹਦਾ ਸਭ ਤੋਂ ਪਹਿਲਾਂ ਦੁੱਧ ਰੱਖ ਕੇ ਉਹਨੂੰ ਥੋੜਾ ਜਿਹਾ ਗਰਮ ਕੀਤਾ ਜਾਣਾ, ਫਿਰ ਉਹਦੇ ਚ ਚੌਲ ਪਾ ਕੇ ਰਿੰਨੇ ਜਾਣੇ ਆ, ਫਿਰ ਇੱਕ ਟਾਈਮ ਆਉਣਾ ਜਦੋਂ ਉਸ ਟਾਈਮ ਦੇ ਉੱਤੇ ਜਾ ਕੇ ਉਹਦੇ ਵਿੱਚ ਖੰਡ ਪੈਣੀ ਆ, ਫਿਰ ਉਹਦੇ ਚ ਬਾਕੀ ਮੇਵੇ ਪੈਣੇ ਆ, ਹਨਾ। ਹੁਣ ਇਦਾਂ ਹੀ ਦਾਲ ਸਬਜ਼ੀ ਆ। ਹੁਣ ਉਹਦੇ ਲਈ ਇੱਕ ਤਾਂ ਦਾਲ ਸਬਜ਼ੀ ਦੇ ਲਈ ਉਹਦੇ ਚ ਇਨਗਰੀਡੀਐਂਟ ਕਿਹੜੇ ਆ ਉਹ ਮੰਨ ਲਓ ਤੁਹਾਨੂੰ ਪਤਾ ਆ, ਵੀ ਕੱਟਣੇ ਕਿੱਡੇ ਕਿੱਡੇ ਮੋਟੇ ਆ ਉਹ ਵੀ ਮੰਨ ਲਓ ਤੁਹਾਨੂੰ ਪਤਾ ਆ। ਹੁਣ ਉਹ ਤੋਂ ਬਾਅਦ ਉਹ ਭੁੰਨਣੇ ਕਿੰਨੇ ਕਿੰਨੇ ਉਹ ਵੀ ਪਤਾ, ਪਰ ਇਹ ਨਹੀਂ ਪਤਾ ਵੀ ਪਹਿਲਾਂ ਕਿਹੜਾ ਪੈਣਾ ਮਗਰੋਂ ਕਿਹੜਾ ਪੈਣਾ। ਉਸ ਵੇਲੇ ਸਾਰਾ ਕੁਝ ਅਪਸੈਟ ਹੋ ਜਾਣਾ। ਮੰਨ ਲਓ ਬੰਦਾ ਕਾਰ ਚਲਾਉਂਦਾ, ਤੁਸੀਂ ਕਾਰ ਚਲਾਉਣੀ ਉਹਨੂੰ ਸਿਖਾਉਣੇ ਆ, ਭਈ ਦੇਖੋ ਜੀ ਕਾਰ ਸਟਾਰਟ ਕਰਨੀ ਆ, ਹੁਣ ਜਦੋਂ ਗੇਅਰ ਪੈਣਾ, ਕਲੱਚ ਤੇ ਗੇਅਰ ਜਿਹੜੇ ਆ ਉਹ ਇਕੱਠੇ, ਰੇਸ ਤੇ ਕਲੱਚ ਨੇ ਇਕੱਠਿਆਂ ਨੇ ਕੰਮ ਕਰਨਾ। ਜਦੋਂ ਬ੍ਰੇਕ ਗੇਅਰਾਂ ਵਾਲੀ ਕਾਰ ਦੇ ਵਿੱਚ ਤੁਸੀਂ ਇੱਕ ਪੈਰ ਨਾਲ ਬ੍ਰੇਕ ਦੱਬ ਕੇ ਗੇਅਰ ਨਹੀਂ ਪਾ ਸਕਦੇ, ਉਸ ਵੇਲੇ ਹੈਂਡ ਬ੍ਰੇਕ ਵਰਤਣੀ ਪੈਣੀ ਆ। ਹੁਣ ਜੇ ਕੋਈ ਬੰਦਾ ਸਿੱਖ ਤਾਂ ਸਾਰਾ ਕੁਝ ਲਵੇ, ਪਰ ਇੱਕ ਚੀਜ਼ ਉਹਨੂੰ ਚੇਤਾ ਭੁੱਲ ਜਾਏ ਵੀ ਉਹਦੀ ਲੜੀ ਕਿੱਦਾਂ ਸ਼ੁਰੂ ਕਿੱਥੋਂ ਕਰਨਾ ਆ। ਹੁਣ ਉਹ ਜਾਵੇ, ਜਾਂਦਿਆਂ ਸਾਰੇ ਗੱਡੀ 'ਚ ਬੈਠ ਕੇ ਕਲੱਚ ਦੱਬੇ, ਕਲੱਚ ਦੱਬ ਕੇ ਗੇਅਰ ਪਾ ਲਵੇ ਤੇ ਰੇਸ ਵਾਲਾ ਪੈਡਲ ਦੱਬ ਕੇ ਤੇ ਕਲੱਚ ਵਾਲਾ ਛੱਡ ਦੇਵੇ, ਤੇ ਸਾਰਾ ਕੁਝ ਕਰਕੇ ਫਿਰ ਉਹ ਕਹੇ ਵੀ ਚਲੋ ਬਾਕੀ ਠੀਕ ਹੋ ਗਿਆ, ਹੁਣ ਸਟਾਰਟ ਵੀ ਕਰ ਲਈਏ ਗੱਡੀ। ਫਿਰ ਗੱਡੀ ਸਟਾਰਟ ਕਰਕੇ ਫਿਰ ਬਹਿ ਜਾਵੇ ਆਰਾਮ ਨਾਲ, ਵੀ ਮੈਂ ਗੇਅਰ ਵੀ ਪਾ ਲਿਆ, ਕਲੱਚ ਵੀ ਛੱਡ ਦਿੱਤਾ, ਰੇਸ ਵੀ ਦੇ ਦਿੱਤੀ ਤੇ ਗੱਡੀ ਸਟਾਰਟ ਵੀ ਕਰ ਲਈ। ਕੀ ਗੱਡੀ ਚੱਲ ਜਾਊਗੀ ਉਹਦੀ ਕਿਤੇ, ਹਨਾ। ਹੁਣ ਸਾਨੂੰ ਪਤਾ ਤਾਂ ਸਾਰਾ ਕੁਝ ਆ, ਸਾਡੇ ਪ੍ਰਚਾਰਕਾਂ ਨੂੰ ਉਹ ਇਹ ਨਹੀਂ ਦੇਖ ਰਹੇ ਵੀ ਸਾਰਿਆਂ ਤੋਂ ਪਹਿਲਾਂ ਤਾਂ ਗੱਡੀ ਸਟਾਰਟ ਹੋਣੀ ਆ। ਜਿੰਨਾ ਚਿਰ ਗੱਡੀ ਸਟਾਰਟ ਨਹੀਂ ਹੁੰਦੀ ਉਨਾ ਚਿਰ ਬੈਠੇ ਤੁਸੀਂ ਕਹੋ ਵੀ ਪਹਿਲਾ ਪੈ ਗਿਆ, ਇਹ ਦੂਜਾ ਹੋ ਗਿਆ, ਇਹ ਰੇਸ ਥੋੜੇ ਜਿਹੇ ਹੋਰ ਦੇ ਹੋਵੇ, ਚੱਲ ਤੀਜਾ ਹੋ ਗਿਆ, ਚੱਲ ਪੰਜਵੇਂ ਗੇਅਰ 'ਚ ਪੈ ਗਈ ਗੱਡੀ, ਚਲੋ ਹੁਣ ਮੈਂ ਸਟਾਰਟ ਕਰਦੇ ਹਾਂ, ਵੀ ਹੁਣ ਜਾਈ ਜਾਊਗੀ ਆਪੇ। ਹੁਣ ਉਹ ਸਭ ਤੋਂ ਜ਼ਰੂਰੀ ਉਹ ਆ, ਜਾਨੀ ਸੌਰੀ ਜੀ, ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀ ਵੀ ਮੈਂ ਕੋਰਸ ਕੀਤਾ ਸੀ, ਉਹ ਕਹਿੰਦੇ ਭਈ ਵਰਕਰ ਤੋਂ ਸੁਪਰਵਾਈਜ਼ਰ, ਸੁਪਰਵਾਈਜ਼ਰ ਤੋਂ ਮੈਨੇਜਰ, ਮੈਨੇਜਰ ਤੋਂ ਮਾਲਕ ਬਣਨ ਦੇ ਲਈ ਸਭ ਤੋਂ ਔਖਾ ਸਟੈਪ ਕਿਹੜਾ ਹੈ? ਅੱਧਾ ਘੰਟਾ ਦਿੱਤਾ ਸਾਨੂੰ ਤੇ ਸਾਡਾ ਸਾਰਿਆਂ ਦਾ ਜ਼ੋਰ ਲੱਗ ਗਿਆ, ਆਪੋ ਆਪਣੇ ਹਿਸਾਬ ਨਾਲ ਦਿੰਦੇ ਗਏ। ਅਖੀਰ ਤੇ ਉਹ ਕਹਿੰਦਾ ਨਹੀਂ, ਕਹਿੰਦਾ ਹਰ ਕਦਮ ਇੱਕੋ ਜਿਹਾ ਹੀ ਔਖਾ ਆ। ਕਿਉਂਕਿ ਤੁਸੀਂ ਇੱਕ ਫੇਜ਼ ਵਿੱਚੋਂ ਨਿਕਲ ਕੇ ਦੂਜੇ 'ਚ ਜਾਣਾ ਹੈ, ਹਰ ਕਦਮ ਇੱਕੋ ਜਿਹਾ ਹੀ ਔਖਾ ਆ। ਠੀਕ ਹੈ ਇਦਾਂ ਹੀ ਇਹਦੇ 'ਚ ਜਿਹੜਾ ਹਰ ਹਿੱਸਾ ਹੈ ਨਾ, ਉਹ ਸਾਰਿਆਂ ਦੀ ਇੰਪੋਰਟੈਂਸ ਬਰਾਬਰ ਆ। ਵੀ ਜਿੰਨਾ ਸਿੱਖਣਾ ਉਨਾ ਹੀ ਕਰਨਾ, ਜਾਨੀ ਉਨੀ ਉਹ ਜਿਹੜੀ ਉਹਦੀ ਲੜੀ ਆ ਉਹ ਯਾਦ ਰੱਖਣੀ। ਹਰੇਕ ਵਾਰੀ ਤੁਸੀਂ ਜਿੰਨੀ ਵਾਰ ਗੱਡੀ 'ਚ ਬਹਿਣਾ ਨਾ, ਤੁਹਾਨੂੰ ਉਹ ਚੇਤੇ ਰੱਖਣਾ ਪੈਣਾ ਵੀ ਪਹਿਲਾਂ ਗੱਡੀ ਸਟਾਰਟ ਕਰਨੀ ਹੈ। ਠੀਕ ਹੈ, ਫਿਰ ਹੁਣ ਬੰਦਾ ਕੋਈ ਬੈਲਟ ਪਹਿਲਾਂ ਲਾ ਲੈਂਦਾ, ਕੋਈ ਮਗਰੋਂ ਲਾ ਲੈਂਦਾ, ਹਨਾ, ਫਿਰ ਕਰਕੇ ਸ਼ੀਸ਼ਾ ਠੀਕ ਕਰ ਲਿਆ, ਚੈੱਕ ਕਰ ਲਿਆ ਸਾਰਾ, ਉਹ ਤੋਂ ਬਾਅਦ ਫਿਰ ਕਰਕੇ ਤੁਸੀਂ ਕਲੱਚ ਦੱਬਿਆ, ਗੇਅਰ ਪਾਇਆ, ਹੈਂਡ ਬ੍ਰੇਕ ਆ, ਹੱਥ ਹੈਂਡ ਬ੍ਰੇਕ ਤੇ ਰੱਖ ਲਿਆ, ਆਪਣਾ ਕਲੱਚ ਛੱਡੀ ਜਾਂਦੇ ਆ, ਰੇਸ ਥੋੜੀ ਥੋੜੀ ਦੇਈ ਜਾਂਦੇ। ਠੀਕ ਹੈ, ਹਰ ਵਾਰੀ ਤੁਹਾਨੂੰ ਚੇਤਾ ਰੱਖਣਾ ਪੈਣਾ ਉਹ। ਫਿਰ ਇੱਕ ਸਟੇਜ ਆਉਣੀ ਆ ਜਦੋਂ ਤੁਹਾਡੀ ਆਦਤ ਬਣ ਜਾਣੀ, ਸੁਭਾਅ ਬਣ ਜਾਣਾ, ਫਿਰ ਤੁਹਾਨੂੰ ਚੇਤਾ ਨਹੀਂ ਰਹਿਣਾ ਵੀ ਕਿਹੜੇ ਵੇਲੇ ਤੁਸੀਂ ਕਦੋਂ ਕਰ ਦਿੱਤਾ ਹੋ ਆਪਣੇ ਆਪ ਹੀ। ਲਾਈਟਾਂ ਤੇ ਜਾ ਕੇ ਤੁਹਾਨੂੰ ਪਤਾ ਹੀ ਲੱਗਣਾ ਕਦੋਂ ਗੇਅਰ ਕੱਢ ਕੇ ਤੁਸੀਂ ਗੱਡੀ ਖੜੀ ਕੀਤੀ ਹੋ, ਹਨਾ। ਹੁਣ ਇਹ ਜਿਹੜਾ ਆਪਣਾ ਵਿਦਵਾਨਾਂ ਨੂੰ ਦੇਖ ਰਹੇ ਹਾਂ ਅੱਜ ਕੱਲ, ਇਹ ਆਪਣੇ ਇੱਥੇ ਨਹੀਂ ਖੜੇ ਹੈਗੇ। ਆਹੋ ਤਕਰੀਬਨ ਇਹ ਗੇਅਰ ਗੂਰ ਪਾ ਕੇ ਸਾਰਾ ਕੁਝ ਕਰਕੇ ਇਦਾਂ ਤਿਆਰ ਹੋ ਕੇ ਫਿਰ ਕਹਿੰਦੇ ਚਲੋ ਵੀ ਗੱਡੀ ਸਟਾਰਟ ਕਰੋ, ਫਿਰ ਚਲੀਏ ਆਪਾਂ। ਇਹਨਾਂ ਨੇ ਗੇਅਰ ਗੂਰ ਪਾ ਕੇ ਸਾਬਤ ਕਰਤਾ ਵੀ ਅਸੀਂ
ਜਾਣਦੇ ਆ। ਆਹੋ, ਨਾਲੇ ਕਹਿੰਦੇ 11 ਗੇਰ ਮੋਹਰ ਨੂੰ ਪੈਂਦੇ, 3 ਪਿੱਛੇ ਨੂੰ, ਇਹ ਚ ਗੱਲ ਕਿਹੜੀ ਆ। ਅਸੀਂ ਨਾ ਜਦੋਂ 87 ਚ ਆਏ, ਮੈਂ 87 ਚ ਨਿਊਜ਼ੀਲੈਂਡ ਆਇਆ ਸੀ, ਫਾਰਮ ਚ ਕੰਮ ਕਰਨ ਚਲ ਗਿਆ। ਉੱਥੇ ਮੁੰਡਾ ਸੀ ਸਾਡੇ ਇੱਕ ਨਾਲ ਲੱਗਾ ਕੰਮ ਤੇ ਉਹਨਾਂ ਕੋਲ ਫੋਰਡ ਟਰੈਕਟਰ ਸੀਗਾ। ਉਹ ਫੋਰਡ ਸੀਗਾ ਉੱਡਾ, ਕੋਈ ਜਿੰਨਾ 3600 ਫੋਰਡ ਇੰਡੀਆ ਚ ਹੁੰਦਾ ਆ। ਹੁਣ ਸਾਨੂੰ ਤਾਂ, ਸਾਡੇ ਤਾਂ ਹੈ ਨਹੀਂ ਸੀ, ਸਾਨੂੰ ਪਤਾ ਨਹੀਂ, ਅਸੀਂ ਖੇਤੀ ਕੀਤੀ ਨਹੀਂ। ਤੇ ਉਹ ਇੱਕ ਮੁੰਡਾ ਸੀਗਾ ਜ਼ਿਮੀਂਦਾਰਾਂ ਦਾ, ਉਹਨੂੰ ਅੰਗਰੇਜ਼ੀ ਆਉਂਦੀ ਨਹੀਂ ਸੀ, ਪਰ ਟਰੈਕਟਰ ਬਾਰੇ ਜਾਣਕਾਰੀ ਸੀ ਉਹਨੂੰ। ਠੀਕ ਹੈ। ਤੇ ਉਹਨੂੰ ਆਉਂਦੇ ਨੇ, ਜਦੋਂ ਚੀਨਾ ਮਾਲਕ ਸੀਗਾ, ਉਹਨਾਂ ਗੱਲ ਹੋਈ, ਟਰੈਕਟਰ ਚਲਾਉਣ ਲੱਗ ਪਿਆ। ਦੂਜਾ ਜਿਹੜਾ ਇੱਕ ਆਇਆ ਨਾ, ਉਹ ਕਹਿੰਦਾ ਲੈ ਟਰੈਕਟਰ ਦਾ ਕੀ ਹੈ, ਇਹ ਤਾਂ ਮੈਂ ਵੀ ਚਲਾ ਲੂੰ, ਹਨਾ, ਇੰਡੀਆ ਚਲਾਉਂਦੇ ਰਹੇ ਆ। ਫਿਰ ਉਹ ਕਹਿੰਦਾ, ਹੁਣ ਉਹ ਜਿਹੜਾ ਇਹ ਟਰੈਕਟਰ ਸੀ ਨਾ, ਇਹ ਬਾਹਰਲੇ ਮੁਲਕਾਂ ਚ ਵੀਰੇ ਕੀ ਕੀਤਾ ਇਹਨਾਂ ਨੇ ਨਾ, ਜਿਹੜੇ ਗੇਅਰ ਆ, ਗੇਅਰ ਨੂੰ ਇਸ ਹਿਸਾਬ ਨਾਲ ਸੈੱਟ ਕਰ ਦਿੱਤਾ ਆ ਵੀ ਇੱਕ ਵਾਰੀ ਤੁਸੀਂ ਗੇਅਰ ਪਾਤਾ, ਉਹ ਤੋਂ ਬਾਅਦ ਉਹਦੇ ਪਾਸੇ ਲੀਵਰ ਇੱਕ ਸਾਈਡ ਤੇ ਲੱਗਾ ਆ ਵੀ ਉਹ ਰਿਵਰਸ ਤੇ ਫਾਰਵਰਡ ਵਾਲਾ ਆ। ਹਾਂਜੀ, ਵੀ ਤੁਸੀਂ ਜਾ ਕੇ ਗੱਡੀ ਟਰੈਕਟਰ ਸਟਾਰਟ ਕਰ ਰਿਹਾ, ਇੱਕ ਵਾਰੀ ਗੇਅਰ ਪਾ ਦਿਓ, ਉਹ ਨਹੀਂ ਕਰਤਾ ਵੀ ਆਪ ਇੰਨਾ ਕੁ ਗੇਅਰ ਪਾ ਲਓ, ਜੇ ਹੁਣ ਤੀਜੇ ਚ ਪਾ ਲਓ, ਦੂਜੇ ਚ ਪਾ ਲਓ, ਪੰਜਵੇਂ ਚ ਪਾ ਲਓ, ਆਪਣੀ ਸਪੀਡ ਦੇ ਹਿਸਾਬ ਨਾਲ। ਉਹ ਤੋਂ ਬਾਅਦ ਬਸ ਤੁਸੀਂ ਰੇਸ ਦੱਬਣੀ ਆ, ਤੇ ਉਹ ਲੀਵਰ ਜਿਹੜਾ ਫਾਰਵਰਡ ਤੇ ਰਿਵਰਸ ਵਾਲਾ, ਉਹ ਇੱਕ ਸਾਈਡ ਤੇ ਲੱਗਾ ਆ। ਹੁਣ ਉਹ ਦੇਖਿਆ ਸੀ ਇੱਕ ਦਿਨ ਮਾਲਕ ਨੂੰ ਚਲਾਉਂਦੇ ਨੂੰ, ਵੀ ਹੁਣ ਜਾ ਕੇ ਗੇਅਰ ਪਾਇਆ, ਉਹ ਤੋਂ ਬਾਅਦ ਨਾਲ ਬੈਠਾ ਸੀ ਇਹ, ਉਹ ਜਦੋਂ ਤਾਂ ਉਹਨੂੰ ਮੋਹਰ ਨੂੰ ਕਰਨਾ ਚਲਾਉਣਾ ਹੋਵੇ ਤੇ ਲੀਵਰ ਮੋਹਰ ਨੂੰ ਕਰ ਦੇਵੇ, ਰੇਸ ਦੇ ਦੇਵੇ। ਜਦੋਂ ਪਿੱਛੇ ਨੂੰ ਲਿਜਾਣਾ ਸੀ, ਪੈਲਟ ਲੱਦਦਾ ਸੀ ਉਹ ਪਿੱਛੇ ਨੂੰ ਕਰੇ, ਪਿੱਛੇ ਨੂੰ ਵੀ ਉਨੀ ਤੇਜ਼ ਜਾਈ ਜਾਵੇ ਉਹ, ਹਨਾ। ਤੇ ਉਹਨੂੰ ਪੁੱਛ ਲਿਆ ਦੂਜੇ ਨੇ, ਉਹਨੂੰ ਕਹਿੰਦਾ ਵੀ ਉਹਦੇ ਮੋਹਰਲੇ ਗੇਅਰ ਕਿੰਨੇ ਹੁੰਦੇ ਤਾਂ ਪਿਛਲੇ ਕਿੰਨੇ ਹੁੰਦੇ ਆ। ਉਹ ਕਹਿੰਦਾ ਵੀ ਜਿੰਨੀ ਤੇਜ਼ ਮੋਹਰ ਨੂੰ ਭੱਜਦਾ, ਉਨੀ ਤੇਜ਼ ਪਿੱਛੇ ਨੂੰ ਭੱਜਦਾ। ਤਾਂ ਮੈਂ ਕਹਿੰਦਾ ਵੀ ਜਿਹਨੀ ਨਕਲ ਮਾਰੀਆਂ ਹੁੰਦੀਆਂ ਦੇਖਿਆ ਹੁੰਦਾ, ਉਹ ਮੈਂ ਸਿੱਧਾ ਹੁੰਦੀ ਵੀ ਜਿੰਨੀ ਤੇਜ਼ ਮੋਹਰ ਨੂੰ ਉਨੀ ਤੇਜ਼ ਪਿੱਛੇ ਨੂੰ, ਗੱਲ ਹੀ ਨਹੀਂ ਕੋਈ। ਨਹੀਂ, ਬਾਕੀ ਜੀ ਮਾਲਵੇ ਵਾਲਿਆਂ ਦੀ ਬੱਲੇ ਬੱਲੇ ਆ ਜੀ। ਆਪਣੇ ਕਿਰਪਾਲ ਸਿੰਘ ਬਠਿੰਡਾ ਹੋਰਾਂ ਨੇ ਇੱਕ ਹੋਰ ਬਹੁਤ ਵੱਡਾ ਆਰਟੀਕਲ ਜਿਹੜਾ ਉਹ ਲਿਖ ਦਿੱਤਾ। ਉਹ ਬਠਿੰਡੇ ਵਾਲੇ ਨੇ ਨਾ, ਉਹ ਸਬ ਕੈਟਾਗਰੀ ਆ ਜਾਂਦੀ ਹੈ ਜੀ, ਉਹਦੇ ਚ ਤੁਸੀਂ ਏਦਾਂ ਨਾ ਇਨਕਲੂਡ ਕਰਿਆ ਕਰੋ। ਜਿਹੜੀ ਬਠਿੰਡੇ ਦੀ ਆ ਜਾਂਦੀ ਹੈ ਨਾ, ਉਹ ਇੱਕ ਸਭ, ਜਿਵੇਂ ਕੈਟਾਗਰੀ ਤੇ ਅੱਗੇ ਸਬ ਕੈਟਾਗਰੀ ਦੀ ਹੁੰਦੀ, ਉਹ ਸਭ ਮਾਲਵੇ ਦੀ ਸਬ ਕੈਟਾਗਰੀ। ਉਹ ਫਿਰ ਹੁਣ ਸਾਰੇ ਇੱਕ ਰਸਤੇ ਦੀ ਨਾ ਬੰਨੀ। ਨਹੀਂ, ਬਠਿੰਡਾ ਤਾਂ ਮਸ਼ਹੂਰ ਆ ਯਾਰ, ਏਦਾਂ ਉਹ ਤਾਂ ਉਹੀ ਤਾਂ ਹੀ ਤਾਂ ਕਹਿ ਰਿਹਾ ਨਾ ਜੀ। ਹੁਣ ਮਸਾਲੇ ਮਾਲਵੇ ਨੂੰ ਕਾਊਂਟ ਕਰੋਗੇ, ਹੁਣ ਪਟਿਆਲਾ ਵੀ ਮਾਲਵੇ ਚ ਹੀ ਆਉਂਦਾ ਹੈਗਾ। ਵੀ ਸਾਰੇ ਨੂੰ ਇਕੱਠੇ ਨੂੰ 10 ਸਬ ਕੈਟਾਗਰੀਆਂ ਅੱਡ ਕੱਢਣੀਆਂ ਪੈਣਗੀਆਂ। ਸਹੀ ਗੱਲ ਹੈ। ਜਿੰਨਾਂ ਦੇ ਮਗਰ ਬਠਿੰਡਾ ਲੱਗਦਾ, ਹਿਸਾਬ ਲਾ ਕੇ ਦੇਖ ਲਓ। ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ। ਵੈਸੇ ਅੱਜ ਕੱਲ ਸ਼ਾਂਤੀ ਆ ਥੋੜੀ ਜਿਹੀ ਮਾਲਵੇ ਵਾਲਿਆਂ ਦੀ। ਨਹੀਂ, ਉਹ ਥੋੜਾ ਜਿਹਾ ਹੋਇਆ, ਉਹ ਮੀਟਿੰਗ ਚ ਇਹੀ ਮੁੱਦਾ ਹੋਇਆ ਨਾ, ਕਹਿੰਦੇ 21 ਤਰੀਕ ਵਾਲੀ ਮੀਟਿੰਗ ਚ। ਹਾਂ, ਮੇਰੇ ਖਿਆਲ ਚ ਵੀ ਇਹੀ ਮੁੱਦਾ ਹੋਇਆ ਵੀ ਭਾਈ ਆਪਾਂ ਰੌਲਾ ਨਹੀਂ ਪਾਉਣਾ, ਜਿਵੇਂ ਆਪਾਂ ਟਕਸਾਲੀ ਨੂੰ ਨਹੀਂ ਬੋਲਦੇ, ਆਪਾਂ ਇਹਨਾਂ ਨੂੰ ਵੀ ਕਿਉਂ ਬੋਲਣਾ, ਵੀ ਸ਼ਾਂਤ ਰਹੋ। ਹਾਂ, ਤਾਂ ਹੀ ਲੱਗਦੀ ਸ਼ਾਂਤੀ, ਮੈਨੂੰ ਤਾਂ ਏਦਾਂ ਹੀ ਲੱਗਦਾ ਗਾ ਕੁੱਲ ਮਿਲਾ ਕੇ। ਚਲੋ ਦੇਖਦੇ ਹਾਂ ਜੀ ਇਹਨਾਂ ਦੀ ਗਾਹਾਂ ਕਿੱਦਾਂ ਹੁੰਦਾ। ਹੁਣ ਵੈਸੇ ਇੱਕ ਮੀਟਿੰਗ ਉਦਾਂ ਦੀ ਧੁੰਦੇ ਹੋਣੀ ਵੀ ਕਰ ਲੈਣ, ਵਧੀਆ ਗੱਲ ਆ। ਬਲਰਾਜ ਵੀ ਡਿੱਗ ਕੇ ਬਹਿ ਜਾਣਾ। ਬਲਰਾਜ ਹੁਣਾਂ ਤੇ ਤਾਂ ਮੈਨੂੰ ਸਮਝ ਨਹੀਂ ਆਉਂਦੀ, ਕਿਉਂਕਿ ਇੱਕ ਮੈਨੂੰ ਭਰੋਸਾ ਆ ਜਾਣੀ ਵੀ ਕੋਈ ਵੀ ਬੰਦਾ ਨਾ, ਚਲੋ ਜਿਹੜੇ ਪੰਜਾਬ ਵਾਲੇ ਵੀ ਆ, ਉਹ ਵੀ ਧੁੰਦਾ ਜੀ ਨੂੰ ਫੋਨ ਕਰਕੇ ਪੁੱਛ ਲੈਣ ਵੀ ਇਮਾਨਦਾਰੀ ਨਾਲ ਦੱਸੋ ਵੀ ਜੋ ਗੋਲਡੀ ਬਲਰਾਜ ਕਰਦੇ ਠੀਕ ਆ, ਉਹ ਗੱਲ ਨੂੰ ਘੁਮਾਊਗਾ ਬੇਸ਼ੱਕ। ਤੇ ਦੇਖੋ ਜੀ, ਤੁਸੀਂ ਉਹਨਾਂ ਨੂੰ ਨਹੀਂ ਰੋਕਦੇ, ਇਹਨਾਂ ਨੂੰ ਕਿਉਂ, ਇਹ ਗੱਲ ਵੱਖਰੀ ਆ। ਨਹੀਂ, ਉਹ ਇੱਕ ਕੰਡੀਸ਼ਨ ਤੇ ਖੜੇ ਹੋਣਗੇ ਨਾ ਵੀ ਦੂਜੇ ਤਾਂ ਮੇਰੇ ਉਲਟ ਹੈਗੀ ਨੇ, ਜੇ ਇਹਨਾਂ ਨੂੰ ਕਹੂੰ ਇਹ ਵੀ ਮੇਰੇ ਉਲਟ ਹੋ ਜਾਣਗੇ। ਪਰ ਮੈਨੂੰ ਯਾਰ ਫਿਰ ਵੀ ਪਤਾ ਨਹੀਂ, ਮੈਨੂੰ ਭਰੋਸਾ ਨਹੀਂ ਹੋ ਰਿਹਾ ਵੀ ਏਦਾਂ ਧੁੰਦਾ ਇਸ ਗੱਲ ਨੂੰ ਸਹੀ ਮੰਨ ਲਊਗਾ, ਜਾਣੀ ਏਦਾਂ ਇਹਨਾਂ ਦੇ ਕੰਮਾਂ ਨੂੰ, ਕਿਉਂਕਿ ਉਹਦੇ ਨਾਲ ਤਾਂ ਨੁਕਸਾਨ ਹੋ ਰਿਹਾ ਬਹੁਤ ਧੁੰਦੇ ਦਾ। ਨਹੀਂ ਹੋ ਬੇਸ਼ੱਕ ਨੁਕਸਾਨ ਰਿਹਾ ਜੀ, ਇਹ ਨੈਚੁਰਲੀ ਗੱਲ ਆ। ਜਦੋਂ ਕੋਈ ਵੀ ਆਪਣੇ ਫੇਵਰ ਵਾਲਾ, ਜੋ ਆਪਣੇ ਵਿਰੋਧੀ ਨਾਲ ਲੜਾਈ ਆ, ਜਿਹੜਾ ਆਪਣੇ ਫੇਵਰ ਵਾਲਾ ਬੰਦਾ ਹੁੰਦਾ, ਜੇ ਆਪਾਂ ਉਹਨੂੰ ਨਾ ਕੰਟਰੋਲ 'ਚ ਰੱਖੀਏ, ਉਹ ਨੁਕਸਾਨ ਵੱਧ ਕਰਦਾ। ਉਹੀ ਅਸੀਂ ਉਹੀ ਕਹਿ ਰਹੇ, ਫੇਵਰ ਵਾਲੇ ਨੂੰ ਕੰਟਰੋਲ ਕਰਕੇ ਉਹੀ ਕਹਿੰਦੇ ਆ ਨਾ ਅਸੀਂ, ਉਹੀ, ਕਿਉਂਕਿ ਵਿਰੋਧੀ ਨੂੰ ਤਾਂ ਪਤਾ ਨਹੀਂ ਹੈਗਾ। ਜਦੋਂ ਵਿਰੋਧੀ ਤੁਹਾਡੇ ਬਾਰੇ ਗਲਤ ਅੰਦਾਜ਼ੇ ਲਾ ਕੇ ਕੁਝ ਕਰੂਗਾ, ਉਹਦੇ ਬਾਰੇ ਤਾਂ ਤੁਸੀਂ ਕਹਿ ਦੇਣਾ ਆ ਪਈ ਇਹਨੂੰ ਪਤਾ ਨਹੀਂ ਹੈਗਾ। ਵਿਰੋਧੀ ਦੇ ਗਲਤ ਅੰਦਾਜ਼ੇ ਲੱਗਣੇ ਤੁਹਾਡੇ ਫੇਵਰ 'ਚ ਜਾ ਰਹੇ ਆ। ਪਰ ਜਦੋਂ ਤੁਹਾਡਾ ਆਪਣਾ ਗਲਤ ਅੰਦਾਜ਼ੇ ਲਾ ਰਿਹਾ ਹੈ, ਉਹ ਥੋੜੀ ਫੇਵਰ ਜਾ ਰਿਹਾ ਤੁਹਾਡੇ। ਉਹ ਤਾਂ ਉਦੋਂ ਦੁੱਗਣਾ ਨੁਕਸਾਨ ਕਰਦੇ ਆ ਨਾ। ਵਿਰੋਧੀ ਤੁਹਾਡੇ ਬਾਰੇ ਝੂਠ ਬੋਲ ਕੇ ਕੁਝ ਕਹੇ,
ਤੁਹਾਡਾ ਫਾਇਦਾ ਹੋ ਰਿਹਾ। ਦੇਖਣੇ ਵਾਲਾ ਕਹਿੰਦਾ ਦੇਖੋ ਸੱਚ ਕੀ ਆ, ਵਿਰੋਧੀ ਕੀ ਕਹੀ ਜਾਂਦਾ, ਹਨਾ। ਹੁਣ ਜਦੋਂ ਆਪਣਾ ਕਹਿੰਦਾ ਫੇਰ ਦੇਖਣੇ ਵਾਲਾ ਕਹੂਗਾ ਦੇਖੋ ਸੱਚ ਕੀ ਆ, ਇਹ ਕੀ ਕਹੀ ਜਾਂਦੇ ਆ। ਉਹਦਾ ਨੁਕਸਾਨ ਦੁੱਗਣਾ ਹੋ ਰਿਹਾ। ਚਲੋ ਦੇਖਦੇ ਹਾਂ ਜੀ। ਮੈਨੂੰ ਨਹੀਂ ਲੱਗਦਾ ਵੀ 4 ਪ੍ਰੋਗਰਾਮਾਂ ਤੋਂ ਵੱਧ ਕਰ ਸਕਣਗੇ ਇਹ ਪ੍ਰੋਗਰਾਮ। ਨਹੀਂ, ਇੱਕ ਅੱਧਾ ਹੀ ਮਸਾਂ ਟਾਈਮ ਕੱਢਿਆ ਉਹ ਟਰੱਕ ਤੋਂ ਜੀ, 4 ਕਿੱਥੇ। ਨਹੀਂ ਮਤਲਬ ਇਦਾਂ ਜਿਸ ਤਰੀਕੇ ਨਾਲ ਉਹ ਧੁੰਦਾ ਜੀ ਦੇ ਹੱਕ ਵਿੱਚ ਬੋਲੇ ਆ, ਹਾਂਜੀ, ਔਰ ਜਿੱਦਾਂ ਉਹ ਗਲਤ ਬੋਲੇ ਆ। ਨਹੀਂ ਵੈਸੇ ਇੱਕ ਚੀਜ਼ ਲੱਗਦਾ, ਤੁਹਾਨੂੰ ਲੱਗਦਾ ਵੀ ਉਹ ਧੁੰਦਾ ਜੀ ਦੇ ਹੱਕ 'ਚ ਬੋਲਿਆ ਜੀ? ਆਪਣੇ ਕੰਨੀਆਂ ਤੋਂ ਉਹਨਾਂ ਨੇ ਇਹੀ ਕਿਹਾ ਕੀਤਾ ਤਾਂ ਹੈ, ਤਾਂ ਉਹ ਤਾਂ ਉਹ ਸਾਨੂੰ ਤੁਹਾਨੂੰ ਤਾਂ ਪਤਾ ਆ। ਹਾਂਜੀ, ਅਸੀਂ ਤਾਂ ਸਮਝਦੇ ਪਏ ਨੁਕਸਾਨ ਕੀਤਾ ਉਹਨਾਂ ਨੇ, ਹਾਂਜੀ, ਪਰ ਉਹ ਜੋ ਕੀਤਾ ਉਹ ਨਹੀਂ ਕੀਤਾ ਤਾਂ ਇਸੇ ਕਰਕੇ ਆ ਨਾ। ਹਾਂਜੀ, ਵੀ ਉਹ ਚੀਜ਼ ਮੈਨੂੰ ਲੱਗਦਾ ਆ ਵੀ ਇਹ ਵੱਧ ਤੋਂ ਵੱਧ ਜੇ ਇਸ ਤਰੀਕੇ ਨਾਲ ਕਰਦੇ ਗਏ, ਵੱਧ ਤੋਂ ਵੱਧ 4 ਪ੍ਰੋਗਰਾਮ ਕਰ ਸਕਣਗੇ। ਹਾਂਜੀ ਹਾਂਜੀ, ਮੈਨੂੰ ਉਹ ਵੀ ਤੁਸੀਂ ਇਦਾਂ ਨੋਟ ਕਰਿਆ ਨਾ, ਇੱਕ ਉਹ ਜਿਹੜਾ ਤੁਸੀਂ ਕਹਿਤਾ ਸੀ ਵੀ ਉਹ 10ਵਾਂ ਗ੍ਰੰਥੀ ਤੁਹਾਡੇ ਉਹਦੇ ਕਮੈਂਟ ਕਰੀ ਜਾਂਦੇ ਨੇ, ਉਹ ਬਲਦਰਾਜ ਉਹਨੂੰ ਪੁੱਛਦਾ ਕਿੰਨੇ ਪਿਆਰ ਨਾਲ ਵੀ ਤੁਸੀਂ 10ਵਾਂ ਗ੍ਰੰਥ ਵਾਲੇ ਅਸੀਂ ਤਾਂ 10 ਪੜ੍ਹ ਕੇ ਦੇਖਿਆ। ਜਿਵੇਂ ਜਵਾਕ ਨਹੀਂ ਕਹਿੰਦੇ, ਛੋਟੇ ਬੱਚੇ ਨਹੀਂ ਕਰਦੇ ਹੁੰਦੇ ਨਾ ਵੀ ਤੂੰ ਮੇਰੇ ਮਗਰ ਨਹੀਂ ਆਉਣਾ, ਵੀ ਇੱਕ ਬੰਦਾ ਮੂਹਰੇ ਤੁਰਿਆ ਜਾਂਦਾ ਹੁੰਦਾ ਗਾ, ਨਹੀਂ ਪਿਆਰ ਨਾਲ ਕੂਦੇ ਤੂੰ ਮੇਰੇ ਮਗਰ ਨਹੀਂ। ਮੈਨੂੰ ਇਹਨੂੰ ਦੇਖ ਕੇ ਉਹਦਾ ਉਹ ਇੱਕ ਗੀਤੇ ਜੈਲਦਾਰ ਦਾ ਗਾਣਾ ਆ, ਹਾਂਜੀ, ਉਹਦਾ ਗਾਣਾ ਆਇਆ ਸੀਗਾ, ਪੂਜਾ ਦੇ ਨਾਲ ਸੀਗਾ, ਸੀਟੀ ਮਾਰ ਕੇ ਬੁਲਾਉਣੋਂ ਹਟ ਜਾ, ਹਨਾ। ਅੱਛਾ, ਉਹ ਨਾ ਇੱਕ ਦਿਨ ਅਸੀਂ ਕਿਸੇ ਦੇ ਘਰੋਂ ਆਏ, ਮੈਨੂੰ ਚੇਤਾ ਨਹੀਂ ਮੈਂ ਕਿੱਥੇ ਦੇਖਿਆ, ਉਹ ਜਿਹੜਾ ਦੂਜਾ ਪਾਰਟ ਹੁੰਦਾ ਉਹ ਚੱਲਦਾ ਸੀ, ਉਹਦਾ ਉਹ ਹਿੱਸਾ ਮੈਂ ਦੇਖਿਆ ਜਿੱਥੇ ਉਹ ਕਹਿੰਦਾ ਨਾ ਭਈ ਦੂਜਾ ਉਹਦਾ ਦੂਜਾ ਪਾਰਟ ਆਇਆ ਸੀ ਨਾ, ਸੀਟੀ ਵੱਜਦੀ ਰਹੂਗੀ, ਹਨਾ। ਉਹ ਚ ਨਾ ਉਹਦਾ ਹਿੱਸਾ ਜਿੱਥੇ ਉਹ ਕੁੜੀ ਜਿਹੜੀ ਉਹਨੇ ਮਾਡਲ ਕੁੜੀ ਖੜੀ ਕੀਤੀ ਉਹ ਇਦਾਂ ਉਹ ਇੱਕ ਲਾਈਨ ਯਾਰ, ਉਹ ਕਿਹੜੀ ਲਾਈਨ ਨੂੰ ਵਰਤੀ ਸੀ ਉੱਥੇ, ਮੈਂ ਨੋਟ ਵੀ ਕੀਤੀ ਸੀ। ਉਹ ਜਾਣੀ ਉਹਨੂੰ ਇਹ ਕਹਿ ਰਹੀ ਆ ਵੀ ਤੂੰ ਹਟ ਜਾ ਏਦਾਂ, ਵੀ ਮੈਂ ਜਿੱਥੇ ਕੁਛ ਹੈਗਾ ਨਾ ਵੀ ਬੱਗੀ ਕਬੂਤਰੀ ਤੇਰੇ ਹੱਥ ਨਹੀਂ ਆਉਣੀ, ਪਤਾ ਨਹੀਂ ਬੱਗੀ ਤਿੱਤਰੀ ਤੇਰੇ ਹੱਥ ਨਹੀਂ ਆਉਣੀ, ਏਦਾਂ, ਹਨਾ। ਉਹ ਨਾ ਗਾਣਾ, ਅੱਛਾ ਉਹ ਗਾਣਾ ਲਾ ਕੇ ਦੇਖਿਓ ਵੀ ਇੱਕ ਨੌਜਵਾਨ ਕੁੜੀ ਨੂੰ ਇੱਕ ਮੁੰਡਾ ਕਹਿੰਦਾ ਆ ਉਹਦੇ ਨਾਲ ਨਜਾਇਜ਼ ਰਿਸ਼ਤਾ ਬਣਾਉਣ ਲਈ, ਤੇ ਉਹ ਉਹਨੂੰ ਜਵਾਬ ਦੇ ਰਹੀ ਆ ਵੀ ਮੈਂ ਤੂੰ ਮੈਨੂੰ ਪਸੰਦ, ਤੇ ਮੈਂ ਨਹੀਂ, ਤੇ ਹੁਣ ਉਹ ਜਵਾਬ ਦੇ ਰਹੀ ਆ ਨੱਚ ਕੇ ਏਦਾਂ, ਉਹਨੂੰ ਹੱਸ ਕੇ ਏਦਾਂ ਗਾ ਕੇ ਕਹਿ ਰਹੀ ਵੀ ਮੈਂ ਤੇਰੇ ਹੱਥ ਨਹੀਂ ਆਉਣਾ ਏਦਾਂ। ਹੁਣ ਕੀ ਉਹ ਹਟ ਜਾਊਗਾ ਉਹਦੇ ਮਗਰ ਜਾਣੋ ਏਦਾਂ? ਨਹੀਂ, ਉਹਦਾ ਪਤਾ ਯਾਰ ਇਹ ਤਾਂ ਇਸ਼ਾਰੇ ਕਰਦੀ ਆ ਹੁਣ ਸਗੋਂ ਮੈਨੂੰ, ਬਿਲਕੁਲ ਹਨਾ। ਜੇ ਉਹ ਕਹਿੰਦੀ ਵੀ ਲੈ ਤੇਰੇ ਵਰਗੇ 20 ਤਰੇ ਫਿਰਦੇ ਆ, ਮੈਂ ਏਦਾਂ ਹੱਥ ਨਹੀਂ ਆਉਂਦੀ, ਹੁਣ ਜਿੱਦਾਂ ਬਰਾਜ ਕਹਿੰਦਾ ਉਹਨੂੰ ਏਦਾਂ, ਤੇ ਉਹ ਹਟ ਜਾਊਗਾ ਏਦਾਂ ਕਰਨ ਨੂੰ, ਪਤਾ ਲੱਗ ਗਿਆ। ਹੁਣ ਜੇ ਕੁੜੀ ਜੇ ਔਰਤ ਨੇ ਜਵਾਬ ਦੇਣਾ, ਸੀਰੀਅਸ ਹੋ ਕੇ ਦੇਵੇ ਤਾਂ ਜਵਾਬ ਉਹਨੂੰ, ਬਿਲਕੁਲ ਵੀ ਦੇਖ ਭਾਈ ਤੂੰ ਗੱਲ ਸੁਣ, ਤੂੰ ਟਾਈਮ ਨਾ ਖਰਾਬ ਕਰ, ਮੇਰੀ ਇੰਗੇਜਮੈਂਟ ਹੋਈ ਹੋਆ ਵੀ ਭਾਈ ਤੂੰ, ਹਨਾ। ਹੁਣ ਜਿਹੜਾ ਉਹ ਹੋ ਰਿਹਾ ਕੁਛ, ਉਹ ਤਾਂ ਇਨਕਰੇਜਮੈਂਟ ਹੋ ਰਹੀ ਹੈ ਸਗੋਂ ਅਗਲੇ ਨੂੰ, ਬਿਲਕੁਲ ਹਨਾ। ਹੁਣ ਇਹ ਜੋ ਇਹ ਜਿੱਦਾਂ ਇਹ ਕਹਿੰਦਾ ਏਦਾਂ ਅਗਲਾ ਕਾਤੇ ਹਟ ਜਾਊਗਾ ਭਾਈ ਏਦਾਂ ਜੀ, ਹਨਾ। ਮੈਨੂੰ ਥੱਲੇ ਸੇਮ ਰਿਸਪੌਂਸ ਵੀ ਥੱਲੇ ਉਹੀ ਮਿਲ ਰਿਹਾ ਨਾ ਕਮੈਂਟਾਂ 'ਚ, ਤੁਸੀਂ ਉਹ ਪੜੋਗੇ। ਮੈਂ ਕਿਹਾ ਮਸਟੰਡੇ ਦਾ ਇਸ਼ਾਰੇ ਨਹੀਂ ਕਰਦੇ ਹੁੰਦੇ ਇੱਕ ਦੂਜੇ ਨੂੰ ਏਦਾਂ। ਹਾਂਜੀ ਹਾਂਜੀ, ਬਲਰਾਜ ਦੇ ਲੌਜਿਕ ਤਾਂ ਨਾ ਉਹੀ ਜਾਣਦਾ। ਉਹਨੇ ਕੱਲ ਪੋਸਟ ਪਾਈ ਤੇ ਥੱਲੇ ਕਮੈਂਟ ਕੀਤਾ, ਕਹਿੰਦਾ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਬਾਬੇ ਨਾਨਕ ਨੇ ਕਮਰੇ 'ਚ ਬਹਿ ਕੇ ਪ੍ਰਚਾਰ ਕੀਤਾ ਸੀ ਕਿ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਸੀ? ਇਹ ਕਮਰੇ 'ਚ ਹੀ ਬੈਠੇ ਆ। ਨਹੀਂ ਅੱਛਾ ਵੀਰਾ, ਇੱਕ ਮਿੰਟ, ਇਹ ਹੁਣ ਏਦਾਂ ਚਲੋ ਉਦਾਹਰਣਾਂ ਦੇਈ ਜਾਂਦੇ। ਕਦੇ ਕਹਿੰਦੇ ਆ ਵੀ ਬਾਬਾ ਨਾਨਕ ਸੱਜਣ ਠੱਕੋ ਗਏ ਸੀ। ਮੈਂ ਇੱਥੇ ਨਿਊਜ਼ੀਲੈਂਡ 'ਚ ਇੱਕ ਕਮੇਟੀ ਮੈਂਬਰ ਨੂੰ ਪੁੱਛਿਆ, ਮੈਂ ਕਿਹਾ ਵੀ ਤੂੰ ਮੈਨੂੰ ਦੱਸ ਪਹਿਲਾਂ ਵੀ ਤੁਹਾਡੀ ਕਮੇਟੀ ਚੋਂ ਜਾਂ ਜਿੰਨੇ ਨਿਊਜ਼ੀਲੈਂਡ ਦੇ ਗੁਰਦੁਆਰਿਆਂ 'ਚ ਧੁੰਦਾ ਜੀ ਗਏ ਆ, ਉਹਨਾਂ ਚੋਂ ਕਿਹੜੀ ਕਮੇਟੀ ਵਾਲੇ ਮੰਨਦੇ ਆ ਵੀ ਜਿੱਦਾਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਸੱਜਣ ਠੱਗ ਸੀਗਾ, ਇਦਾਂ ਅੱਜ ਦੇ ਸਮੇਂ 'ਚ ਅਸੀਂ ਆ? ਮੈਂ ਕਿਹਾ ਕਿਹੜੇ ਗੱਲ ਮੰਨਦੇ ਆ? ਉਹ ਹੁਣ ਉਹ ਦੇਖੇ ਉੱਤਾ। ਮੈਂ ਕਿਹਾ ਕਮੇਟੀਆਂ ਤਾਂ ਸੱਦਦੀਆਂ ਪ੍ਰਚਾਰਕਾਂ ਨੂੰ ਤਾਂ ਵੀ ਤੁਹਾਡੇ ਦੇ ਸਾਨ ਕਰਨ ਲੱਗੇ ਆ ਅਸੀਂ, ਵੀ ਅਸੀਂ ਗੁਰਮਤ ਦੇ ਸਭ ਤੋਂ ਵੱਡੇ ਪਹਿਰੇਦਾਰ ਅਸੀਂ ਆ,
ਤੇ ਤੁਹਾਨੂੰ ਅਸੀਂ ਪਲੇਟਫਾਰਮ ਦੇਣ ਲੱਗੇ ਆ। ਤੇ ਇਹ ਮੈਂ ਕਿਹਾ ਕਹੀ ਜਾਂਦੇ ਆ ਪ੍ਰਚਾਰਕਾਂ ਦੇ ਬਾਰੇ ਵੀ ਉਹ ਇਦਾਂ ਚੱਲੇ ਆ ਜਿੱਦਾਂ ਸੱਜਣ ਠਾਕੋ ਚੱਲੇ ਹੁੰਦੇ ਆ, ਹਨਾ। ਹੁਣ ਦੂਜੀ ਗੱਲ, ਉਹ ਨਾਨਕ ਸਿੰਘਾਂ ਦਾ ਇੱਕ ਬਾਬਾ ਆ ਰਿਹਾ ਜੀ ਨਿਊਜ਼ੀਲੈਂਡ ਵਿੱਚ, ਇਹ ਪ੍ਰਚਾਰਕ ਅੱਗੇ ਪੰਥਪ੍ਰੀਤ ਹੋਣਾ ਦੇ ਹਮੈਤੀ ਵੀ, ਇਹਨਾਂ ਦੇ ਵੀ ਚਾਪਲੂਸ ਕਹਿੰਦੇ ਵੀ ਦੇਖੋ ਇਹ ਜਾਂਦੇ ਆ ਤੇ ਉੱਥੇ ਜਾ ਕੇ ਗੁਰਮਤ ਦੱਸ ਕੇ ਆਉਂਦੇ ਆ। ਹੁਣ ਉਹ ਇਹਨਾਂ ਦੇ ਜਾਣ ਤੋਂ 5-6 ਦਿਨ ਬਾਅਦ ਉਹ ਬਾਬਾ ਸਾਰੇ ਗੁਰਦੁਆਰਿਆਂ 'ਚ ਉਹਨਾਂ 'ਚ ਜਾ ਰਿਹਾ, ਨਾਨਕ ਸਰੀਆਂ ਦਾ ਬਾਬਾ। ਹੁਣ ਪੰਥਪ੍ਰੀਤ ਸਿੰਘ ਹੁਣੀ ਆ, ਚਲੋ ਜਾਣਾ ਕੋਈ ਯਾਰ ਗੁਨਾਹ ਨਹੀਂ, ਤਾਂ ਕੀ ਹੋ ਗਿਆ, ਕਿਤੇ ਨਾ ਕਿਤੇ ਤੇ ਜਾਣਾ ਹੀ ਆ ਤੁਸੀਂ। ਪਰ ਉਹ ਜਾਣ ਲਈ ਤੁਸੀਂ ਇਹ ਕਿਉਂ ਕਹੀ ਜਾਂਦੇ ਆ ਵੀ ਅਸੀਂ ਹੁਣ ਉਹਨਾਂ ਹੀ ਗੁਰਦੁਆਰਿਆਂ 'ਚ ਮਾਝੀ ਗਿਆ ਆ, ਉਹਨਾਂ ਹੀ ਗੁਰਦੁਆਰਿਆਂ 'ਚ ਬਲਵੀਰ ਸਿੰਘ ਟਕਸਾਲੀ ਗਿਆ ਸੀਗਾ, ਉਹਨਾਂ 'ਚ ਹੀ ਇਹ ਧੁੰਦਾ ਜੀ ਗਏ ਆ, ਉਹਨਾਂ 'ਚ ਹੁਣ ਨਾਨਕ ਸਰੀਆਂ ਦਾ ਬਾਬਾ ਚੱਲਾ ਆ। ਕਿਉਂਕਿ ਕਮੇਟੀਆਂ, ਮੈਜੋਰਟੀ ਦੇ ਵਿੱਚ ਕਮੇਟੀਆਂ ਜਿਹੜੀਆਂ ਆ ਉਹ ਤਾਂ ਜਨਮ ਸਫਲਾ ਕਰਨ ਲਈ ਪ੍ਰਬੰਧ ਕਰ ਰਹੀਆਂ ਆ, ਤੇ ਜਨਮ ਸਫਲਾ ਕਰਨ ਲਈ ਹੀ ਸੰਗਤਾਂ ਜਾ ਰਹੀਆਂ ਉੱਥੇ, ਹਨਾ। ਪਰ ਉਹ ਜਾਣੀ ਜਿਹੜੇ ਜਿਸ ਤਰੀਕੇ ਨਾਲ ਕਰਦੇ ਆ, ਰੌਲਾ ਪਾਉਂਦੇ ਆ। ਨਹੀਂ, ਜੇ ਜਾ ਕੇ ਗੱਲ ਵੀ ਕਰਦੇ, ਹੁਣ ਮੰਨ ਲਓ ਗੁਰਮਤ ਵਾਲੇ ਵੀ ਜਾਂਦਾ, ਜੇ ਇੱਕ ਵਾਰੀ ਗਿਆ ਤੇ ਇਹਨਾਂ ਨੇ ਚੱਜ ਦੀ ਗੱਲ ਕਰੀ ਹੋਵੇ ਦੁਬਾਰੇ, ਉਹ ਕਿੰਨੇ ਸੱਦ ਲੈਣ? ਨਾ ਉਹ ਤਾਂ ਇੱਕ ਦਿਨ ਮੈਨੂੰ ਇੱਥੇ ਪਰਸੋਂ ਮੰਗਲਵਾਰ ਨਹੀਂ ਬੁੱਧਵਾਰ ਰਾਤ ਨੂੰ ਜਦੋਂ ਮੈਂ ਗੁਰਦੁਆਰੇ ਤੋਂ ਗਿਆ ਨਾ ਪ੍ਰੋਗਰਾਮ ਕਰਕੇ, ਹਾਂਜੀ, ਤਾਂ ਮੁੰਡੇ ਦਾ ਮੈਨੂੰ ਮੈਸੇਜ ਆਇਆ ਇੱਥੋਂ ਹੀ, ਨਿਊਜ਼ੀਲੈਂਡ ਤੋਂ ਹੀ, ਕਹਿੰਦਾ ਜੀ ਵੀ ਐਤਕੀ ਜਿਹੜੀ ਧੁੰਦਾ ਜੀ ਦੀ ਫੇਰੀ ਆ ਵੀ ਉਹ ਕਹਿੰਦੇ ਵੀ ਬਹੁਤ ਸਫਲ ਰਹੀ ਆ। ਮੈਂ ਕਿਹਾ ਵੀ ਉਹ ਤਾਂ ਹੈਗੀ ਆ ਵੀ ਇੰਨੇ ਗੁਰਦੁਆਰਿਆਂ 'ਚ ਘੁੰਮ ਗਏ ਹੋ। ਕਹਿੰਦੇ ਇਹੀ ਨਹੀਂ ਵੀ ਧੁੰਦਾ ਜੀ, ਕਹਿੰਦੇ ਵੀ ਮੈਂ ਬਹੁਤ ਆਜ਼ਾਦੀ ਦੇ ਨਾਲ ਜਾਣੀ ਆ, ਜਿੱਦਾਂ ਐਤਕੀ ਮੈਨੂੰ ਪਹਿਲੀ ਵਾਰ ਇਦਾਂ ਲੱਗਾ ਵੀ ਮੈਂ ਪ੍ਰਚਾਰ ਕਰਕੇ ਚੱਲਾਂ, ਠੀਕ, ਤੇ ਪੂਰੀ ਆਜ਼ਾਦੀ ਨਾਲ ਮੈਂ। ਤੇ ਉਹਨੂੰ ਮੈਂ, ਉਹ ਵੀਰ ਨੂੰ ਮੈਂ ਪੁੱਛਿਆ, ਮੈਂ ਕਿਹਾ ਤੂੰ ਮੈਨੂੰ ਸਮਝਾ ਦੇ ਕਿੱਦਾਂ ਇਦਾਂ। ਉਹਨੇ ਬੁੱਧ ਨਹੀਂ ਵੀਰਵਾਰ ਦੀ ਗੱਲ ਆ ਸ਼ਾਇਦ, ਚਲੋ ਮੈਂ ਕਿਹਾ ਮੈਨੂੰ ਸਮਝਾ ਦੇ ਕਿੱਦਾਂ। ਹਾਂਜੀ, ਕਹਿੰਦਾ ਵੀ ਜੋ ਆਪਣੀ ਜੋ ਕਹਿਣਾ ਚਾਹੁੰਦੇ ਸੀ ਉਹ ਏਦਾਂ ਵੀ ਖੁੱਲ ਕੇ। ਮੈਂ ਕਿਹਾ ਵੀ ਮੈਂ ਤੈਨੂੰ ਪੁਰਾਣੀਆਂ ਟੇਪਾਂ ਸੁਣਾ ਦਿੰਨਾ, ਹਾਂਜੀ, ਵੀ ਉਹ ਗੁਰਮਤਿ ਦੀਆਂ ਕਿੰਨੀਆਂ ਗੱਲਾਂ, 10 ਗ੍ਰੰਥ ਬਾਰੇ ਤੇ ਜਥੇਦਾਰਾਂ ਬਾਰੇ ਕਿੰਨਾ ਕੁਝ ਬੋਲਦੇ ਗਏ ਆ, ਹਾਂਜੀ, ਤੇ ਤੂੰ ਇਸ ਵਾਰ ਚੋਂ ਮੈਨੂੰ ਸੁਣਾ ਦੇ, ਠੀਕ, ਹਾਂਜੀ, ਵੀ ਕੋਈ ਏਦਾਂ ਦਾ। ਤੇ ਉਹ ਕਹਿੰਦਾ ਜੀ ਮੈਂ ਸਾਰੇ ਦੀਵਾਨ ਨਹੀਂ ਸੁਣੇ ਏਦਾਂ, ਵੀ ਮੈਂ 4 ਸੁਣੇ ਆ। ਮੈਂ ਕਿਹਾ ਵੀ ਚੋਂ ਮੈਨੂੰ ਸੁਣਾ ਦੇ, ਵੀ ਕੋਈ ਗੱਲ ਦੱਸ ਏਦਾਂ ਦੀ। ਹਾਂਜੀ, ਕਹਿੰਦਾ ਨਹੀਂ ਵੀ ਏਦਾਂ ਗੁਰਬਾਣੀ ਦੇ ਉੱਤੇ ਨਹੀਂ ਬਹੁਤ ਜਿੱਦਾਂ ਗੱਲਾਂ ਜਿਹੜੀਆਂ ਉਹ। ਮੈਂ ਕਿਹਾ ਮੈਂ ਉਹ ਨਹੀਂ ਗੱਲ ਕਰਦਾ, ਮੈਂ ਤਾਂ ਹਾਲਾਤਾਂ ਦੀ ਗੱਲ ਕਰਦਾ ਗੁਰਬਾਣੀ ਦੇ। ਧੁੰਦਾ ਜੀ ਨੂੰ ਜੇ ਕੋਈ ਇਹ ਪੁੱਛ ਲਵੇ ਨਾ ਵੀ ਧੁੰਦਾ ਜੀ ਜਦੋਂ ਪਹਿਲਾਂ ਤੁਹਾਨੂੰ ਲੋਕਾਂ ਨੇ ਪਸੰਦ ਕੀਤਾ, ਕੀ ਗੁਰਬਾਣੀ ਦੀ ਕਥਾ ਕਰਕੇ ਪਸੰਦ ਕੀਤਾ ਜਾਂ ਜਿਹੜੀਆਂ ਹਾਲਾਤਾਂ ਤੇ ਗੱਲਾਂ ਬੋਲਦੇ ਸੀ ਉਹਨਾਂ ਕਰਕੇ ਪਸੰਦ ਕੀਤਾ ਸੀ? ਹੁਣ ਜਦੋਂ ਪਹਿਲਾਂ ਧੁੰਦਾ ਜੀ ਦੀ ਪੇਸ਼ੀ ਹੋਈ ਆ, ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਸੱਦਿਆ ਗਿਆ, ਜਿੱਥੋਂ ਉਹਨਾਂ ਦੀ ਸਭ ਤੋਂ ਵੱਧ ਮਸ਼ਹੂਰੀ ਹੋਈ ਆ, ਉਹ ਗੁਰਬਾਣੀ ਦੀ ਕਥਾ ਕਰਕੇ ਹੋਇਆ ਜਾਂ ਜਿਹੜਾ ਕਰੰਟ ਮੁੱਦਾ ਸੀ ਕੋਈ ਉਹ ਤੇ ਬੋਲਣ ਕਰਕੇ ਹੋਇਆ? ਕਰੰਟ ਮੁੱਦਾ, ਜਿੱਦਣ 10 ਗ੍ਰੰਥ ਦੇ ਮੁੱਦੇ ਤੇ ਉਤਰਿਆ ਚਰਿੱਤਰ ਬਾਰੇ ਬੋਲੇ ਆ, ਉਦਣ ਚੀਕਾਂ ਪਈਆਂ, ਬਿਲਕੁਲ, ਹਨਾ। ਹੁਣ ਅੱਛਾ, ਉਹ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਉਹ ਗੱਲ ਬੋਲੇ ਆ, ਉਹਨਾਂ ਨੂੰ ਸੱਦ ਲਿਆ ਗਿਆ। ਹਾਂਜੀ, ਉਦੋਂ ਜਿਹੜੇ ਬੰਦੇ ਗੁਰਬਾਣੀ ਦੀ ਕਥਾ ਕਰਦੇ ਸੀ, ਜਿੱਦਾਂ ਪਿੰਦਰਪਾਲ ਹੁਣੀ ਆ, ਅਮਰੀਕ ਸਿੰਘ ਹੁਣੀ ਆ, ਉਹਨਾਂ ਨੂੰ ਸਾਰੇ ਚੰਗਾ ਸਮਝਦੇ ਸੀ, ਉਹਨਾਂ ਨੂੰ ਸਾਰੇ ਕਹਿੰਦੇ ਸੀ ਵੀ ਬਹੁਤ ਵਧੀਆ ਆ ਇਹ, ਨਹੀਂ ਗਾਲਾਂ ਹੀ ਕੱਢਦੇ ਸੀ ਨਾ ਵੀ ਵਿਕੇ ਹੋਏ ਆ, ਇਹ ਤਾਂ ਗਦਾਰ ਆ, ਮੁੱਦਿਆਂ ਤੇ ਕਿਉਂ ਨਹੀਂ ਬੋਲਦੇ? ਬਿਲਕੁਲ, ਅੱਜ ਇਹਨਾਂ ਨੂੰ ਕੀ ਕਹਿੰਦੇ ਹੋਣਗੇ ਲੋਕ? ਉਹੀ ਕੁਛ, ਹਨਾ, ਬਿਲਕੁਲ। ਹੁਣ ਜਿਹੜੀ ਲੋੜ ਤਾਂ ਜਿਹੜੀ ਆ ਨਾ, ਜਦੋਂ ਜਿਹੜੀ ਗੁਰਬਾਣੀ ਆ, ਗੁਰੂ ਸਾਹਿਬ ਨੇ ਗੁਰਬਾਣੀ ਇਦਾਂ ਨਹੀਂ ਸੀ ਉਚਾਰੀ ਵੀ ਸੱਜਣ ਠਾਕੋ ਜਾ ਕੇ ਇਹ ਕਹਿਣ ਲੱਗ ਪਏ ਸੀ ਵੀ ਨਾਮ ਜਪੋ, ਹਨਾ, ਧਰਤੀ ਤੇ ਆਏ ਆ ਅਸੀਂ, ਜਨਮ ਸਫਲਾ ਕਰੋ, ਰੱਬ ਦੇ ਨੇੜੇ ਰਹੋ, ਏਦਾਂ ਇਹ ਗੱਲਾਂ ਨਹੀਂ ਸੀ ਕੀਤੀਆਂ।